ਤਾਂ ਜੋ ਭਾਰਤ ਦੀ ਵੰਡ ਹੈ ਭੰਮ ਸਾਹਿਬ, ਉਹਦਾ ਜੋ ਕਨੈਕਸ਼ਨ ਹੈ ਸਿੱਧਾ ਜੀ, ਉਹ ਜਿਹੜੀ ਕਮਿਊਨਲ ਪ੍ਰੋਬਲਮ ਹੈ ਜੀ, ਜੋ ਇੱਕ ਸੰਪਰਦਾਇਕ ਜੋ ਸਮੱਸਿਆ ਸੀ, ਜੋ ਹਿੰਦੂ ਤੇ ਮੁਸਲਮਾਨ ਦਾ ਸਵਾਲ ਸੀ ਜੀ, ਉਸ ਦੇ ਨਾਲ ਜੁੜੀ ਹੋਈ ਜਾਪਦੀ ਹੈ। ਭੰਮ ਸਾਹਿਬ ਇਹਨਾਂ ਨੇ ਜੋ ਇੱਕ ਵਾਰ ਫੇਰ ਪਾਲਿਸੀ ਬਦਲੀ ਬ੍ਰਿਟਿਸ਼ ਹਕੂਮਤ ਨੇ, ਜਿਸ ਤਰ੍ਹਾਂ ਕਿ ਜੋ W ਹੰਟਰ ਦੀ ਕਿਤਾਬ ਹੈ ਦ ਇੰਡੀਅਨ ਮੁਸਲਮਾਨ ਜੀ, 1871 ਦੇ ਵਿੱਚ ਉਹ ਕਹਿੰਦਾ ਹੈ ਕਿ ਦ ਮੁਸਲਿਮਸ ਟੂ ਵੀਕ ਫॉर ਰਿਬੇਲੀਅਨ ਜੀ। ਗਿੱਲ ਸਾਹਿਬ ਇੱਕ ਦੱਸੋ, ਭਾਰਤ ਦੀ ਜਿਹੜੇ ਆਜ਼ਾਦ ਭਾਰਤ ਦੀ ਆਪਾਂ ਜਦੋਂ ਵੰਡ ਜਦੋਂ ਹੁੰਦੀ ਹੈ ਇਹਦੇ ਚੋਂ ਬਹੁਤ ਜ਼ਖਮ ਮਿਲੇ ਇਹ 'ਚ ਤਾਂ ਕੋਈ ਸ਼ੱਕ ਹੀ ਨਹੀਂ ਗਾ। ਜਿਹੜੇ ਜ਼ਖਮ ਅਜੇ 75 ਸਾਲਾਂ ਬਾਅਦ ਵੀ ਉਵੇਂ ਦੇ ਉਵੇਂ ਰੇਸੀ ਜਾ ਰਹੇ ਨੇ ਜੀ। ਆਖਿਰ ਇਸ ਵੰਡ ਲਈ ਫਿਰ ਕਿਹੜੀਆਂ ਧਿਰਾਂ ਸੀ ਜਿਹੜੀਆਂ ਜ਼ਿੰਮੇਵਾਰ ਸੀਗੀਆਂ? 1945 ਤੱਕ ਉਹ ਦੇਖੋ ਜਿਹੜਾ ਉਹ ਯੁੱਧ ਚੱਲਿਆ, ਜਿਸ ਦੇ ਵਿੱਚ ਕਿ ਜੋ ਐਲਾਈਡ ਫੋਰਸਿਸ ਨੇ, ਜੋ ਇੰਗਲੈਂਡ, ਫਰਾਂਸ, ਰਸ਼ੀਆ ਜੀ, ਫਿਰ ਉਹ ਜੇਤੂ ਦੇ ਤੌਰ ਤੇ ਉੱਭਰੇ ਤੇ ਜੋ ਨਾਜ਼ੀ ਤੇ ਜੋ ਫਾਸਿਸਟ ਫੋਰਸਾਂ ਸਨ, ਜਰਮਨੀ, ਇਟਲੀ ਜੀ, ਤੇ ਬਾਅਦ ਦੇ ਵਿੱਚ ਜੋ ਇੰਪੀਰੀਅਲ ਜਾਪਾਨ ਸੀ ਜੀ, ਉਸ ਦੀ ਇਸ ਵਿਸ਼ਵ ਯੁੱਧ ਦੇ ਵਿੱਚ ਹਾਰ ਹੁੰਦੀ ਹੈ ਜੀ। ਜਿਹੜੇ ਇਹਨਾਂ ਦੀ ਅਗਵਾਈ ਕਰ ਰਹੇ ਸੀ ਉਹਨਾਂ ਚੋਂ ਕਿਹਦਾ ਕੀ ਰੋਲ ਰਿਹਾ, ਉਹਨਾਂ ਨੇ ਕਿਸ ਤਰ੍ਹਾਂ ਦੀ ਭੂਮਿਕਾ ਅਦਾ ਕੀਤੀ ਹੈ? ਜੀ ਭੰਮ ਸਾਹਿਬ, ਜੋ ਮੁਹੰਮਦ ਅਲੀ ਜਿਨਾਹ ਹੈ ਉਸ ਨੂੰ ਬਰੀ ਕਰ ਦਿੱਤਾ ਜਾਂਦਾ ਸਭ ਕਾਸੇ ਤੋਂ। ਬਿਲਕੁਲ ਬਿਲਕੁਲ। ਸੋ ਆਪਣੇ ਆਪਣੇ ਨਜ਼ਰੀਏ ਤੋਂ ਸਾਰੇ ਪੜ੍ਹਦੇ ਆ, ਪਰ ਸਾਨੂੰ ਇੱਕ ਜੋ ਨਿਊਟਰਲ ਇਤਿਹਾਸ ਇੱਕ ਆਬਜੈਕਟਿਵ ਨਜ਼ਰੀਆ ਹੈ ਜੀ, ਉਹ ਅੱਜ ਮੈਂ ਰੇਡੀਓ ਇੰਡੀਆ ਦੇ ਮਾਧਿਅਮ ਨਾਲ ਜੀ ਸਾਰੇ ਰੱਖੂੰਗਾ ਜੀ। ਜੀ ਰੇਡੀਓ ਇੰਡੀਆ ਦੇ ਵਕਾਰੀ ਪ੍ਰੋਗਰਾਮ ਇਤਿਹਾਸ ਗਵਾਹ ਹੈ ਵਿੱਚ ਆਪ ਸਭ ਦਾ ਹਾਰਦਿਕ ਸਵਾਗਤ ਹੈ। ਮੇਰੇ ਯਾਨੀ ਪ੍ਰੋਗਰਾਮ ਹੋਸਟ ਬਲਦੇਵ ਸਿੰਘ ਭੰਮ ਵੱਲੋਂ ਪਿਆਰ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਪ੍ਰਵਾਨ ਕਰੋ ਜੀ। ਤੁਸੀਂ ਜੁੜੇ ਹੋ ਰੇਡੀਓ ਇੰਡੀਆ KRPA 1110 AM ਨਾਲ, ਜੋ ਤੁਹਾਡਾ ਆਪਣਾ ਰੇਡੀਓ ਹੈ, ਜੋ ਤੁਹਾਡੇ ਹੱਕਾਂ ਹਿੱਤਾਂ ਲਈ ਹਿੱਕ ਡਾਕੇ ਲੜਨ ਦਾ ਖੜਨ ਦਾ ਹੀਆ ਰੱਖਦਾ ਹੈ। ਜੇਕਰ ਤੁਸੀਂ ਸਾਰੀ ਦੁਨੀਆ ਵਿੱਚ ਕਿਤੇ ਵੀ ਬੈਠ ਕੇ ਸਾਨੂੰ ਸੁਣਨਾ ਚਾਹੁੰਦੇ ਹੋ ਤਾਂ www.radioindia.ca ਸਾਡੀ ਵੈਬਸਾਈਟ ਹੈ। ਇੱਥੇ ਜਾ ਕੇ ਤੁਸੀਂ ਸਾਨੂੰ ਲਾਈਵ ਸੁਣ ਸਕਦੇ ਹੋ। ਰੇਡੀਓ ਇੰਡੀਆ ਦੀ ਗੂਗਲ ਪਲੇ ਸਟੋਰ ਔਰ ਐਪਲ ਪਲੇ ਸਟੋਰ ਤੇ ਆਪਣੀ ਐਪ ਵੀ ਹੈ, ਉਹ ਡਾਊਨਲੋਡ ਕਰ ਲਓਗੇ। ਤੁਹਾਨੂੰ ਹੋਰ ਝੰਜਟਾਂ ਤੋਂ ਮੁਕਤੀ ਮਿਲੂਗੀ ਔਰ ਤੁਸੀਂ ਇੱਕੋ ਬਟਨ ਦੱਬ ਕੇ ਇਸ ਪ੍ਰੋਗਰਾਮ ਨੂੰ ਸਾਡੇ ਵਿੱਚ ਸ਼ਾਮਲ ਹੋ ਸਕੋਗੇ, ਸੁਣ ਸਕੋਗੇ। ਸੋਸ਼ਲ ਮੀਡੀਆ ਤੇ ਸਾਡਾ ਫੇਸਬੁੱਕ ਤੇ ਉੱਪਰ ਪੇਜ ਹੈ ਰੇਡੀਓ ਇੰਡੀਆ ਪੇਜ ਨੂੰ ਲਾਈਕ ਤੇ ਫਾਲੋ ਜ਼ਰੂਰ ਕਰ ਲਿਓ ਜੇ, ਤਾਂ ਜੋ ਭਵਿੱਖ ਦੇ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦੇ ਰਹਿ ਸਕਣ। ਟਵਿੱਟਰ ਔਰ ਇੰਸਟਾਗ੍ਰਾਮ ਤੇ ਵੀ ਸਾਡੀ ਆਈਡੀ ਹੈ ਰੇਡੀਓ ਇੰਡੀਆ 1110। ਇੱਥੇ ਜਾ ਕੇ ਵੀ ਤੁਸੀਂ ਸਾਨੂੰ ਲਾਈਕ ਤੇ ਕਮੈਂਟ ਕਰ ਸਕਦੇ ਹੋ ਜੀ। ਰੇਡੀਓ ਇੰਡੀਆ ਦਾ ਆਨਲਾਈਨ ਜਿਹੜਾ ਸਾਡਾ ਨੰਬਰ ਹੈ ਸਟੂਡੀਓ ਦਾ ਆਪਣਾ, ਉਹ 604 592 9191। ਇੱਥੇ ਜਾ ਕੇ ਤੁਸੀਂ ਕਾਲ ਕਰਕੇ ਸਵਾਲ ਜਿਹੜੇ ਹੈ ਉਹ ਆਪਣੇ ਜਾਂ ਆਪਣੇ ਤਜਰਬੇ ਜਾਂ ਆਪਣੀ ਜਾਣਕਾਰੀਆਂ ਉਹ ਸਾਂਝੀਆਂ ਕਰ ਸਕਦੇ ਹੋ। ਲੇਕਿਨ ਅੱਜ ਕਿਉਂਕਿ ਬੜਾ ਇਤਿਹਾਸਕ ਸੰਦਰਭ ਦੇ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ, ਵੈਸੇ ਤਾਂ ਸਾਡੇ ਸਾਰੇ ਪ੍ਰੋਗਰਾਮ ਇਤਿਹਾਸ ਨਾਲ ਸੰਬੰਧਿਤ ਹੁੰਦੇ ਨੇ ਕਿਉਂਕਿ ਸਾਡੇ ਪ੍ਰੋਗਰਾਮ ਦਾ ਨਾਂ ਹੀ ਇਤਿਹਾਸ ਗਵਾਹ ਹੈ, ਲੇਕਿਨ ਅੱਜ ਕਿਉਂਕਿ ਜ਼ਿਆਦਾ ਅਸੀਂ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀਆਂ ਜਿਹੜੀਆਂ ਉਹ ਦੇਣਾ ਚਾਹੁੰਦੇ ਹਾਂ, ਇਸ ਕਰਕੇ ਅਸੀਂ ਤੁਹਾਡੇ ਤੋਂ ਮਾਫੀ ਚਾਹੁੰਦੇ ਹਾਂ ਕਿ ਅੱਜ ਅਸੀਂ ਕਾਲ ਜਿਹੜੀ ਹੈ ਤੁਹਾਡੀ ਨਹੀਂ ਲੈ ਸਕਾਂਗੇ। ਸੋ ਆਓ ਅਸੀਂ ਹੁਣ ਅੱਗੇ ਵਧਦੇ ਹਾਂ ਆਪਣੇ ਪ੍ਰੋਗਰਾਮ ਦੇ ਅੱਜ ਦੇ ਇਤਿਹਾਸ ਵੱਲ। ਅੱਜ ਦਾ ਇਤਿਹਾਸ ਸਾਡਾ ਭਾਰਤ ਦੀ ਆਜ਼ਾਦੀ, ਕਿਉਂਕਿ 15 ਅਗਸਤ ਜਿਹੜੀ ਹੈ ਉਹ ਕੱਲ ਹੈ ਔਰ ਅਸੀਂ ਆਜ਼ਾਦੀ ਨੂੰ ਕਿਵੇਂ ਕਿਸ ਸੰਦਰਭ ਦੇ ਵਿੱਚ ਮਾਣਿਆ ਜਾਂ ਮਾਣ ਰਹੇ ਹਾਂ ਜਾਂ ਕੀ ਸਾਡੇ ਤੇ ਇੰਪੈਕਟ ਪਏ ਨੇ, ਸਾਰਾ ਕੁਝ ਤੇ ਅਸੀਂ ਵਿਚਾਰ ਕੇ ਚਰਚਾ ਕਰਾਂਗੇ ਤੁਹਾਡੇ ਨਾਲ। ਸੋ ਆਓ ਸ਼ੁਰੂ ਕਰਦੇ ਹਾਂ। ਪਹਿਲਾਂ ਭਾਰਤ ਦੀ ਆਜ਼ਾਦੀ ਵਿਸ਼ਵ ਇਤਿਹਾਸ ਵਿੱਚ ਇੱਕ ਮੀਲ ਪੱਥਰ ਹੈ। ਭਾਰਤ ਦਾ ਸੈਂਕੜੇ ਸਾਲ ਦੀ ਬ੍ਰਿਟਿਸ਼ ਗੁਲਾਮੀ ਤੋਂ ਆਜ਼ਾਦ ਹੋਣਾ ਸਾਮਰਾਜਵਾਦੀ ਦੇ ਖਾਤਮੇ ਦਾ ਪ੍ਰਤੀਕ ਸੀ, ਕਿਉਂਕਿ ਬ੍ਰਿਟਿਸ਼ ਸਾਮਰਾਜੀ ਹਕੂਮਤ ਭਾਰਤ ਨੂੰ ਆਪਣੇ ਤਾਜ ਦਾ ਹੀਰਾ ਮੰਨਦੀ ਸੀ। ਭਾਰਤ ਦੀ ਆਜ਼ਾਦੀ ਦੇ ਨਾਲ ਨਾਲ ਦੇਸ਼ ਦੀ ਵੰਡ ਦਾ
ਦੁਖਦ ਵਰਤਾਰਾ ਵੀ ਜੁੜਿਆ ਹੋਇਆ ਹੈ, ਜਿਸ ਨੂੰ ਲੱਖਾਂ ਲੋਕਾਂ ਨੇ ਆਪਣੀ ਜਾਨ ਦੀ ਆਹੂਤੀ ਦੇ ਕੇ ਔਰ ਉਸ ਜਿਹੜੀ ਸਾਡੇ ਦਿਲਾਂ ਦੇ ਅੰਦਰਲੀ ਜੋਤ ਜਿਹੜੀ ਹੈ ਉਹ ਅਜੇ ਇਸੇ ਕਰਕੇ ਬਲਦੀ ਹੈ ਕਿ ਸਾਨੂੰ ਉਸ ਦੀ ਪੀੜ ਹੈ। ਸਾਡੇ ਅੰਦਰ ਕਿਤੇ ਨਾ ਕਿਤੇ ਹਰ ਇੱਕ ਜਿਹੜਾ ਪਰਿਵਾਰ ਹੈ ਉਹਨੇ ਇਸ ਪੀੜ ਨੂੰ ਹੰਢਾਇਆ ਹੈ, ਆਪਣੇ ਪਿੰਡੇ ਤੇ ਹੰਢਾਇਆ। ਬਹੁਤੇ ਘਰਾਂ ਦੇ ਜੀ ਜਿਹੜੇ ਹੈ ਉਹਨਾਂ ਦੀਆਂ ਯਾਦਾਂ ਹੀ ਸਿਰਫ ਬਾਕੀ ਰਹਿ ਗਈਆਂ ਨੇ। ਸੋ ਬਹੁਤ ਕੁਝ ਹੈ ਜਿਹੜਾ ਇਸ ਤੇ ਜਾਣਨ ਵਾਲਾ ਹੈ। ਔਰ ਅੱਜ ਦੇ ਭਾਰਤ ਦੀ ਵੰਡ ਬਾਰੇ ਇਤਿਹਾਸਕ ਸੰਦਰਭ ਤੋਂ ਸਾਡੇ ਨਾਲ ਗੱਲਬਾਤ ਕਰਨ ਦੇ ਲਈ, ਸਾਡੇ ਇਸ ਵਿਸਥਾਰ ਦੇਣ ਦੇ ਲਈ, ਸਾਡੇ ਇਸ ਸਾਰੇ ਪ੍ਰੋਗਰਾਮ ਨੂੰ ਸਾਡੇ ਨਾਲ ਜੁੜ ਚੁੱਕੇ ਹਨ ਰੇਡੀਓ ਇੰਡੀਆ ਦੇ ਡਾਇਰੈਕਟਰ ਆਫ ਰਿਸਰਚ ਤੇ ਬੈਰਿਸਟਰ ਲਵਲੀਨ ਸਿੰਘ ਜੀ ਗਿੱਲ। ਗਿੱਲ ਸਾਹਿਬ, ਤੁਹਾਡਾ ਸਵਾਗਤ ਹੈ ਜੀ ਰੇਡੀਓ ਇੰਡੀਆ ਦੇ ਪ੍ਰੋਗਰਾਮ ਇਤਿਹਾਸ ਗਵਾਹ ਵਿੱਚ। ਜੀ ਭੰਮ ਸਾਹਿਬ, ਸ਼ੁਕਰੀਆ ਜੀ। ਸਭ ਤੋਂ ਪਹਿਲਾਂ ਤਾਂ ਅੱਜ ਮੈਂ ਸਾਡੇ ਪਾਕਿਸਤਾਨੀ ਭਾਈਚਾਰੇ ਨੂੰ ਮੁਬਾਰਕਬਾਦ ਦੇਣਾ ਚਾਹਾਂਗਾ, ਕਿਉਂਕਿ 14 ਅਗਸਤ ਜੋ ਹੈ ਉਹ ਪਾਕਿਸਤਾਨ ਦਾ ਆਜ਼ਾਦੀ ਦਿਹਾੜਾ ਹੈ। ਬਿਲਕੁਲ। ਤੇ ਜੋ 15 ਅਗਸਤ ਹੈ ਉਹ ਭਾਰਤ ਦਾ ਆਜ਼ਾਦੀ ਦਿਹਾੜਾ ਹੈ ਜੀ। ਸੋ ਸਾਰੇ ਪਾਕਿਸਤਾਨ ਵਾਸੀਆਂ ਨੂੰ ਤੇ ਭਾਰਤੀ ਮੂਲ ਦੇ ਲੋਕਾਂ ਨੂੰ ਮੈਂ ਸਭ ਨੂੰ ਮੁਬਾਰਕਬਾਦ ਦਿੰਦਾ ਹਾਂ ਆਜ਼ਾਦੀ ਦੇ ਇਸ ਜੀ ਪਵਿੱਤਰ ਦਿਹਾੜੇ ਦੀ। ਦੋਹਾਂ ਧਿਰਾਂ ਨੇ ਬਹੁਤ ਮਹਿੰਗੀ ਆਜ਼ਾਦੀ ਲਈ ਹੈ ਜੀ, ਬਹੁਤ ਮਹਿੰਗੀ। ਜੀ ਭੰਮ ਸਾਹਿਬ, ਬਹੁਤ ਮਹਿੰਗੇ ਮੁੱਲੇ ਆਜ਼ਾਦੀ ਮਿਲੀ ਹੈ। ਬਹੁਤ ਇਸ ਵੰਡ ਦੇ ਦੁਖਦ ਵਰਤਾਰੇ ਜਿਸ ਦੀ ਅਸੀਂ ਗੱਲ ਅੱਜ ਕਰਨ ਜਾ ਰਹੇ ਹਾਂ ਜੀ, ਕਿਉਂਕਿ ਦੇਖੋ ਆਜ਼ਾਦੀ ਤਾਂ ਮਿਲ ਗਈ, ਪਰ ਜੋ ਇੱਕ ਮਨੁੱਖਤਾ ਦਾ ਉਜਾੜਾ ਹੋਇਆ ਜੀ, ਜੋ ਲੱਖਾਂ ਲੋਕ ਆਪਣੇ ਪੁਰਖਿਆਂ ਦੀ ਧਰਤੀ ਤੋਂ ਬੇਘਰ ਹੋਏ ਜੀ, ਆਪਣੀ ਜ਼ਮੀਨ ਸਭ ਛੱਡ ਕੇ ਆਏ, ਆਪਣੀ ਮਾਤਰ ਭੂਮੀ ਛੱਡ ਕੇ ਆਏ, ਪਰਿਵਾਰ ਗਵਾ ਕੇ ਆਏ ਜੀ, ਤੇ ਲੱਖਾਂ ਲੋਕ ਜਿਨ੍ਹਾਂ ਦਾ ਖੂਨ ਬਹਾਇਆ ਗਿਆ ਜੀ ਜੀ ਜੀ, ਭਾਈ ਭਾਈ ਦਾ ਦੁਸ਼ਮਣ ਹੋ ਗਿਆ ਜੀ, ਉਹਨਾਂ ਨੂੰ ਯਾਦ ਕਰਨਾ ਵੀ ਅੱਜ ਜ਼ਰੂਰੀ ਹੈ, ਸਾਡੀ ਜ਼ਿੰਮੇਵਾਰੀ ਹੈ ਜੀ ਜੀ। ਬਿਲਕੁਲ। ਸੋ ਜੇ ਮੈਂ ਇਤਿਹਾਸਿਕ ਸੰਦਰਭ ਤੋਂ ਭੰਮ ਸਾਹਿਬ ਜੀ ਗੱਲ ਕਰਾਂ ਬਿਲਕੁਲ ਭਾਰਤ ਦੀ ਵੰਡ ਦੀ ਜੀ, ਤਾਂ ਜੋ ਭਾਰਤ ਦੀ ਵੰਡ ਹੈ ਭੰਮ ਸਾਹਿਬ, ਉਹਦਾ ਜੋ ਕਨੈਕਸ਼ਨ ਹੈ ਸਿੱਧਾ ਜੀ, ਉਹ ਜਿਹੜੀ ਕਮਿਊਨਲ ਪ੍ਰੋਬਲਮ ਹੈ ਜੀ, ਜੋ ਇੱਕ ਸੰਪਰਦਾਇਕ ਜੋ ਸਮੱਸਿਆ ਸੀ, ਜੋ ਹਿੰਦੂ ਤੇ ਮੁਸਲਮਾਨ ਦਾ ਸਵਾਲ ਸੀ ਜੀ, ਉਸ ਦੇ ਨਾਲ ਜੁੜੀ ਹੋਈ ਜਾਪਦੀ ਹੈ ਜੀ। ਪਰ ਜੇ ਸਿਰਫ ਇਸ ਨੂੰ ਇੱਕ ਸੰਪਰਦਾਇਕ ਸਮੱਸਿਆ ਸਮਝ ਲਿਆ ਜਾਵੇ ਜੀ, ਸੰਪਰਦਾਇਕ ਸਮੱਸਿਆ ਦਾ ਇਸ ਨੂੰ ਨਤੀਜਾ ਸਮਝ ਲਿਆ ਜਾਵੇ ਜੀ, ਤਾਂ ਉਹ ਮੇਰੇ ਹਿਸਾਬ ਨਾਲ ਉਹ ਇਸ ਦੇ ਨਾਲ ਇਨਸਾਫ ਨਹੀਂ ਹੋਵੇਗਾ, ਜਾਇਜ਼ ਨਹੀਂ ਹੈ ਵਰਤਾਰੇ ਜੋ ਸਾਰਾ ਵਰਤਾਰਾ ਇਹ ਵਰਤਿਆ ਜੀ। ਕਿਉਂਕਿ ਇਹ ਜੋ ਭਾਰਤ ਦੀ ਵੰਡ ਸੀ, ਜਾਂ ਜੋ ਭਾਰਤ ਦੀ ਵੰਡ ਜਿਨ੍ਹਾਂ ਕਾਰਨਾਂ ਕਰਕੇ ਹੋਈ ਜੀ, ਉਹ ਜਿਹੜੇ ਸਾਰੇ ਕਾਰਨ ਸੀ ਉਹ ਸਿਆਸਤ ਤੋਂ ਪ੍ਰੇਰਿਤ ਸੀ। ਬਿਲਕੁਲ। ਸਭ ਤੋਂ ਪਹਿਲਾਂ ਤਾਂ ਜੇ ਅਸੀਂ ਗੱਲ ਕਰਨੀ ਸ਼ੁਰੂ ਕਰੀਏ ਭੰਮ ਸਾਹਿਬ ਜੀ, ਤਾਂ ਜੋ ਇਹ ਸਾਰਾ ਇਹ ਭਾਣਾ ਵਰਤਿਆ, ਇਹਦੀਆਂ ਮਤਲਬ 3 ਇਹਦੇ ਐਂਗਲ ਸੀ ਜੀ ਜੀ। ਇੱਕ ਤਾਂ ਜੋ ਬ੍ਰਿਟਿਸ਼ ਹਕੂਮਤ ਦੀ ਜੋ ਸਦੀਆਂ ਪੁਰਾਣੀ ਪਾਲਿਸੀ ਸੀ, ਜਿਹੜੀ ਰੋਮਨ ਸਮਿਆਂ ਤੋਂ ਜਿਹੜੀ ਪਾਲਿਸੀ ਚੱਲੀ ਆ ਰਹੀ ਸੀ ਜੀ, ਜਿਸ ਨੂੰ ਡਿਵਾਈਡ ਐਂਡ ਰੂਲ ਕਿਹਾ ਜਾਂਦਾ ਹੈ। ਬਿਲਕੁਲ। ਸੋ ਉਸ ਨੂੰ ਬੜਾ ਬਖੂਬੀ ਇੱਥੇ ਆਪਣੇ ਸਾਮਰਾਜਵਾਦੀ ਹਿੱਤਾਂ ਦੇ ਲਈ ਜੋ ਅੰਗਰੇਜ਼ ਹਕੂਮਤ ਹੈ ਜੀ, ਉਸਨੇ ਵਰਤਿਆ ਜੀ, ਜਿਸ ਦੇ ਕਾਰਨ ਕਿ ਜੋ ਜਿਸ ਦੇ ਨਤੀਜੇ ਅਸੀਂ ਬਾਅਦ ਦੇ ਵਿੱਚ ਭਾਰਤ ਦੀ ਵੰਡ ਦੇ ਰੂਪ ਵਿੱਚ ਦੇਖੇ ਜੀ। ਸੋ ਦੇਖੋ ਕਿ ਜੋ ਲਾਰਡ ਐਲਫਿਨਸਟੋਨ ਹੈ, ਗਵਰਨਰ ਆਫ ਬੰਬੇ ਜੀ, ਉਹ 1853 ਤੋਂ ਲੈ ਕੇ 1860 ਤੱਕ ਗਵਰਨਰ ਰਹੇ ਬੰਬੇ ਦੇ ਜੀ। ਉਹ ਲਿਖਦੇ ਆ ਕਿ ਡਿਵਾਈਡ ਐਟ ਇੰਪੇਰਾ ਵਾਸ ਦ ਓਲਡ ਰੋਮਨ ਮੋਟੋ ਐਂਡ ਇਟ ਸ਼ੁੱਡ ਬੀ ਆਵਰਸ ਜੀ, ਕਿ ਜਿਵੇਂ ਕਿ ਰੋਮਨ ਲੋਕਾਂ ਦਾ ਇਹ ਮੋਟੋ ਰਿਹਾ, ਕਿਉਂਕਿ ਰੋਮ ਦਾ ਵੀ ਇੱਕ ਬਹੁਤ ਵੱਡਾ ਸਾਮਰਾਜ ਸੀ ਜੀ। ਸੋ ਜੋ ਵੈਸਟ ਦੇ ਵਿੱਚ ਜੋ ਰੋਮਨ ਸਾਮਰਾਜ ਤੋਂ ਇਹ ਜਿਹੜੀ ਧਾਰਨਾ ਸੀ ਇਹ ਪ੍ਰੇਰਿਤ ਸੀ, ਵੰਡੋ ਤੇ ਰਾਜ ਕਰੋ, ਡਿਵਾਈਡ ਐਂਡ ਰੂਲ ਜੀ। ਸੋ ਇਹ ਬੜਾ ਭੰਮ ਸਾਹਿਬ ਉਸ ਨੂੰ ਬੜਾ ਬਖੂਬੀ ਵਰਤਿਆ। ਜੋ ਅੰਗਰੇਜ਼ ਸਾਮਰਾਜ ਸੀ ਉਸਨੇ ਦੇਖਿਆ, ਜਦ ਭਾਰਤ ਦੇ ਵਿੱਚ ਉਹ ਆਏ, ਉਹਨਾਂ ਨੇ ਭਾਰਤੀ ਸਮਾਜ ਨੂੰ ਪੜ੍ਹਨਾ ਸ਼ੁਰੂ ਕੀਤਾ ਜੀ। ਉਹਨਾਂ ਨੇ ਭਾਰਤੀ ਸਮਾਜ ਨੂੰ ਪੜ੍ਹ ਕੇ ਦੇਖਿਆ ਵੀ ਜਿਹੜੀਆਂ ਫਾਲਟ ਲਾਈਨਸ ਨੇ ਉਹ ਕਿੱਥੇ ਕਿੱਥੇ ਨੇ ਜੀ। ਜਿਵੇਂ ਇੱਕ ਧਰਮ ਦਾ ਉਹਨਾਂ ਨੂੰ ਮਸਲਾ ਦਿਖਿਆ ਕਿ ਧਰਮ ਦੇ ਨਾਂ ਤੇ ਜੋ ਭਾਰਤ ਦੇ ਲੋਕ ਹੈ, ਦੁੱਖ ਦੀ ਰਾਖ ਜਿਹੜੀ ਕਿਹੜੀ ਹੈ ਇਹਨਾਂ ਦੀ, ਇਹ ਬੜੇ ਜਜ਼ਬਾਤੀ ਹੈ ਧਰਮ ਨੂੰ ਲੈ ਕੇ। ਬਿਲਕੁਲ। ਸੋ ਉਸ ਨੂੰ ਵਰਤਿਆ। ਸੋ ਜੋ ਵਰਨ ਵੰਡ ਜੋ ਜਾਤੀ ਵਿਵਸਥਾ ਹੈ ਉਹ ਦੇਖੀ, ਉਸ ਨੂੰ ਆਪਣੇ ਹਿੱਤਾਂ ਲਈ ਵਰਤਿਆ। ਲੋਕਾਂ ਨੂੰ ਇੱਕ ਦੂਸਰੇ ਦੇ ਖਿਲਾਫ ਖੜੇ ਕਰਨਾ ਸ਼ੁਰੂ ਕੀਤਾ।
ਸੋ ਜਿਹੜੀ ਇਹ ਡਿਵਾਈਡ ਐਂਡ ਰੂਲ ਦੀ ਪਾਲਿਸੀ ਹੈ ਭੰਮ ਸਾਹਿਬ, ਇਹ 1857 ਤੋਂ ਬਾਅਦ 1857 ਦੇ ਗਦਰ ਤੋਂ ਬਾਅਦ ਜੀ ਇਹ ਜ਼ਿਆਦਾ ਦੇਖਣ ਨੂੰ ਮਿਲੀ, ਕਿਉਂਕਿ ਦੇਖੋ ਜੋ 1857 ਦੇ ਵਿੱਚ ਜੋ ਹਿੰਦੂ ਤੇ ਮੁਸਲਮਾਨ ਹੈ ਜੀ ਉਹ ਮੋਢੇ ਦੇ ਨਾਲ ਮੋਢਾ ਲਾ ਕੇ ਅੰਗਰੇਜ਼ਾਂ ਦੇ ਖਿਲਾਫ ਲੜੇ ਜੀ, ਚਾਹੇ ਉਹ ਰਾਣੀ ਲక్ష్ਮੀ ਬਾਈ ਸੀ, ਚਾਹੇ ਉਹ ਤਾਂਤੀਆ ਤੋਪੇ ਸੀ, ਚਾਹੇ ਉਹ ਹੋਰ ਮੁਸਲਮਾਨ ਆਗੂ ਸੀ, ਚਾਹੇ ਉਹ ਜਿਹੜੇ ਹਿੰਦੂ ਤੇ ਮੁਸਲਮਾਨ ਸਿਪਾਹੀ ਸੀ ਜੀ ਅੰਗਰੇਜ਼ ਦੀ ਫੌਜ ਦੇ ਵਿੱਚ, ਬੈਰਕਪੁਰ ਤੋਂ ਜਿੱਥੋਂ ਇਹ ਸ਼ੁਰੂ ਹੋਇਆ ਗਦਰ, ਫਿਰ ਮੇਰਠ ਦੇ ਵਿੱਚ, ਚਾਹੇ ਉਹ ਦਿੱਲੀ ਦੇ ਵਿੱਚ। ਸੋ ਇਹ ਇਕੱਠੇ ਮੋਢੇ ਦੇ ਨਾਲ ਮੋਢਾ ਲਾ ਕੇ ਲੜੇ। ਬਿਲਕੁਲ। ਜਦ 1857 ਦੇ ਗਦਰ ਨੂੰ ਅੰਗਰੇਜ਼ਾਂ ਨੇ ਦਬਾ ਲਿਆ ਜੀ ਤਾਂ ਉਦੋਂ ਉਹਨਾਂ ਨੇ ਇਹ ਰੀਅਲਾਈਜ਼ ਕੀਤਾ ਕਿ ਇਹ ਜੋ ਫਿਰਕੂ ਭਾਈਚਾਰਾ ਹੈ ਭਾਰਤ ਦਾ, ਇਸ ਨੂੰ ਤੋੜਨਾ ਬਹੁਤ ਜ਼ਰੂਰੀ ਹੈ ਜੇ ਬ੍ਰਿਟਿਸ਼ ਹਕੂਮਤ ਨੂੰ ਇੱਥੇ ਬਣਾਈ ਰੱਖਣਾ ਹੈ। ਬਿਲਕੁਲ। ਤਾਂ 1857 ਦੇ ਗਦਰ ਦੇ ਵਿੱਚ ਭੰਮ ਸਾਹਿਬ ਜੋ ਬ੍ਰਿਟਿਸ਼ ਲੋਕ ਹੈ, ਜੋ ਬ੍ਰਿਟਿਸ਼ ਐਡਮਿਨਿਸਟ੍ਰੇਸ਼ਨ ਸੀ ਜੀ, ਉਹਨਾਂ ਨੇ ਮੁਸਲਮਾਨਾਂ ਨੂੰ ਇਸ ਗਦਰ ਦਾ ਮੁੱਖ ਤੌਰ ਤੇ ਦੋਸ਼ੀ ਮੰਨਿਆ ਜੀ, ਕਿਉਂਕਿ ਦੇਖੋ ਉਸ ਵੇਲੇ ਜੋ ਰੂਲਿੰਗ ਐਲੀਟ ਸੀ ਜ਼ਿਆਦਾਤਰ ਜੀ, ਉਹ ਮੁਸਲਮਾਨ ਕਮਿਊਨਿਟੀ ਨਾਲ ਸੰਬੰਧ ਰੱਖਦੇ ਸੀ ਜੀ। ਉਹ ਉਸ ਤੋਂ ਬਾਅਦ ਫਿਰ ਜੋ ਵਹਾਬੀ ਮੂਵਮੈਂਟ ਆ ਉਹ ਵੀ ਖੜੀ ਹੋ ਗਈ। ਸੋ ਜੋ ਬ੍ਰਿਟਿਸ਼ ਹਕੂਮਤ ਦਾ ਜੋ ਡਰ ਸੀ ਜੀ ਉਹ ਉਹਨਾਂ ਨੂੰ ਸੱਚ ਹੁੰਦਾ ਜਾਪਿਆ। ਉਹ ਇਸੇ ਕੜੀ ਦੇ ਵਿੱਚ ਦੇਖੋ ਜਦ 1857 ਦਾ ਗਦਰ ਦਬਾ ਲਿਆ ਗਿਆ, ਦਿੱਲੀ ਦੇ ਉੱਤੇ ਕਬਜ਼ਾ ਦੁਬਾਰਾ ਇੱਕ ਵਾਰ ਫਿਰ ਅੰਗਰੇਜ਼ ਨੇ ਕੀਤਾ ਜੀ, ਉਦੋਂ ਮੁਸਲਮਾਨਾਂ ਨੂੰ ਉੱਥੋਂ ਖਾਸ ਤੌਰ ਤੇ ਦਿੱਲੀ ਦੇ ਵਿੱਚ ਜਾਂ ਮੁਸਲਮਾਨ ਜੋ ਇਲਾਕੇ ਸੀ ਉਹਨਾਂ ਨੂੰ ਉੱਥੋਂ ਬੜੇ ਜ਼ੁਲਮ ਉਹਨਾਂ ਦੇ ਘਰਾਂ ਚੋਂ ਕੱਢ ਕੇ ਕੀਤੇ ਗਏ ਜੀ। ਸਾਰਿਆਂ ਦੀ ਸ਼ਨਾਖਤ ਕੀਤੀ ਗਈ। ਮਿਰਜ਼ਾ ਗਾਲਿਬ ਜਦ ਉਹ ਸ਼ਨਾਖਤ ਦੇ ਵਿੱਚ ਉਹ ਗਏ, ਜੋ ਆਪਣੀ ਮਰਦਸ਼ੁਮਾਰੀ ਉਹ ਕਰ ਰਹੇ ਸੀ ਅੰਗਰੇਜ਼ ਜੀ, ਉੱਥੇ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਮ ਮੁਸਲਮਾਨ ਹੋ, ਤਾਂ ਮਿਰਜ਼ਾ ਗਾਲਿਬ ਨੇ ਜਵਾਬ ਦਿੱਤਾ ਕਿ ਜੀ ਮੈਂ ਆਧਾ ਮੁਸਲਮਾਨ ਹੂੰ। ਤੇ ਅੰਗਰੇਜ਼ ਬੜਾ ਹੈਰਾਨ ਹੋਇਆ, ਉਹਨੇ ਆਪਣਾ ਸਿਰ ਖੁਰਕਿਆ ਵੀ ਜਾਂ ਤਾਂ ਹਿੰਦੂ ਹੁੰਦਾ ਕੋਈ ਮੁਸਲਮਾਨ ਹੁੰਦਾ, ਵੀ ਅੱਧਾ ਮੁਸਲਮਾਨ ਕੀ ਹੋਇਆ। ਉਹ ਕਹਿੰਦਾ ਵੀ ਉਹਨੇ ਹੋਰ ਉਹਨੂੰ ਦਬਕਾ ਮਾਰ ਕੇ ਪੁੱਛਿਆ ਮਿਰਜ਼ਾ ਗਾਲਿਬ ਨੂੰ ਵੀ ਤੂੰ ਅੱਧਾ ਮੁਸਲਮਾਨ ਕਿਵੇਂ। ਉਹ ਕਹਿੰਦਾ ਦੇਖੋ ਜਨਾਬ मैं आधा मुसलमान हूँ, मैं शराब पी लेता हूँ पर सूअर नहीं खाता। तो ਉਹ ਅੰਗਰੇਜ਼ ਬੜਾ ਹੱਸਿਆ ਤੇ ਉਸਨੇ ਫਿਰ ਮਿਰਜ਼ਾ ਗਾਲਿਬ ਨੂੰ ਜਾਣ ਦਿੱਤਾ। ਨਹੀਂ ਹੋ ਸਕਦਾ ਕਿ ਮਿਰਜ਼ਾ ਗਾਲਿਬ ਨੂੰ ਵੀ ਉੱਥੇ ਖਤਮ ਕਰ ਦਿੱਤਾ ਜਾਂਦਾ ਜੀ। ਸੋ ਇਸ ਤਰ੍ਹਾਂ ਦੇਖੋ ਜੋ ਮੁਸਲਮਾਨਾਂ ਨੂੰ ਉਹਨਾਂ ਨੇ ਇਹਦਾ 1857 ਦਾ ਮੇਨ ਕਨਸਪੀਰੇਟਰ ਸਮਝ ਕੇ ਜੀ ਫਿਰ ਜੋ ਹਿੰਦੂ ਸਮਾਜ ਹੈ ਜੀ ਉਸ ਨੂੰ ਉਭਾਰਨਾ ਸ਼ੁਰੂ ਕੀਤਾ, ਚਾਹੇ ਉਹ ਪੜ੍ਹਾਈ ਦੇ ਪੱਖੋਂ ਹੋਵੇ, ਚਾਹੇ ਉਹ ਇਕਨੋਮੀ ਦੇ ਪੱਖੋਂ ਹੋਵੇ। ਤੇ ਉਦੋਂ ਜਦ ਫਿਰ ਦੇਖੋ 1870 ਤੋਂ ਬਾਅਦ ਜਾ ਕੇ ਜੋ ਹਿੰਦੂ ਸਮਾਜ ਹੈ ਉਹ ਵੈਲ ਐਸਟੈਬਲਿਸ਼ ਹੋ ਗਿਆ ਇਹਨਾਂ ਸਾਲਾਂ ਦੇ ਵਿੱਚ, ਤਾਂ ਫਿਰ ਜੋ ਹਿੰਦੂ ਸਮਾਜ ਹੈ ਉਸ ਦੇ ਵਿੱਚ ਇੱਕ ਨਵੀਂ ਚੇਤਨਾ ਆ ਗਈ ਜੀ। ਉਸ ਨੇ ਅੰਗਰੇਜ਼ ਨੂੰ ਸਵਾਲ ਪੁੱਛਣੇ ਸ਼ੁਰੂ ਕੀਤੇ। ਉਸ ਨੇ ਅੰਗਰੇਜ਼ ਦੀ ਸਾਮਰਾਜੀ ਹਕੂਮਤ ਦੇ ਖਿਲਾਫ ਆਵਾਜ਼ ਚੁੱਕਣੀ ਸ਼ੁਰੂ ਕੀਤੀ। ਤਾਂ ਫਿਰ ਮੁਸਲਮਾਨਾਂ ਤੋਂ ਜੋ ਫੋਕਸ ਹਟ ਕੇ ਉਹ ਫਿਰ ਦੁਬਾਰਾ ਹਿੰਦੂ ਸਮਾਜ ਦੇ ਵੱਲ ਚਲਾ ਗਿਆ। ਫਿਰ ਭੰਮ ਸਾਹਿਬ ਇਹਨਾਂ ਨੇ ਜੋ ਇੱਕ ਵਾਰ ਫਿਰ ਪਾਲਿਸੀ ਬਦਲੀ ਬ੍ਰਿਟਿਸ਼ ਹਕੂਮਤ ਨੇ, ਜਿਸ ਤਰ੍ਹਾਂ ਕਿ ਜੋ W ਹੰਟਰ ਦੀ ਕਿਤਾਬ ਹੈ ਦ ਇੰਡੀਅਨ ਮੁਸਲਮਾਨ ਜੀ, 1871 ਦੇ ਵਿੱਚ ਉਹ ਕਹਿੰਦਾ ਹੈ ਕਿ ਦ ਮੁਸਲਿਮਸ ਟੂ ਵੀਕ ਫॉर ਰਿਬੇਲੀਅਨ ਜੀ, ਕਿ ਜਿਹੜੇ ਮੁਸਲਮਾਨ ਨੇ ਹੁਣ ਉਹ ਬਹੁਤ ਕਮਜ਼ੋਰ ਹੋ ਚੁੱਕੇ ਨੇ, ਹੁਣ ਉਹ ਬਗਾਵਤ ਨਹੀਂ ਕਰ ਸਕਦੇ। ਬਿਲਕੁਲ। ਸੋ ਇਸ ਲਈ ਉਹਨੇ ਕਿਹਾ ਕਿ ਜੋ ਆਫੀਸ਼ੀਅਲ ਪਾਲਿਸੀ ਹੈ ਉਹ ਹੁਣ ਚੇਂਜ ਹੋਣੀ ਚਾਹੀਦੀ ਹੈ ਤੇ ਹੁਣ ਜੋ ਮੁਸਲਮਾਨ ਹੈ ਉਹਨਾਂ ਨੂੰ ਜੋ ਹਿੰਦੂਆਂ ਦੇ ਖਿਲਾਫ ਇੱਕ ਧਿਰ ਵਜੋਂ ਬਣਾ ਕੇ ਖੜਾ ਕਰਨਾ ਚਾਹੀਦਾ ਹੈ, ਜੋ ਫਿਰਕੂ ਏਕਤਾ ਹੈ ਉਸ ਦੇ ਵਿੱਚ ਅੱਗ ਲਾਉਣੀ ਚਾਹੀਦੀ ਹੈ ਜੀ। ਸੋ ਇਸੇ ਪਾਲਿਸੀ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੇ ਜੋ ਇੱਕ ਜਰੀਆ ਚੁਣਿਆ, ਜੋ ਫਿਰ ਦੇਖੋ ਅੱਗੇ ਚੱਲ ਕੇ ਜੋ ਪਾਕਿਸਤਾਨ ਦੀ ਤਹਿਰੀਕ ਸੀ ਉਸ ਦਾ ਜੋ ਧੁਰਾ ਬਣਿਆ, ਜੋ ਅਲੀਗੜ੍ਹ ਮੂਵਮੈਂਟ ਜੀ, ਉਹਨਾਂ ਦੇ ਵਿੱਚੋਂ ਸਭ ਤੋਂ ਜਿਹੜਾ ਵੱਡਾ ਨਾਮ ਆਉਂਦਾ ਹੈ ਉਹ ਸਰ ਸੈਯਦ ਅਹਿਮਦ ਖਾਨ ਦਾ ਨਾਮ ਆਉਂਦਾ ਜੀ। ਸਰ ਸੈਯਦ ਅਹਿਮਦ ਖਾਨ ਦੇਖੋ ਕਿਸੇ ਵਕਤ ਭੰਮ ਸਾਹਿਬ ਹਿੰਦੂ ਮੁਸਲਿਮ ਏਕਤਾ ਦੇ ਇੱਕ ਬਹੁਤ ਬੜੇ ਮੁਦਈ ਹੋਇਆ ਕਰਦੇ ਸੀ ਜੀ। ਉਹਨਾਂ ਦਾ ਇਹ ਕਹਿਣਾ ਸੀ ਕਿ ਜੋ ਹਿੰਦੂ ਤੇ ਮੁਸਲਮਾਨ ਨੇ ਜੀ, ਉਹ ਜੋ ਭਾਰਤ ਨਾਮ ਦੀ ਇੱਕ ਬਹੁਤ ਖੂਬਸੂਰਤ ਦੁਲਹਨ ਹੈ ਉਸ ਦੀਆਂ ਦੋ ਅੱਖਾਂ ਨੇ ਜੀ। ਸੋ ਇਸ ਤਰ੍ਹਾਂ ਦਾ ਉਹਨਾਂ ਨੇ ਭਾਈਚਾਰਾ ਜੋ 1884 ਤੱਕ ਜੀ ਉਹ ਬਹੁਤ ਇਸ ਚੀਜ਼ ਦੇ ਹਾਮੀ ਰਹੇ। ਉਹਨਾਂ ਨੇ ਇਹ ਕਿਹਾ ਕਿ ਦੇਖੋ ਅਸੀਂ ਇੱਕ ਧਰਤੀ ਤੇ ਰਹਿਣ ਵਾਲੇ ਹਾਂ। ਸੋ ਜਿਹੜਾ ਹਿੰਦੂ ਤੇ ਮੁਹੰਮਦਨ ਹੈ, ਮੁਸਲਮਾਨ ਹੈ, ਉਹ ਸਿਰਫ ਇੱਕ ਰਿਲੀਜੀਅਸ ਇੱਕ ਡਿਫਰੈਂਸ ਹੈ, ਇੱਕ ਧਾਰਮਿਕ ਫਰਕ ਹੈ। ਅਦਰਵਾਈਜ਼ ਜਿਹੜੇ ਅਸੀਂ ਸਾਰੇ ਲੋਕ ਹਾਂ, ਅਸੀਂ ਇੱਕੋ ਜਿਹੇ ਲੋਕ ਹਾਂ ਜੀ ਜੀ।
ਪਰ 1888 ਆਉਂਦਿਆਂ ਭੰਮ ਸਾਹਿਬ ਜੋ ਸਰ ਸੈਯਦ ਅਹਿਮਦ ਖਾਨ ਹੈ ਜੀ, ਉਹਨਾਂ ਦੀ ਸੋਚ ਦੇ ਵਿੱਚ, ਉਹਨਾਂ ਦੀ ਤਕਰੀਰ ਦੇ ਵਿੱਚ ਇੱਕਦਮ ਬਦਲਾਅ ਆ ਗਿਆ ਜੀ, ਜਿੱਥੋਂ ਫਿਰ ਜੋ ਟੂ ਨੇਸ਼ਨ ਥਿਉਰੀ ਹੈ ਜੀ, ਜਿਸ ਦੇ ਚੱਲਦੇ ਹੋਏ ਅੱਗੇ ਭਾਰਤ ਦੀ ਵੰਡ ਹੋਈ, ਜੀ, ਉਸ ਦਾ ਜਨਮ ਹੋਇਆ। ਜੀ। ਸੋ ਜੋ ਸਰ ਸੈਯਦ ਅਹਿਮਦ ਖਾਨ ਪਹਿਲਾਂ ਕਹਿੰਦੇ ਸੀ ਕਿ ਜੋ ਹਿੰਦੂ ਤੇ ਮੁਸਲਮਾਨ ਹੈ ਉਹ ਇੱਕ ਹੈ, ਉਹ ਭਾਰਤ ਦੀਆਂ ਦੋ ਅੱਖਾਂ ਨੇ, ਜੀ, ਉਹ ਮੇਰਠ ਦੇ ਵਿੱਚ 16 ਮਾਰਚ 1988 ਨੂੰ ਭਾਸ਼ਣ ਦਿੰਦੇ ਹੋਏ ਕਹਿੰਦੇ ਆ ਕਿ ਹਿੰਦੂ ਐਂਡ ਮੁਸਲਿਮਸ were not only two nations but as two warring nations who could never lead a common political life। ਉਹ ਕਹਿੰਦੇ ਆ ਕਿ ਹਿੰਦੂ ਤੇ ਮੁਸਲਮਾਨ ਦੋ ਰਾਸ਼ਟਰ ਹੈ ਜੀ, ਪਰ ਦੋ ਰਾਸ਼ਟਰ ਹੀ ਨਹੀਂ, ਦੋ ਅਜਿਹੇ ਰਾਸ਼ਟਰ ਹੈ ਜੋ ਜੰਗ ਦੇ ਉੱਤੇ ਹੈ ਜੀ, ਇੱਕ ਦੂਜੇ ਦੇ ਨਾਲ, ਤੇ ਉਹਨਾਂ ਦੀ ਕਦੇ ਵੀ ਜੋ ਸਾਂਝੀ ਸਿਆਸੀ ਜ਼ਿੰਦਗੀ ਹੈ ਜੋ ਜੀ ਉਹ ਨਹੀਂ ਹੋ ਸਕਦੀ ਜੀ। ਸੋ ਉਹਨਾਂ ਨੇ ਇਹ ਵੀ ਦੇਖੋ ਡਰ ਮੁਸਲਮਾਨਾਂ ਦੇ ਵਿੱਚ ਪੈਦਾ ਕਰਨਾ ਸ਼ੁਰੂ ਕੀਤਾ ਕਿ ਜੋ ਬ੍ਰਿਟਿਸ਼ ਹੈ ਜੀ, ਜੇ ਉਹ ਆਪਣਾ ਇਹ ਭਾਰਤ ਛੱਡ ਜਾਂਦੇ ਹੈ ਤਾਂ ਜੋ ਹਿੰਦੂ ਮੈਜੋਰਟੀ ਹੈ ਉਹ ਮੁਸਲਮਾਨਾਂ ਨੂੰ ਨਿਗਲ ਜਾਵੇਗੀ। ਸੋ ਇਸ ਤਰ੍ਹਾਂ ਜੋ ਦੇਖੋ ਜੋ ਅਲੀਗੜ੍ਹ ਮੂਵਮੈਂਟ ਹੈ ਜੀ, ਅਲੀਗੜ੍ਹ ਮੂਵਮੈਂਟ ਦੇ ਵਿੱਚੋਂ ਜਿਹੜਾ ਮੁਸਲਿਮ ਇੱਕ ਪਾਕਿਸਤਾਨ ਦਾ ਜੋ ਨੈਸ਼ਨਲਿਜ਼ਮ ਹੈ ਜੀ, ਟੂ ਨੇਸ਼ਨ ਥਿਉਰੀ ਹੈ, ਉਹ ਸਰ ਸੈਯਦ ਅਹਿਮਦ ਖਾਨ ਦੀ ਸੋਚ ਦੇ ਵਿੱਚੋਂ ਉਹ ਜਨਮ ਲੈਂਦੀ ਹੈ ਜੀ। ਫਿਰ ਜੋ ਸਰ ਸੈਯਦ ਅਹਿਮਦ ਖਾਨ ਹੈ ਉਹ ਅੰਗਰੇਜ਼ਾਂ ਦੇ ਵਫਾਦਾਰ ਬਣ ਕੇ ਜੀ ਉਹਨਾਂ ਨੇ ਮੁਸਲਮਾਨਾਂ ਦੇ ਵਿੱਚ ਜੋ ਕਿ ਐਜੂਕੇਸ਼ਨਲੀ ਉਸ ਟਾਈਮ ਬੈਕਵਰਡ ਸਨ ਜੀ, ਉਹਨਾਂ ਦੇ ਵਿੱਚ ਅੰਗਰੇਜ਼ ਪ੍ਰਸਤੀ ਪੈਦਾ ਕਰਨੀ ਸ਼ੁਰੂ ਕੀਤੀ। ਉਹਨਾਂ ਨੂੰ ਅੰਗਰੇਜ਼ਾਂ ਦਾ ਵਫਾਦਾਰ ਰਹਿਣ ਲਈ ਕਿਹਾ ਤੇ ਜੋ ਹਿੰਦੂ ਫੋਬੀਆ ਹੈ, ਹਿੰਦੂਆਂ ਦੇ ਖਿਲਾਫ ਇੱਕ ਮਨ ਦੇ ਵਿੱਚ ਇੱਕ ਡਰ ਤੇ ਇੱਕ ਨਫ਼ਰਤ ਪੈਦਾ ਕਰਨੀ ਸ਼ੁਰੂ ਕੀਤੀ ਜੀ। ਇੱਥੋਂ ਫਿਰ ਜੋ ਦੇਸ਼ ਦੀ ਵੰਡ ਦੇ ਬੀਜ ਹੈ ਉਹ ਫਿਰ ਇੱਥੋਂ ਜੋ ਅੰਗਰੇਜ਼ ਨੇ ਕੁਝ ਬੰਦਿਆਂ ਨੂੰ, ਭਾਰਤੀਆਂ ਨੂੰ ਹੀ ਵਰਤਦੇ ਹੋਏ ਉਹਨਾਂ ਨੂੰ ਫਿਰ ਬੀਜਣਾ ਜੀ ਸ਼ੁਰੂ ਕਰ ਦਿੱਤਾ ਸੀ। ਜੀ ਜੀ ਜੀ। ਗਿੱਲ ਸਾਹਿਬ ਇੱਕ ਦੱਸੋ, ਭਾਰਤ ਦੀ ਜਿਹੜੇ ਆਜ਼ਾਦ ਭਾਰਤ ਦੀ ਆਪਾਂ ਜਦੋਂ ਵੰਡ ਜਦੋਂ ਹੁੰਦੀ ਹੈ ਇਹਦੇ ਚੋਂ ਬਹੁਤ ਹੁਣ ਜ਼ਖਮ ਮਿਲੇ ਇਹ 'ਚ ਤਾਂ ਕੋਈ ਸ਼ੱਕ ਹੀ ਨਹੀਂ ਗਾ, ਜਿਹੜੇ ਜ਼ਖਮ ਆ ਜਿਹੜੇ 75 ਸਾਲਾਂ ਬਾਅਦ ਵੀ ਉਵੇਂ ਦੇ ਉਵੇਂ ਰੇਸੀ ਜਾ ਰਹੇ ਨੇ ਜੀ। ਆਖਰ ਇਸ ਵੰਡ ਲਈ ਫਿਰ ਕਿਹੜੀਆਂ ਧਿਰਾਂ ਸੀ ਜਿਹੜੀਆਂ ਜ਼ਿੰਮੇਵਾਰ ਸੀਗੀਆਂ ਜੀ? ਦੇਖੋ ਭੰਮ ਸਾਹਿਬ, ਜੇ ਅਸੀਂ ਇਸ ਵੰਡ ਦੀ ਗੱਲ ਕਰੀਏ ਤਾਂ ਇੱਕ ਦੇਖੋ ਉਸ ਸਮੇਂ ਦੇ ਜੋ ਇੰਟਰਨੈਸ਼ਨਲ ਜੋ ਮਾਹੌਲ ਬਣਿਆ ਹੋਇਆ ਸੀਗਾ, ਜੋ ਪੋਲੀਟੀਕਲ ਸਿਚੁਏਸ਼ਨ ਜੀਓ ਪੋਲੀਟੀਕਲ ਜੀ ਦੁਨੀਆ ਦੇ ਵਿੱਚ ਬਣੀ ਹੋਈ ਸੀ ਜੀ, ਉਹ ਵੀ ਸਾਨੂੰ ਉਸ ਨੂੰ ਅੱਖੋਂ ਪਰੋਖੇ ਨਹੀਂ ਕਰਿਆ ਜਾ ਸਕਦਾ ਜੀ, ਕਿਉਂਕਿ ਉਸ ਨੇ ਵੀ ਇੱਕ ਵੱਡਾ ਰੋਲ ਇਸ ਵੰਡ ਦੇ ਵਿੱਚ ਅਦਾ ਕੀਤਾ ਬਿਲਕੁਲ। ਕਿਉਂਕਿ ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਜਦ ਹਿਟਲਰ ਨੇ ਪੋਲੈਂਡ ਨੂੰ ਇਨਵੇਡ ਕੀਤਾ, ਪੋਲੈਂਡ ਦੇ ਉੱਤੇ ਹਮਲਾ ਕੀਤਾ ਜੀ, ਉਦੋਂ ਜਿਹੜਾ ਸੈਕੰਡ ਵਰਲਡ ਵਾਰ ਹੈ, ਜੋ ਦੂਜਾ ਵਿਸ਼ਵ ਯੁੱਧ ਹੈ, ਉਸਦਾ ਫਿਰ ਬਿਗਲ ਵੱਜ ਗਿਆ ਜੀ। 1945 ਤੱਕ ਉਹ ਦੇਖੋ ਜਿਹੜਾ ਉਹ ਯੁੱਧ ਚੱਲਿਆ, ਜਿਸ ਦੇ ਵਿੱਚ ਕੀ ਜੋ ਐਲਾਈਡ ਫੋਰਸਿਸ ਨੇ, ਜੋ ਇੰਗਲੈਂਡ, ਫਰਾਂਸ, ਰਸ਼ੀਆ ਜੀ, ਫਿਰ ਉਹ ਜੇਤੂ ਦੇ ਤੌਰ ਤੇ ਉੱਭਰੇ ਤੇ ਜੋ ਨਾਜ਼ੀ ਤੇ ਜੋ ਫਾਸਿਸਟ ਫੋਰਸਾਂ ਸਨ, ਜਰਮਨੀ, ਇਟਲੀ ਜੀ, ਤੇ ਬਾਅਦ ਦੇ ਵਿੱਚ ਜੋ ਇੰਪੀਰੀਅਲ ਜਾਪਾਨ ਸੀ ਜੀ, ਉਸ ਦੀ ਇਸ ਵਿਸ਼ਵ ਯੁੱਧ ਦੇ ਵਿੱਚ ਹਾਰ ਹੁੰਦੀ ਹੈ। 1941-42 ਤੱਕ ਤਾਂ ਦੇਖੋ ਜੋ ਹਿਟਲਰ ਹੈ ਜੀ ਉਹਦਾ ਕਾਫੀ ਅਪਰ ਹੈਂਡ ਰਿਹਾ ਤੇ ਉਹਨੇ ਦੇਖੋ ਜੋ ਫਰਾਂਸ ਹੈ ਉਸ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਸੀਗਾ, ਬ੍ਰਿਟਨ ਦੇ ਉੱਤੇ ਹਮਲਾ ਕੀਤਾ ਸੀਗਾ। ਪਰ ਜੋ ਯੁੱਧ ਦੇ ਵਿੱਚ ਜੋ ਅਸਲ ਟਰਨਿੰਗ ਪੁਆਇੰਟ ਉਦੋਂ ਆਇਆ ਜਦੋਂ ਉਸਨੇ ਸੋਵੀਅਤ ਰਸ਼ੀਆ ਨੂੰ ਇਨਵੇਡ ਕੀਤਾ, ਜਦੋਂ ਹਿਟਲਰ ਨੇ ਰਸ਼ੀਆ ਉੱਤੇ ਹਮਲਾ ਕਰਨ ਦੀ ਜੋ ਗਲਤੀ ਕੀਤੀ, ਜੋ ਉਸ ਨੂੰ ਬਾਅਦ ਦੇ ਵਿੱਚ ਫਿਰ ਬਹੁਤ ਭਾਰੀ ਪਈ ਜੀ। ਸੋ ਵਿਸ਼ਵ ਯੁੱਧ ਖਤਮ ਹੋਣ ਤੋਂ ਬਾਅਦ ਭੰਮ ਸਾਹਿਬ ਜੋ ਹਾਲਾਂਕਿ ਇੰਗਲੈਂਡ ਜਿੱਤ ਆ ਗਿਆ ਜੀ, ਪਰ ਉਹ ਜੰਗ ਦੇ ਵਿੱਚ ਟੁੱਟ ਚੁੱਕਾ ਸੀ ਜੀ। ਸੋ ਇੰਗਲੈਂਡ ਦਾ ਇੰਨਾ ਜ਼ੋਰ ਲੱਗ ਚੁੱਕਾ ਸੀ, ਉਹ ਅਮਰੀਕਾ ਦਾ ਉਹ ਬੁਰੀ ਤਰ੍ਹਾਂ ਨਾਲ ਕਰਜ਼ਈ ਹੋ ਚੁੱਕਾ ਸੀ ਜੀ। ਇਸ ਤਰ੍ਹਾਂ ਉਹਦੀ ਫਾਈਨੈਂਸ਼ੀਅਲ ਕੰਡੀਸ਼ਨ ਹੈ ਜੋ ਦੇਖੋ ਯੁੱਧ ਦੇ ਵਿੱਚ ਕੋਈ ਇੱਕ ਵਿਜੇਤਾ ਨਹੀਂ ਹੁੰਦਾ, ਬਿਲਕੁਲ ਬਿਲਕੁਲ, ਉਹ ਇੰਨੀ ਮਾੜੀ ਹੋ ਚੁੱਕੀ ਸੀ ਕਿ ਉਹ ਬੁਰੀ ਤਰ੍ਹਾਂ ਅਮਰੀਕਾ ਦੇ ਕਬਜ਼ੇ ਦੇ ਵਿੱਚ, ਕਰਜ਼ੇ ਦੇ ਵਿੱਚ ਥੱਲੇ ਆ ਚੁੱਕਿਆ ਸੀ ਤੇ ਉਸ ਦੇ ਲਈ ਐਡਾ ਵੱਡਾ ਜੋ ਸਾਮਰਾਜ ਆਪਣਾ ਚਲਾਉਣਾ
ਉਹ ਬਹੁਤ ਮੁਸ਼ਕਿਲ ਹੋ ਗਿਆ ਸੀ, ਕਿਉਂਕਿ ਉਸ ਤੇ ਅਮਰੀਕਨ ਪ੍ਰੈਸ਼ਰ ਬੜਾ ਸੀ ਆਪਣੀ ਕਲੋਨੀਜ਼ ਨੂੰ ਆਜ਼ਾਦ ਕਰਨ ਦਾ ਜੀ। ਕਿਉਂਕਿ ਦੇਖੋ ਭਾਰਤ ਉਦੋਂ 40 ਕਰੋੜ ਬੰਦਿਆਂ ਦਾ ਮੁਲਕ ਸੀ। ਜੋ ਅਮਰੀਕਨ ਜੋ ਇੰਡਸਟਰੀ ਸੀ, ਜੋ ਅਮਰੀਕਨ, ਉਹ ਨਵੀਆਂ ਮੰਡੀਆਂ ਦੀ ਭਾਲ ਵਿੱਚ ਸੀ, ਕਿਉਂਕਿ ਦੇਖੋ ਜੇ ਰੌਲਾ ਸੀਗਾ ਉਹ ਸਾਰਾ ਮੰਡੀਆਂ ਦਾ ਹੀ ਸੀ। ਜੀ ਜੀ ਬਿਲਕੁਲ। ਬ੍ਰਿਟੇਨ ਨੇ ਜੋ ਆਪਣੀ ਮੋਨੋਪੋਲੀ ਸਟੈਬਲਿਸ਼ ਕੀਤੀ ਹੋਈ ਸੀ ਇੰਡੀਅਨ ਮਾਰਕੀਟ ਦੇ ਉੱਤੇ, ਉਹ ਇੱਥੋਂ ਕੱਚਾ ਮਾਲ ਲਿਜਾ ਕੇ ਇੰਗਲੈਂਡ ਦੀਆਂ ਫੈਕਟਰੀਆਂ 'ਚ ਉਸ ਨੂੰ ਪ੍ਰੋਸੈਸ ਕਰਕੇ ਉਹ ਦੁਬਾਰਾ ਭਾਰਤੀ ਮੰਡੀ ਦੇ ਵਿੱਚ ਹੀ ਵੇਚ ਦਿੰਦੇ ਸੀ ਜੀ। ਤੇ ਉਹ ਦੂਸਰੀਆਂ ਪਾਵਰਸ ਦੇ ਲਈ, ਦੂਸਰੀਆਂ ਇੰਡਸਟਰੀਅਲ ਜੋ ਮੁਲਕ ਸੀ ਉਹਦੇ ਲਈ ਭਾਰਤ ਦੀ ਮੰਡੀ ਉਹਨਾਂ ਨੇ ਬੰਦ ਕਰ ਰੱਖੀ ਸੀ, ਆਪਣੀ ਮੋਨੋਪੋਲੀ ਬਣਾਈ ਹੋਈ ਸੀ। ਆਪਣੀ ਮੋਨੋਪੋਲੀ ਬਣਾਈ ਸੀ ਨੈਚੁਰਲੀ। ਉਹ ਹੋਏ ਇਸ ਕਰਕੇ ਸੀ, ਮੋਨੋਪੋਲੀ ਬਣਾਉਣ ਵਾਸਤੇ ਉਹਨਾਂ ਨੇ ਸਾਰਾ ਕੁਝ ਕੀਤਾ ਸੀ ਆਪਣੇ ਇਕਨੋਮਿਕ ਹਿੱਤਾਂ ਨੂੰ ਅੱਗੇ ਲਿਜਾਣ ਵਾਸਤੇ, ਈਸਟ ਇੰਡੀਆ ਕੰਪਨੀ ਨੇ ਜੀ। ਸੋ ਜਦ ਇੰਗਲੈਂਡ ਇੰਨਾ ਕਰਜ਼ੇ ਹੇਠਾਂ ਆ ਗਿਆ ਅਮਰੀਕਾ ਦੇ, ਤਾਂ ਜੋ ਅਮਰੀਕਨ ਪ੍ਰੈਸ਼ਰ ਸੀ ਬਹੁਤ ਜ਼ਿਆਦਾ ਉਹਨਾਂ ਨੂੰ ਆਪਣੀ ਕਲੋਨੀਜ਼ ਨੂੰ ਆਜ਼ਾਦ ਕਰਨ ਦਾ, ਕਿਉਂਕਿ ਅਮਰੀਕਾ ਉਹਨਾਂ ਮੰਡੀਆਂ ਤੱਕ ਆਪਣੀ ਪਹੁੰਚ ਚਾਹੁੰਦਾ ਸੀ ਜੀ। ਕਿਉਂਕਿ ਜਦੋਂ ਮੁਲਕ ਆਜ਼ਾਦ ਹੋਣਗੇ ਉਹਨਾਂ ਦੀ ਜੋ ਅਰਥ ਜੋ ਵਿਵਸਥਾ ਹੈ ਉਹ ਖੁੱਲੇਗੀ ਜੀ, ਤੇ ਅਮਰੀਕਨ ਕੰਪਨੀਆਂ ਨੇ ਜੋ ਉਹਨਾਂ ਨੂੰ ਉੱਥੇ ਫਿਰ ਐਕਸੈਸ ਮਿਲੇਗੀ ਤੇ ਅਮਰੀਕਾ ਦਾ ਜੋ ਇਕਨੋਮਿਕ ਹਿੱਤ ਹੈ ਉਹ ਪੂਰਾ ਹੋਵੇਗਾ। ਸੋ ਇੱਕ ਇਹ ਬੜਾ ਵੱਡਾ ਫੈਕਟਰ ਸੀ ਜਿਸ ਦਾ ਜੋ ਅਮਰੀਕਨ ਪ੍ਰੈਸ਼ਰ ਸੀ, ਜਿਸ ਦੇ ਕਰਕੇ ਉਸ ਨੂੰ ਆਪਣੀ ਕਲੋਨੀਜ਼ ਨੂੰ ਆਜ਼ਾਦ ਕਰਨਾ ਪਿਆ, ਜਿਹਦੇ ਵਿੱਚੋਂ ਭਾਰਤ ਵੀ ਇੱਕ ਸੀ। ਜੇ ਪਾਰਟੀਸ਼ਨ ਦੀ ਗੱਲ ਕਰੀਏ ਭੰਮ ਸਾਹਿਬ, ਤਾਂ ਪਾਰਟੀਸ਼ਨ ਦੇ ਪਿੱਛੇ ਵੀ ਜੋ ਇਹ ਸਾਮਰਾਜਵਾਦੀ ਤਾਕਤਾਂ ਨੇ ਇਹਨਾਂ ਦਾ ਬੜਾ ਵੱਡਾ ਹੱਥ ਸੀ ਜੀ। ਕਿਉਂਕਿ ਦੇਖੋ ਜੋ ਵਰਲਡ ਵਾਰ ਤੋਂ ਬਾਅਦ ਜੋ ਦੂਜੀ ਵਾਰ ਫਿਰ ਚੱਲਦੀ ਹੈ ਉਸ ਨੂੰ ਕੋਲਡ ਵਾਰ ਕਿਹਾ ਗਿਆ ਜੀ, ਜਿਸ ਦੇ ਵਿੱਚੋਂ ਦੋ ਤਾਕਤਾਂ ਉੱਭਰੀਆਂ ਬਿਲਕੁਲ, ਜਿਸ ਦੇ ਵਿੱਚ ਕਿ ਇੱਕ ਪਾਸੇ ਤਾਂ ਸੋਵੀਅਤ ਰਸ਼ੀਆ ਸੀ ਜੋ ਖੱਬੇ ਪੱਖੀ ਇੱਕ ਜੋ ਆਪਾਂ ਕਹੀਏ ਖੱਬੇ ਪੱਖੀ ਸੋਚ ਦਾ ਜੋ ਇੱਕ ਦੁਨੀਆ ਦੇ ਵਿੱਚ ਜੋ ਮਸ਼ਾਲ ਲੈ ਕੇ ਚੱਲ ਰਿਹਾ ਸੀ ਜੀ ਕਮਿਊਨਿਜ਼ਮ ਦੀ। ਦੂਸਰੇ ਪਾਸੇ ਜੋ USA ਸੀ ਜੋ ਫ੍ਰੀ ਮਾਰਕੀਟ ਦੀ ਜੀ ਮਸ਼ਾਲ ਲੈ ਕੇ ਚੱਲ ਰਿਹਾ ਸੀ ਦੁਨੀਆ ਦੇ ਵਿੱਚ। ਸੋ ਇਹ ਦੋ ਸੋਚਾਂ ਦਾ ਇੱਕ ਟਕਰਾਅ ਸੀ ਬਿਲਕੁਲ, ਜੋ ਸਿੱਧੇ ਰੂਪ ਦੇ ਵਿੱਚ ਤਾਂ ਕਦੇ ਉਹਨਾਂ ਦਾ ਨਹੀਂ ਟਕਰਾਅ ਹੋਇਆ, ਪਰ ਅਸਿੱਧੇ ਰੂਪ ਦੇ ਵਿੱਚ ਉਹ ਇੱਕ ਦੂਜੇ ਨਾਲ ਜੰਗਾਂ ਲੜਦੇ ਰਹੇ ਜਿਸ ਦੇ ਵਾਰ ਚੱਲਦੀ ਰਹੀ, ਉਹ ਕੋਲਡ ਵਾਰ ਚੱਲਦੀ ਰਹੀ ਸੋਵੀਅਤ ਰਸ਼ੀਆ ਦੇ ਟੁੱਟਣ ਤੱਕ ਜੀ। ਕਿਉਂਕਿ ਜੋ ਦੇਖੋ USA ਸੀ ਉਸ ਤੋਂ ਪਹਿਲਾਂ ਜੋ ਅੰਗਰੇਜ਼ ਵੀ ਜਦ ਹਿੰਦੁਸਤਾਨ ਦੇ ਵਿੱਚ ਸੀ ਤਾਂ ਉਹ ਦर्रा ਖੈਬਰ ਦੇ ਉੱਤੇ ਕਿਲਾਬੰਦੀ ਕਰਨ ਦਾ ਤੇ ਅਫਗਾਨਿਸਤਾਨ ਨੂੰ ਆਪਦੇ ਕੰਟਰੋਲ ਦੇ ਵਿੱਚ ਰੱਖਣ ਦਾ ਜੀ ਜੋ ਉਹਨਾਂ ਦਾ ਲਗਾਤਾਰ ਜੋ ਕੋਸ਼ਿਸ਼ ਸੀ ਉਹ ਚੱਲਦੀ ਰਹਿੰਦੀ ਸੀ, ਕਿਉਂਕਿ ਰਸ਼ੀਆ ਦਾ ਡਰ ਸੀ ਜੀ ਕਿ ਉੱਪਰੋਂ ਰਸ਼ੀਆ ਆ ਕੇ ਭਾਰਤ ਦੇ ਵਿੱਚ ਦਖਲਅੰਦਾਜ਼ੀ ਨਾ ਕਰੇ ਜੀ। ਸੋ ਜੋ ਇਹਨਾਂ ਦੀ ਪਾਲਿਸੀ ਸੀ ਇੱਕ ਬਫਰ ਸਟੇਟ ਪੈਦਾ ਕਰਨ ਦੀ ਜੀ, ਤਾਂ ਕਿ ਜੋ ਰਸ਼ੀਆ ਤੇ ਜੋ ਕਮਿਊਨਿਜ਼ਮ ਹੈ ਉਸ ਦਾ ਫੈਲਾਅ ਭਾਰਤ ਦੇ ਵਿੱਚ ਨਾ ਹੋਵੇ ਜੀ। ਭਾਰਤ ਤੇ ਰਸ਼ੀਆ ਦੇ ਵਿੱਚ USSR ਦੇ ਵਿੱਚ ਇੱਕ ਐਸੀ ਬਫਰ ਸਟੇਟ ਪੈਦਾ ਕੀਤੀ ਜਾਵੇ ਜੋ ਕਮਿਊਨਿਜ਼ਮ ਦੇ ਫੈਲਾਅ ਨੂੰ ਰੋਕੇ ਜੀ। ਹੁਣ ਜੇ ਕਮਿਊਨਿਜ਼ਮ ਦੇ ਫੈਲਾਅ ਨੂੰ ਰੋਕਣਾ ਹੈ ਭੰਮ ਸਾਹਿਬ, ਤਾਂ ਉਸ ਦੇ ਉਲਟ ਜੋ ਹੈ ਉਸ ਦੇ ਵਾਸਤੇ ਧਰਮ ਨੂੰ ਵਰਤਿਆ ਜਾਂਦਾ ਹੈ ਬਿਲਕੁਲ। ਸੋ ਇਹ ਜੀ ਇੱਕ ਥੀਓਕ੍ਰੈਟਿਕ ਸਟੇਟ ਜੀ, ਇਹ ਜੀ ਇੱਕ ਧਾਰਮਿਕ ਨਜ਼ਰੀਏ ਦੀ ਸੋਚ, ਇਸਲਾਮਿਕ ਧਾਰਮਿਕ ਨਜ਼ਰੀਏ ਦੀ ਸੋਚ ਜੀ ਪੈਦਾ ਕੀਤੀ ਜਾਵੇ ਜੋ ਕਮਿਊਨਿਜ਼ਮ ਦੇ ਫੈਲਾਅ ਨੂੰ ਰੋਕੇ ਜੀ। ਇਸ ਪਾਲਿਸੀ ਦੇ ਤਹਿਤ ਫਿਰ ਇੰਗਲੈਂਡ ਤੇ ਅਮਰੀਕਾ ਨੇ ਇਹ ਕਿਹਾ ਜਾਂਦਾ ਹੈ ਕਿ ਜੋ ਪਾਕਿਸਤਾਨ ਹੈ ਫਿਰ ਉਸ ਦੀ ਰਚਨਾ ਕੀਤੀ ਜੀ ਤੇ ਇੱਕ ਬਫਰ ਸਟੇਟ USSR ਤੇ ਭਾਰਤ ਦੇ ਵਿੱਚ ਪੈਦਾ ਕੀਤੀ। ਦੇਖੋ ਇਹ ਥਿਉਰੀ ਨੂੰ ਉਦੋਂ ਵੀ ਬਲ ਮਿਲਦਾ ਹੈ ਕਿਉਂਕਿ ਬਾਅਦ ਦੇ ਵਿੱਚ ਦੇਖੋ ਜੋ ਪਾਕਿਸਤਾਨ ਹੈ ਜੀ ਉਸ ਨੇ ਕਿਸ ਤਰ੍ਹਾਂ USA ਦਾ ਇਤਿਹਾਦੀ ਬਣ ਕੇ ਫਿਰ ਰਸ਼ੀਆ ਦੇ ਖਿਲਾਫ ਲੜਾਈ ਵੀ ਲੜੀ ਜੀ। ਉੱਥੇ ਜਦ ਰਸ਼ੀਆ ਨੇ ਫਿਰ ਅਫਗਾਨਿਸਤਾਨ ਨੂੰ ਇਨਵੇਡ ਕੀਤਾ, ਉੱਥੇ ਫਿਰ ਜੋ ਅਮਰੀਕਾ ਦੀ ਮਦਦ ਦੇ ਨਾਲ ਜੋ ਜਿਹਾਦੀ ਫਿਰ ਪੈਦਾ ਕੀਤੇ ਗਏ ਜਿਹੜੇ ਰਸ਼ੀਆ ਦੇ ਖਿਲਾਫ ਲੜੇ ਜੀ। ਬਾਅਦ ਦੇ ਵਿੱਚ ਉਹੀ ਫਿਰ ਜੋ ਅਮਰੀਕਾ ਦੀ ਕ੍ਰੀਏਸ਼ਨ ਸੀ ਉਹ ਇਹਨਾਂ ਦੇ ਉੱਠੀ ਪੈ ਗਈ ਨੈਚੁਰਲੀ। ਸੋ USSR ਨੂੰ ਮਤਲਬ ਡੀਸਟੇਬਲਾਈਜ਼ ਕਰਨ ਦੇ ਵਿੱਚ ਜੋ ਪਾਕਿਸਤਾਨ ਹੈ ਫਿਰ ਉਸਨੇ ਦੇਖੋ ਇੰਡੀਆ ਨੇ ਤਾਂ ਨੌਨ ਅਲਾਈਨਮੈਂਟ ਮੂਵਮੈਂਟ ਇਖਤਿਆਰ ਕਰ ਲਈ ਕਿ ਅਸੀਂ ਕਿਸੇ ਖੇਮੇ ਦਾ ਹਿੱਸਾ ਨਹੀਂ ਬਣਨਾ ਬਿਲਕੁਲ ਹਾਂਜੀ। ਪਰ ਜੋ ਪਾਕਿਸਤਾਨ ਦੇ ਹੁਕਮਰਾਨ ਸੀ ਭੰਮ ਸਾਹਿਬ, ਉਹਨਾਂ ਨੇ ਪਾਕਿਸਤਾਨ ਦੇ ਲੋਕਾਂ ਦੇ ਹਿੱਤਾਂ ਨੂੰ ਇੱਕ ਪਾਸੇ ਰੱਖਦੇ ਹੋਏ ਜੀ ਉਹ ਅਮਰੀਕਾ ਦੇ ਇਤਿਹਾਦੀ ਬਣ ਗਏ ਤੇ ਜੋ ਅਮਰੀਕਾ ਦੀ USSR ਦੇ ਨਾਲ ਜੰਗ ਸੀ ਜੀ ਉਸ ਦੇ ਵਿੱਚ ਅਸਿੱਧੇ ਤੌਰ ਤੇ ਉਹਦਾ ਇੱਕ ਹਿੱਸਾ ਬਣ ਗਏ। ਬਾਅਦ ਦੇ ਵਿੱਚ ਜੋ ਦੇਖੋ ਕਿ ਜੋ ਅਖੌਤੀ ਜੋ ਵਾਰ ਔਨ ਟੈਰਰ ਕਹੀ ਗਈ ਜੀ
ਉਸ ਦੇ ਵਿੱਚ ਵੀ ਫਿਰ ਪਾਕਿਸਤਾਨ ਨੇ ਵੱਧ ਚੜ ਕੇ ਹਿੱਸਾ ਲਿਆ ਜਨਰਲ ਮੁਸ਼ੱਰਫ ਦੇ ਰਾਜ ਦੇ ਵਿੱਚ। ਸੋ ਇਸ ਤਰ੍ਹਾਂ ਉਹਨਾਂ ਨੇ ਪਾਕਿਸਤਾਨ ਨੂੰ ਜਿਸ ਪਾਲਿਸੀ ਦੇ ਤਹਿਤ ਬਣਾਇਆ ਸੀ 47 ਦੇ ਵਿੱਚ, ਫਿਰ ਉਸ ਨੂੰ ਉਸ ਦਾ ਜੋ ਵਰਤਿਆ ਵੀ ਉਸ ਨੂੰ ਉਸ ਹਿਸਾਬ ਨਾਲ ਗਿਆ ਜਿਸ ਦੇ ਕਿ ਜੋ ਇਤਿਹਾਸਕ ਆਪਾਂ ਨੂੰ ਵੇਰਵੇ ਮਿਲ ਜਾਂਦੇ ਨੇ। ਸੋ ਜੇ ਹੋਰ ਆਪਾਂ ਗੱਲ ਕਰੀਏ ਭੰਮ ਸਾਹਿਬ ਧਿਰਾਂ ਦੀ, ਇੱਕ ਤਾਂ ਜੋ ਅੰਗਰੇਜ਼ ਧਿਰ ਸੀ ਅੰਗਰੇਜ਼ ਧਿਰ ਸੀ ਜੋ ਉਸ ਦਾ ਦੇਖੋ ਇੱਕੋ ਹੀ ਹਿੱਤ ਸੀ ਜੋ ਆਪਣੇ ਸਾਮਰਾਜੀ ਹਿੱਤਾਂ ਦੀ ਜੋ ਪ੍ਰੋਟੈਕਸ਼ਨ ਕਰਨਾ। ਉਸ ਨੇ ਜੋ ਕਮਿਊਨਲ ਸੋਚ ਹੈ ਉਸ ਨੂੰ ਵਧਾਉਣਾ, ਉਸ ਨੂੰ ਫੈਲਾਉਣਾ ਸ਼ੁਰੂ ਕੀਤਾ, ਹਿੰਦੂਆਂ ਤੇ ਮੁਸਲਮਾਨਾਂ ਨੂੰ ਪਾੜਨਾ ਸ਼ੁਰੂ ਕੀਤਾ। ਜੋ ਇਤਿਹਾਸ ਹੈ ਉਸ ਨੂੰ ਵੀ ਇੱਕ ਇਹੋ ਜਿਹੀ ਰੰਗਤ ਦੇਣੀ ਸ਼ੁਰੂ ਕਰ ਦਿੱਤੀ, ਉਸ ਨੂੰ ਵੀ ਇੱਕ ਇਹੋ ਜਿਹੀ ਇੰਟਰਪ੍ਰੀਟੇਸ਼ਨ ਦਿੱਤੀ ਕਿ ਉਸ ਨੂੰ ਕਮਿਊਨਲ ਕੀਤਾ ਕਿ ਜੋ ਪ੍ਰਾਚੀਨ ਭਾਰਤ ਦਾ ਇਤਿਹਾਸ ਹੈ ਉਹ ਹਿੰਦੂ ਇਤਿਹਾਸ ਹੈ, ਜੋ ਮੱਧਕਾਲ ਦਾ ਇਤਿਹਾਸ ਹੈ ਉਹ ਮੁਸਲਮਾਨ ਇਤਿਹਾਸ ਹੈ। ਸੋ ਇਸ ਤਰ੍ਹਾਂ ਲੋਕਾਂ ਨੂੰ ਵੰਡੀਆਂ ਪਾਉਣੀਆਂ ਸ਼ੁਰੂ ਕੀਤੀਆਂ, ਭਾਸ਼ਾ ਨੂੰ ਵੀ ਵੰਡ ਦਿੱਤਾ ਕਿ ਜੋ ਉਰਦੂ ਹੈ ਇਹ ਮੁਸਲਮਾਨਾਂ ਦੀ ਭਾਸ਼ਾ ਹੈ, ਜਦ ਕਿ ਦੇਖੋ ਉਰਦੂ ਨੂੰ ਸਾਰਾ ਹਿੰਦੁਸਤਾਨ ਅਪਣਾਉਂਦਾ ਸੀ। ਬਿਲਕੁਲ ਉਰਦੂ ਹੀ ਹਿੰਦੁਸਤਾਨ ਦੀ ਸਾਰੇ ਦੀ ਭਾਸ਼ਾ ਸੀ, ਉਰਦੂ ਹੀ ਸ਼ਾਇਰੀ ਦੀ ਭਾਸ਼ਾ ਸੀ, ਸਭ ਕਾਸੇ ਦੀ ਸੀ। ਪਰ ਉਸਨੇ ਇਹਦੇ ਵਿੱਚ ਵੀ ਵੰਡੀ ਪਾਈ ਕਿ ਜੇ ਹਿੰਦੀ ਹੈ ਉਹ ਹਿੰਦੂਆਂ ਦੀ ਹੈ ਤੇ ਜੋ ਉਰਦੂ ਹੈ ਉਹ ਮੁਸਲਮਾਨਾਂ ਦੀ ਭਾਸ਼ਾ ਹੈ। ਸੋ ਇਸ ਤਰ੍ਹਾਂ ਹਰੇਕ ਪੱਖ ਦੇ ਉੱਤੇ ਲੋਕਾਂ ਨੂੰ ਪਾੜਨਾ ਸ਼ੁਰੂ ਕੀਤਾ, ਲੋਕਾਂ ਦੇ ਵਿੱਚ ਵੰਡੀਆਂ ਪਾਉਣੀਆਂ ਸ਼ੁਰੂ ਕੀਤੀਆਂ। ਉਸ ਦੇ ਵਿੱਚ ਜੋ ਮੁਸਲਮਾਨ ਧਿਰ ਸੀ ਭੰਮ ਸਾਹਿਬ ਉਸ ਦੇ ਵਿੱਚ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਸਰ ਸੈਯਦ ਅਹਿਮਦ ਖਾਨ ਜੋ ਉਹਨਾਂ ਨੇ ਫਿਰ ਇਸ ਦੇ ਜੋ ਲੰਬਰਦਾਰ ਉਸ ਤੋਂ ਬਣੇ। ਉਸ ਤੋਂ ਦੇਖੋ ਅੱਗੇ ਚੱਲ ਕੇ ਕਈ ਤਰ੍ਹਾਂ ਦੀਆਂ ਜੋ ਧਾਰਮਿਕ ਤਹਿਰੀਕਾਂ ਚੱਲੀਆਂ, ਜਿਸ ਤਰ੍ਹਾਂ ਵਹਾਬੀ ਲਹਿਰ ਚੱਲੀ ਤੇ ਫਿਰ ਉਸ ਦੇ ਨਾਲ ਜੋ ਜਿਹੜਾ ਕਮਿਊਨਲ ਫੀਲਿੰਗ ਹੈ ਉਹ ਵੱਧਦੀ ਗਈ। ਬਾਅਦ ਦੇ ਵਿੱਚ ਦੇਖੋ ਮੁਸਲਿਮ ਲੀਗ ਜੋ 1906 ਦੇ ਵਿੱਚ ਬਣੀ, ਉਸ ਨੇ ਫਿਰ ਇਸ ਨੂੰ ਜੋ ਦੇਸ਼ ਦੀ ਵੰਡ ਹੈ ਜਾਂ ਜੋ ਕਮਿਊਨਲ ਕੁਐਸਚਨ ਹੈ ਇਸ ਨੂੰ ਅੱਗੇ ਲੈ ਕੇ ਜਾਣ ਦਾ ਕੰਮ ਕੀਤਾ। ਤੇ ਦੂਸਰੇ ਪਾਸੇ ਦੇਖੋ ਜੋ ਹਿੰਦੂ ਧਿਰ ਹੈ ਉਹਦੇ ਵਿੱਚ ਵੀ ਕਈ ਜੋ ਧਾਰਮਿਕ ਲਹਿਰਾਂ ਚੱਲੀਆਂ, ਉਹਨਾਂ ਨੇ ਜੋ ਲੋਕਾਂ ਦੇ ਵਿੱਚ ਜੋ ਕਮਿਊਨਲ ਫੀਲਿੰਗ ਹੈ ਉਸ ਨੂੰ ਵਧਾਉਣਾ ਸ਼ੁਰੂ ਕੀਤਾ। ਜਿਸ ਤਰ੍ਹਾਂ ਕਿ ਦੇਖੋ ਜੋ ਆਰਿਆ ਸਮਾਜ ਸੀ, ਆਰਿਆ ਸਮਾਜ ਹਾਲਾਂਕਿ ਇੱਕ ਸਮਾਜ ਸੁਧਾਰ ਲਹਿਰ ਸੀ, ਪਰ ਉਹਨਾਂ ਦੇ ਕਈ ਪ੍ਰੋਗਰਾਮ ਇਹੋ ਜਿਹੇ ਸੀ ਜਿਸ ਤਰ੍ਹਾਂ ਸ਼ੁੱਧੀ, ਜਿਸ ਦੇ ਵਿੱਚ ਕਿ ਜੋ ਨਾਨ ਹਿੰਦੂ ਹੈ ਉਹਨਾਂ ਨੂੰ ਪਹਿਲੀ ਵਾਰ ਕਨਵਰਟ ਕਰਨ ਦੀ ਜੋ ਇੱਕ ਪ੍ਰਾਵਧਾਨ ਰੱਖਿਆ ਗਿਆ ਹਿੰਦੂਇਜ਼ਮ ਦੇ ਵਿੱਚ, ਉਹ ਉਸ ਨੇ ਜਿਸ ਤਰ੍ਹਾਂ ਗਊ ਰੱਖਿਆ ਹੈ। ਸੋ ਇਸ ਤਰ੍ਹਾਂ ਦੇ ਕਈ ਪ੍ਰੋਗਰਾਮ ਉਹਨਾਂ ਨੇ ਚਲਾਏ ਜਿਸ ਦੇ ਨਾਲ ਕਿ ਫਿਰ ਉਹ ਜੋ ਇੱਕ ਹਿੰਦੂ ਮਾਸਸ ਦੇ ਵਿੱਚ ਵੀ ਜੋ ਕਮਿਊਨਲ ਫੀਲਿੰਗ ਆਉਣੀ ਸ਼ੁਰੂ ਹੋਈ। ਲਵਲੀਨ ਸਿੰਘ ਗਿੱਲ ਜੀ ਸਾਡੇ ਨਾਲ ਮੌਜੂਦ ਨੇ ਔਰ ਇਹ ਦੱਸ ਰਹੇ ਸੀ ਕਿ ਭਾਰਤ ਦੀ ਵੰਡ ਲਈ ਕਿਹੜੀਆਂ ਧਿਰਾਂ ਜ਼ਿੰਮੇਵਾਰ ਨੇ। ਗਿੱਲ ਸਾਹਿਬ ਤੁਸੀਂ ਆਪਣੀ ਗੱਲ ਨੂੰ ਜਾਰੀ ਰੱਖਿਓ ਪਲੀਜ਼। ਜੀ ਭੰਮ ਸਾਹਿਬ, ਜਿਸ ਤਰ੍ਹਾਂ ਅਸੀਂ ਗੱਲ ਕੀਤੀ ਕਿ ਜੋ ਚਾਹੇ ਉਹ ਰਾਈਟ ਵਿੰਗ ਹਿੰਦੂ ਜਥੇਬੰਦੀਆਂ ਸੀ, ਚਾਹੇ ਉਹ ਰਾਈਟ ਵਿੰਗ ਮੁਸਲਮਾਨ ਜਥੇਬੰਦੀਆਂ ਸੀ, ਚਾਹੇ ਉਹ ਹਿੰਦੂ ਮਹਾਸਭਾ ਸੀ, ਚਾਹੇ ਉਹ ਮੁਸਲਿਮ ਲੀਗ ਸੀ, ਦੋਨੇ ਉਹ ਜੋ ਅੰਗਰੇਜ਼ ਦਾ ਜੋ ਡਿਵਾਈਡ ਐਂਡ ਰੂਲ ਦਾ ਏਜੰਡਾ ਸੀ ਉਹਨੂੰ ਲਾਗੂ ਉਸ ਦੇ ਵਿੱਚ ਉਹ ਮੋਹਰੇ ਬਣ ਕੇ ਚੱਲ ਰਹੀਆਂ ਸੀ। ਬਿਲਕੁਲ ਉਹ ਇੱਕ ਜਥੇਬੰਦੀ ਤਾਂ ਹਿੰਦੂਆਂ ਦੇ ਵਿੱਚ ਭੜਕਾਹਟ ਪੈਦਾ ਕਰ ਰਹੀ ਸੀ, ਦੂਸਰੀ ਮੁਸਲਮਾਨਾਂ ਦੇ ਵਿੱਚ, ਤੇ ਇੱਕ ਅੰਗਰੇਜ਼ ਜੋ ਐਡਮਿਨਿਸਟ੍ਰੇਸ਼ਨ ਸੀ ਉਹ ਉਸ ਡਿਵਾਈਡ ਨੂੰ ਮਤਲਬ ਆਪਣੇ ਹਿੱਤਾਂ ਲਈ ਇਸਤੇਮਾਲ ਕਰ ਰਹੀ ਸੀ। ਬਿਲਕੁਲ ਇੱਕ ਪਾਸੇ ਦੇਖੋ ਕਾਂਗਰਸ ਪਾਰਟੀ ਸੀ ਜੋ ਕਿ ਮਹਾਤਮਾ ਗਾਂਧੀ, ਚਾਹੇ ਉਹ ਤਿਲਕ ਹੋਣ, ਚਾਹੇ ਉਹ ਗੋਪਾਲ ਕ੍ਰਿਸ਼ਨ ਗੋਖਲੇ ਹੋਣ, ਚਾਹੇ ਉਹ ਬਾਅਦ ਦੇ ਵਿੱਚ ਜੋ ਯੰਗ ਲੀਡਰ ਜਵਾਹਰ ਲਾਲ ਨਹਿਰੂ, ਚਾਹੇ ਉਹ ਸੁਭਾਸ਼ ਚੰਦਰ ਬੋਸ, ਤੇ ਉਹਨਾਂ ਦੀ ਅਜਿਹੀ ਲੀਡਰਸ਼ਿਪ ਦੇ ਵਿੱਚ ਇੱਕ ਦੇਸ਼ ਦੀਆਂ ਇੱਕ ਮੰਗਾਂ ਨੂੰ ਅੱਗੇ ਲੈ ਕੇ ਚੱਲ ਰਹੀ ਸੀ। ਸੋ ਦੇਖੋ ਇਹਨਾਂ ਨੇ ਜੋ ਹਕੂਮਤ ਹੈ ਉਸਨੇ ਸਟੈਪ ਬਾਏ ਸਟੈਪ ਫਿਰ ਜੋ ਲੋਕਾਂ ਦੇ ਵਿੱਚ ਪਾੜਾ ਪਾਉਣ ਤੇ ਜੋ ਟੂ ਨੇਸ਼ਨ ਥਿਓਰੀ ਹੈ ਉਸ ਨੂੰ ਅੱਗੇ ਹੌਲੀ ਹੌਲੀ ਸਟੈਪ ਬਾਏ ਸਟੈਪ ਜੋ ਲਿਜਾਣਾ ਹੈ ਉਹ ਸ਼ੁਰੂ ਕੀਤਾ। ਜਿਸ ਤਰ੍ਹਾਂ ਅਸੀਂ ਹਿੰਦੂ ਮੁਸਲਮਾਨ ਤੇ ਜੋ ਬ੍ਰਿਟਿਸ਼ ਧਿਰ ਹੈ ਉਸ ਦੀ ਗੱਲ ਕੀਤੀ। ਸੋ ਜੋ ਕਮਿਊਨਲ ਇਲੈਕਟੋਰੇਟਸ ਹੈ ਭੰਮ ਸਾਹਿਬ, ਉਸ ਨੇ ਬੜਾ ਰੋਲ ਇਸ ਦੇ ਵਿੱਚ ਅਦਾ ਕੀਤਾ। ਉਸ ਤੋਂ ਪਹਿਲਾਂ 1905 ਦੇ ਵਿੱਚ
ਲਾਰਡ ਕਰਜ਼ਨ ਨੇ ਬੰਗਾਲ ਦਾ ਧਰਮ ਦੇ ਆਧਾਰ ਦੇ ਉੱਤੇ ਵਿਭਾਜਨ ਕੀਤਾ ਜਿਸ ਨੂੰ ਬੰਗਾਲ ਦੇ ਲੋਕਾਂ ਨੇ ਬੰਗ ਭੰਗ ਕਿਹਾ ਉਹ ਇੱਕ ਐਕਸਪੈਰੀਮੈਂਟ ਸੀ ਕਿ ਜੋ ਈਸਟ ਬੰਗਾਲ ਹੈ ਉਸ ਦੇ ਵਿੱਚ ਤਾਂ ਜੋ ਮੁਸਲਮਾਨ ਹੈ ਉਹ ਬਹੁ ਗਿਣਤੀ ਦੇ ਵਿੱਚ ਸੀ ਜੋ ਅੱਜ ਬੰਗਲਾਦੇਸ਼ ਦੇ ਇਲਾਕੇ ਤੇ ਜੋ ਵੈਸਟ ਬੰਗਾਲ ਹੈ ਉਸ ਦੇ ਵਿੱਚ ਜੋ ਹਿੰਦੂ ਹੈ ਉਹ ਮੈਜੋਰਟੀ ਦੇ ਵਿੱਚ ਸੀ ਸੋ ਲਾਰਡ ਕਰਜ਼ਨ ਨੇ ਇਸ ਚੀਜ਼ ਦਾ ਫਾਇਦਾ ਉਠਾਉਣ ਵਾਸਤੇ ਤੇ ਲੋਕਾਂ ਦੇ ਵਿੱਚ ਪਾੜਾ ਪੈਦਾ ਕਰਨ ਵਾਸਤੇ ਬੰਗਾਲ ਨੂੰ ਡਿਵਾਈਡ ਕੀਤਾ ਸਭ ਤੋਂ ਪਹਿਲਾਂ ਦੋ ਹਿੱਸਿਆਂ ਦੇ ਵਿੱਚ ਵੰਡਿਆ ਧਰਮ ਦੇ ਆਧਾਰ ਤੇ ਜੋ ਪਹਿਲੀ ਵਾਰ ਜੋ ਧਰਮ ਦੇ ਆਧਾਰ ਤੇ ਜੋ ਵੰਡ ਸੀ ਭਾਰਤ ਦੇ ਵਿੱਚ ਉਦੋਂ ਹੋਈ ਪਰ ਬੰਗਾਲ ਦੇ ਸੁਚੇਤ ਲੋਕਾਂ ਨੇ ਬੰਗਾਲ ਦੇ ਜਾਗਰੂਕ ਲੋਕਾਂ ਨੇ ਉਸ ਦਾ ਪੁਰਜ਼ੋਰ ਵਿਰੋਧ ਕੀਤਾ ਸਿਰ ਤੋੜ ਉਸ ਦਾ ਵਿਰੋਧ ਕੀਤਾ ਜਿਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਉਹ ਫੈਸਲਾ ਅੰਗਰੇਜ਼ਾਂ ਨੂੰ ਉਹ ਰੱਦ ਕਰਨਾ ਪਿਆ ਪਰ ਉਹ ਪਹਿਲੀ ਵਾਰ ਸੀ ਕਿ ਜੋ ਧਰਮ ਦੇ ਆਧਾਰ ਤੇ ਜੋ ਵੰਡ ਕੀਤੀ ਗਈ ਉਸ ਤੋਂ ਬਾਅਦ ਦੇ ਵਿੱਚ ਦੇਖੋ ਭਾਮ ਸਾਹਿਬ ਫਿਰ ਇੱਕ ਸਥਾਈ ਤੌਰ ਦੇ ਉੱਤੇ ਹਿੰਦੂਆਂ ਤੇ ਮੁਸਲਮਾਨਾਂ ਨੂੰ ਅੱਡ ਕਰਨ ਦੇ ਵਾਸਤੇ ਇੱਕ ਜੋ ਪ੍ਰਿੰਸੀਪਲ ਹੈ ਉਸ ਨੂੰ ਬ੍ਰਿਟਿਸ਼ ਹਕੂਮਤ ਲੈ ਕੇ ਆਈ ਜਿਸ ਦੀ ਮੰਗ ਉਹਨਾਂ ਨੇ ਜੋ ਆਪਣੇ ਇਤਿਹਾਦੀ ਜੋ ਮੁਸਲਮਾਨ ਲੀਡਰ ਸਨ ਉਹਨਾਂ ਨੂੰ ਮੂਹਰੇ ਰੱਖ ਕੇ ਉਸ ਦੀ ਮੰਗ ਜੋ ਲਿਆਂਦੀ ਤੇ ਬਾਅਦ ਦੇ ਵਿੱਚ ਉਸ ਨੂੰ ਫਿਰ ਮਨਜ਼ੂਰੀ ਵੀ ਦਿੱਤੀ ਉਹ ਸੀ ਸ਼ਿਮਲਾ ਡੈਪੂਟੇਸ਼ਨ 1 ਅਕਤੂਬਰ 1906 ਜਦੋਂ ਕਿ ਜੋ ਪ੍ਰਿੰਸੀਪਲ ਆਫ ਕਮਿਊਨਲ ਇਲੈਕਟੋਰੇਟਸ ਹੈ ਉਸ ਨੂੰ ਪ੍ਰਵਾਨਗੀ ਦਿੱਤੀ ਗਈ ਜਿਸ ਦਾ ਕਿ ਮਤਲਬ ਇਹ ਸੀ ਕਿ ਜੋ ਇਲੈਕਸ਼ਨਸ ਹੋਇਆ ਕਰਨਗੀਆਂ ਅੱਗੇ ਜੋ ਇੱਕ ਰਿਫਾਰਮ ਦਾ ਏਜੰਡਾ ਚੱਲ ਰਿਹਾ ਸੀ ਇੱਕ ਕਨਸਟੀਟਿਊਸ਼ਨਲ ਰਿਫਾਰਮਸ ਚੱਲ ਰਹੇ ਸੀ ਉਹਨਾਂ ਦੇ ਵਿੱਚ ਜੋ ਇਲੈਕਸ਼ਨ ਹੋਇਆ ਕਰੇਗੀ ਉਸ ਦੇ ਵਿੱਚ ਕੁਝ ਹਲਕੇ ਅਜਿਹੇ ਰੱਖਿਆ ਜਾਣਗੇ ਜਿੱਥੇ ਸਿਰਫ ਮੁਸਲਮਾਨ ਕੈਂਡੀਡੇਟ ਹੋਵੇਗਾ ਤੇ ਮੁਸਲਮਾਨਾਂ ਨੂੰ ਹੀ ਵੋਟ ਪਾਉਣ ਦਾ ਅਧਿਕਾਰ ਹੋਵੇਗਾ ਸੋ ਇਸ ਤਰ੍ਹਾਂ ਮਤਲਬ ਸਮਾਜ ਨੂੰ ਵੰਡ ਦਿੱਤਾ ਜਾਵੇਗਾ ਹਿੱਸਿਆਂ ਦੇ ਵਿੱਚ ਸੋ ਇਸ ਦਾ ਜੋ ਵਿਰੋਧ ਹੈ ਕਮਿਊਨਲ ਇਲੈਕਟੋਰੇਟਸ ਦਾ ਉਹ ਕਾਂਗਰਸ ਪਾਰਟੀ ਕਰਦੀ ਰਹੀ ਪਰ ਬਾਅਦ ਦੇ ਵਿੱਚ ਚੱਲ ਕੇ ਦੇਖੋ ਜੋ ਮੋਰਲੇ ਮਿੰਟੋ ਰਿਫਾਰਮਸ ਹੈ ਉਸ ਦੇ ਵਿੱਚ ਇਸ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਤੇ ਫਿਰ ਜੋ ਕਮਿਊਨਲ ਅਵਾਰਡ ਹੈ 1932 ਦੇ ਵਿੱਚ ਉਸ ਨੂੰ ਫਾਰਮਲੀ ਜੋ ਲਾਗੂ ਕਰ ਦਿੱਤਾ ਗਿਆ ਸੋ ਇਸ ਤਰ੍ਹਾਂ ਜੋ ਸਮਾਜ ਹੈ ਉਸ ਦੇ ਵਿੱਚ ਜੋ ਵੰਡੀਆਂ ਪਾਉਣ ਦੀ ਜੋ ਇੱਕ ਉਹਨਾਂ ਦੀ ਚੱਲ ਰਹੀ ਸੀ ਸਕੀਮ ਉਸ ਨੂੰ ਉਹਨਾਂ ਨੇ ਹੌਲੀ ਹੌਲੀ ਨੇਪਰੇ ਚਾੜਨਾ ਸ਼ੁਰੂ ਕੀਤਾ ਸੋ ਇਸ ਦੇ ਵਿੱਚ ਭਾਮ ਸਾਹਿਬ ਜੋ ਮੁਸਲਿਮ ਲੀਗ ਹੈ ਉਸ ਨੇ ਵੀ ਬੜਾ ਵੱਡਾ ਰੋਲ ਅਦਾ ਕੀਤਾ ਜਿਸ ਦੇ ਵਿੱਚ ਕੀ ਦੇਖੋ 30 ਦਸੰਬਰ 1906 ਨੂੰ ਜੋ ਮੁਸਲਿਮ ਲੀਗ ਉਹ ਬਣਾਈ ਗਈ ਜਿਸ ਦਾ ਕੀ ਏਜੰਡਾ ਸੀ ਦੇਖੋ ਮੁਸਲਿਮ ਲੀਗ ਦਾ ਆਲ ਇੰਡੀਆ ਜੋ ਮੁਸਲਿਮ ਲੀਗ ਜਿਸ ਨੂੰ 30 ਦਸੰਬਰ 1906 ਨੂੰ ਬਣਾਇਆ ਗਿਆ ਉਸ ਦਾ ਏਜੰਡਾ ਸੀ ਟੂ ਪ੍ਰਮੋਟ ਅਮੰਗ ਇੰਡੀਅਨ ਮੁਸਲਿਮਸ ਫੀਲਿੰਗ ਆਫ ਲਾਇਲਟੀ ਟੁਵਰਡਸ ਬ੍ਰਿਟਿਸ਼ ਗਵਰਨਮੈਂਟ ਕਿ ਜੋ ਇੰਡੀਅਨ ਮੁਸਲਮਾਨ ਹੈ ਉਸ ਨੂੰ ਜੋ ਬ੍ਰਿਟਿਸ਼ ਗਵਰਨਮੈਂਟ ਹੈ ਉਸ ਦਾ ਵਫਾਦਾਰ ਬਣਾਏ ਰੱਖਣਾ ਤੇ ਦੂਸਰੀ ਗੱਲ ਹੈ ਜੋ ਇੰਡੀਅਨ ਮੁਸਲਿਮ ਹੈ ਉਸ ਦੀਆਂ ਜੋ ਐਸਪੀਰੇਸ਼ਨਸ ਹੈ ਤੇ ਜੋ ਉਹਦਾ ਹਿੱਤ ਹੈ ਉਸ ਨੂੰ ਅੱਗੇ ਰੱਖਣਾ ਜਿਸ ਦੇ ਵਿੱਚੋਂ ਦੇਖੋ ਕਿ ਮੁਸਲਿਮ ਲੀਗ ਦੇ ਪਹਿਲੇ ਜੋ ਲੀਡਰ ਸਨ ਭਾਮ ਸਾਹਿਬ ਉਹ ਸਾਰੇ ਜਿਸ ਤਰ੍ਹਾਂ ਵੱਡੇ ਜਗੀਰਦਾਰ ਵੱਡੇ ਨਵਾਬ ਉਹ ਇਸ ਤਰ੍ਹਾਂ ਦਾ ਜੋ ਫਿਊਡਲ ਇੱਕ ਐਲੀਮੈਂਟ ਸੀ ਕਿ ਜਗੀਰੂ ਐਲੀਮੈਂਟ ਸੀ ਉਹ ਹੀ ਮੁਸਲਿਮ ਲੀਗ ਦਾ ਜੋ ਪਹਿਲਾ ਹੈ ਉਹ ਲੀਡਰਸ਼ਿਪ ਦੇ ਵਿੱਚ ਆਇਆ ਕਿਉਂਕਿ ਜੋ ਉਹ ਜਗੀਰੂ ਐਲੀਮੈਂਟ ਸੀ ਉਹ ਇਸ ਚੀਜ਼ ਤੋਂ ਉਹ ਖੌਫਜ਼ਦਾ ਸੀ ਕਿ ਜੇ ਅੰਗਰੇਜ਼ ਭਾਰਤ ਦੇ ਵਿੱਚੋਂ ਹਟ ਜਾਂਦਾ ਹੈ ਤਾਂ ਜੋ ਹਿੰਦੂ ਕਮਿਊਨਿਟੀ ਹੈ ਜੋ ਕਿ ਇੱਕ ਇੰਡਸਟਰੀਅਲ ਤੌਰ ਤੇ ਜੋ ਤਰੱਕੀ ਕਰ ਚੁੱਕੀ ਹੈ ਤਾਂ ਸ਼ਾਇਦ ਜੋ ਉਹਨਾਂ ਦੇ ਆਪਦੇ ਜੋ ਜਗੀਰੂ ਹਿੱਤ ਨੇ ਉਹ ਆਜ਼ਾਦ ਭਾਰਤ ਦੇ ਵਿੱਚ ਨਾ ਬਚਾ ਸਕਣ ਸੋ ਜੋ ਇਸ ਤਰ੍ਹਾਂ ਦਾ ਜਗੀਰੂ ਐਲੀਮੈਂਟ ਸੀ ਭਾਮ ਸਾਹਿਬ ਉਹਨਾਂ ਦਾ ਲੋਕਾਂ ਦੇ ਨਾਲ ਆਮ ਮੁਸਲਮਾਨ ਦੇ ਨਾਲ ਜਾਂ ਇਸਲਾਮ ਦੇ ਨਾਲ ਕੋਈ ਉਹਨਾਂ ਦਾ ਵਾਹ ਵਾਸਤਾ ਨਹੀਂ ਸੀ ਨਾ ਤਾਂ ਉਹ ਮਤਲਬ ਇੱਕ ਇਸਲਾਮਿਕ ਸਮਾਜ ਬਣਾਉਣਾ ਚਾਹੁੰਦੇ ਸੀ ਕਿਉਂਕਿ ਦੇਖੋ ਇਸਲਾਮ ਤਾਂ ਬਰਾਬਰੀ ਦੀ ਗੱਲ ਕਰਦਾ ਹੈ ਇਸਲਾਮ ਤਾਂ ਗਰੀਬਾਂ ਮਜ਼ਲੂਮਾਂ ਦੀ ਗੱਲ ਕਰਦਾ ਹੈ ਪਰ ਜੋ ਇਸ ਤਰ੍ਹਾਂ ਦਾ ਜੋ ਇੱਕ ਜਗੀਰੂ ਐਲੀਮੈਂਟ ਹੈ ਉਹ ਉਸ ਦੀ ਸੋਚ ਹੈ ਜੋ ਇਸਲਾਮਿਕ ਸੋਚ ਨਹੀਂ ਉਹ ਜਗੀਰੂ ਸੋਚ ਹੈ
ਸੋ ਉਸ ਨੇ ਜੋ ਮੁਸਲਿਮ ਲੀਗ ਹੈ ਜੋ ਉਹਨੂੰ ਜਿਹੜੋ ਪਹਿਲੀ ਲੀਡਰਸ਼ਿਪ ਹੈ ਜੋ ਇਸ ਤਰ੍ਹਾਂ ਦੇ ਜਗੀਰੂ ਐਲੀਮੈਂਟ ਤੋਂ ਮਿਲੀ ਤੇ ਜੋ ਆਪਣੇ ਹਿੱਤਾਂ ਨੂੰ ਬਚਾਉਣਾ ਚਾਹੁੰਦਾ ਸੀ ਧਰਮ ਦੀ ਆੜ ਦੇ ਵਿੱਚ, ਜਿਨ੍ਹਾਂ ਨੇ ਇਸਲਾਮ ਨੂੰ ਇੱਕ ਜ਼ਰੀਏ ਦੇ ਤੌਰ ਤੇ ਵਰਤਿਆ। ਸੋ ਦੇਖੋ ਭੰਮ ਸਾਹਿਬ, ਸੋ ਫਿਰ ਇਸ ਦੇ ਬਣਨ ਤੋਂ ਬਾਅਦ, ਮੁਸਲਿਮ ਲੀਗ ਦੇ ਬਣਨ ਤੋਂ ਬਾਅਦ ਜੋ ਮੁਸਲਿਮ ਲੀਗ ਹੈ ਉਸ ਨੂੰ ਫਿਰ ਜੋ ਅੰਗਰੇਜ਼ ਹੈ ਉਸ ਦਾ ਪੂਰਾ ਥਾਪੜਾ ਮਿਲਿਆ ਜੀ। ਇਸੇ ਤਰ੍ਹਾਂ ਹਿੰਦੂ ਮਹਾਸਭਾ ਨੂੰ ਵੀ ਜੋ ਅੰਗਰੇਜ਼ ਹੈ ਉਸ ਦਾ ਪੂਰਾ ਥਾਪੜਾ ਮਿਲਿਆ। ਉਸ ਦੀ ਵੀ ਜੋ ਲੀਡਰਸ਼ਿਪ ਹੈ ਉਹ ਮਤਲਬ ਅੰਗਰੇਜ਼ ਦੀ ਵਫਾਦਾਰ ਸੀ, ਅੰਗਰੇਜ਼ਾਂ ਦੀ ਵਫਾਦਾਰੀ ਦੀਆਂ ਸੌਹਾਂ ਖਾਂਦੀ ਸੀ ਤੇ ਕਾਂਗਰਸ ਦਾ ਹਰ ਪੈਰ ਦੇ ਉੱਤੇ ਉਹ ਬਾਅਦ ਦੇ ਵਿੱਚ ਵਿਰੋਧ ਕਰਦੀ ਰਹੀ ਤੇ ਜੋ ਦੇਸ਼ ਭਗਤੀ ਦੇ ਕੰਮ ਨੇ ਉਹਨਾਂ ਦੇ ਵਿੱਚ ਹਿੱਸਾ ਨਾ ਲੈਂਦੀ ਰਹੀ ਜੀ। ਜੋ ਫਿਰ 1934 ਆਉਂਦਿਆਂ ਭੰਮ ਸਾਹਿਬ ਜੋ ਮੁਹੰਮਦ ਅਲੀ ਜਿਨਾਹ ਨੇ ਜੀ, ਉਹ ਜਿਨ੍ਹਾਂ ਨੂੰ ਕਾਇਦੇ ਆਜ਼ਮ ਦਾ ਜੋ ਲਕਬਾ ਉਹ ਮਹਾਤਮਾ ਗਾਂਧੀ ਨੇ ਦਿੱਤਾ ਜੀ। ਸੋ ਉਹਨਾਂ ਨੂੰ ਵੀ ਸਟੱਡੀ ਕਰਨਾ ਦੇਖੋ ਬਹੁਤ ਜ਼ਰੂਰੀ ਹੈ, ਕਿਉਂਕਿ ਪਹਿਲਾਂ ਉਹ ਵੀ ਕਾਂਗਰਸ ਦਾ ਇੱਕ ਹਿੱਸਾ ਸੀ। ਬਿਲਕੁਲ। ਉਹ ਐਜ਼ ਅ ਸੈਕਟਰੀ ਉਹ ਆਪਣੇ ਬਾਲ ਗੰਗਾਧਰ ਤਿਲਕ ਦੇ ਨਾਲ ਵੀ ਜੁੜੇ ਰਹੇ ਹੈ ਜੀ, ਕਿਉਂਕਿ ਜੋ ਮੁਹੰਮਦ ਅਲੀ ਜਿਨਾਹ ਨੇ ਉਹਨਾਂ ਦਾ ਤਾਲੁਕ ਬੰਬੇ ਤੋਂ ਸੀ ਜੀ, ਤੇ ਜੋ ਬੰਬੇ ਪ੍ਰੈਸੀਡੈਂਸੀ ਹੈ ਉਸ ਦੇ ਜੋ ਅਨਡਿਸਪਿਊਟਡ ਲੀਡਰ ਹੈ ਮਹਾਰਾਸ਼ਟਰ ਦੇ ਉਹ ਬਾਲ ਗੰਗਾਧਰ ਤਿਲਕ ਸੀ ਜੀ। ਸੋ ਤਿਲਕ ਦੇ ਨਾਲ ਉਹਨਾਂ ਦਾ ਬੜਾ ਲੰਬਾ ਸਮਾਂ ਐਸੋਸੀਏਸ਼ਨ ਮੁਹੰਮਦ ਅਲੀ ਜਿਨਾਹ ਦਾ ਰਿਹਾ ਤੇ ਉਹਨਾਂ ਨੇ ਕਾਂਗਰਸ ਦੇ ਵਿੱਚ ਕੰਮ ਕੀਤਾ, ਪਰ ਬਾਅਦ ਦੇ ਵਿੱਚ ਉਹਨਾਂ ਦੀ ਸੋਚ ਦੇ ਵਿੱਚ ਤਬਦੀਲੀ ਆਈ ਤੇ ਉਹ ਫਿਰ ਉਹ ਕਮਿਊਨਲ ਸੋਚ ਹੈ ਜੋ ਫਿਰਕਾ ਪ੍ਰਸਤੀ ਦੀ ਸੋਚ ਹੈ ਜੋ ਅੰਗਰੇਜ਼ ਚਾਹੁੰਦਾ ਸੀ, ਉਹ ਮੁਹੰਮਦ ਅਲੀ ਜਿਨਾਹ ਤੇ ਫਿਰ ਭਾਰੂ ਹੋ ਗਈ ਤੇ 1934 ਆਉਂਦਿਆਂ ਉਹ ਜੋ ਮੁਸਲਿਮ ਲੀਗ ਹੈ ਉਸ ਦੇ ਫਿਰ ਜੋ ਅਨਡਿਸਪਿਊਟਡ ਲੀਡਰ ਜੀ ਮੁਹੰਮਦ ਅਲੀ ਜਿਨਾਹ ਬਣ ਗਏ। ਸੋ ਇਸ ਤਰ੍ਹਾਂ ਭੰਮ ਸਾਹਿਬ ਜੋ ਵੱਖੋ ਵੱਖਰੀਆਂ ਪਾਰਟੀਆਂ ਸੀ ਉਹਨਾਂ ਨੇ, ਚਾਹੇ ਅੰਗਰੇਜ਼ ਸੀ, ਚਾਹੇ ਮੁਸਲਿਮ ਲੀਗ ਸੀ ਜੀ, ਚਾਹੇ ਉਹ ਹਿੰਦੂ ਮਹਾਸਭਾ ਸੀ ਜੀ, ਤੇ ਚਾਹੇ ਉਹ ਕਾਂਗਰਸ ਪਾਰਟੀ ਸੀ, ਕਿਉਂਕਿ ਕਾਂਗਰਸ ਪਾਰਟੀ ਦੇ ਵਿੱਚ ਵੀ ਉਸ ਵਕਤ ਹਰੇਕ ਤਰ੍ਹਾਂ ਦਾ ਐਲੀਮੈਂਟ ਸੀ ਜੀ। ਬਿਲਕੁਲ। ਹਿੰਦੂ ਰਾਈਟ ਵਿੰਗ ਵੀ ਸੀ, ਬਿਲਕੁਲ, ਲੈਫਟ ਵਿੰਗ ਵੀ ਸੀ ਜੀ, ਸੈਂਟਰ ਵਾਲੇ ਵੀ ਸੀ ਜੀ। ਸੋ ਕਾਂਗਰਸ ਇੱਕ ਛਤਰੀ ਦੀ ਤਰ੍ਹਾਂ ਸੀ ਜਿਸ ਦੇ ਉੱਤੇ ਸਾਰੇ ਕਬੂਤਰ ਬੈਠਦੇ ਸੀਗੇ। ਬਿਲਕੁਲ ਬਿਲਕੁਲ। ਸੋ ਸਭ ਨੇ ਇੱਕ ਆਪੋ ਆਪਣਾ ਰੋਲ ਅਦਾ ਕੀਤਾ, ਕਿਸੇ ਨੇ ਤਾਂ ਐਕਟਿਵ ਰੋਲ ਅਦਾ ਕੀਤਾ ਜੀ ਤੇ ਕਈਆਂ ਨੇ ਮਤਲਬ ਕਈਆਂ ਦਾ ਫੇਲੂਅਰ ਰਿਹਾ ਬਿਲਕੁਲ ਕਿ ਉਹ ਇਸ ਵੰਡ ਦੇ ਵਰਤਾਰੇ ਨੂੰ ਬਚਾ ਨਹੀਂ ਸਕੇ। ਗਿੱਲ ਸਾਹਿਬ, ਇੱਕ ਤਾਂ ਤੁਸੀਂ ਇਹ ਜਿਹੜੇ ਦੱਸਿਆ ਵੀ ਧਿਰਾਂ ਦੇ ਜਿਹੜੇ ਰੋਲ ਰਿਹਾ ਉਹ ਤਾਂ ਅਸੀਂ ਜਾਣ ਲਿਆ ਜੀ। ਹੁਣ ਵੱਖ-ਵੱਖ ਜਿਹੜੇ ਲੀਡਰ ਸੀਗੇ ਜੀ ਜਿਹੜੇ ਇਹਨਾਂ ਦੀ ਅਗਵਾਈ ਕਰ ਰਹੇ ਸੀ ਉਹਨਾਂ ਚੋਂ ਕਿਹਦਾ ਕੀ ਰੋਲ ਰਿਹਾ, ਉਹਨਾਂ ਨੇ ਕਿਸ ਤਰ੍ਹਾਂ ਦੀ ਭੂਮਿਕਾ ਅਦਾ ਕੀਤੀ ਹੈ ਜੀ? ਭੰਮ ਸਾਹਿਬ, ਇਹ ਡਿਸਕਸ਼ਨ ਕਰਨੀ ਵੀ ਦੇਖੋ ਬੜੀ ਜ਼ਰੂਰੀ ਹੈ ਜੀ। ਜੋ ਇਤਿਹਾਸ ਹੈ ਉਸ ਨੂੰ ਨਿਰਪੱਖ ਹੋ ਕੇ ਜੀ ਵੱਖ-ਵੱਖ ਦ੍ਰਿਸ਼ਟੀਕੋਣ ਤੋਂ ਸਮਝਣਾ ਬਹੁਤ ਜ਼ਰੂਰੀ ਹੈ, ਕਿਉਂਕਿ ਅਕਸਰ ਅਸੀਂ ਹਿੰਦੁਸਤਾਨ ਦੇ ਵਿੱਚ ਦੇਖਦੇ ਹਾਂ ਜੀ ਕਿ ਮੁਹੰਮਦ ਅਲੀ ਜਿਨਾਹ ਦੇ ਉੱਤੇ ਸਾਰਾ ਮਲਬਾ ਸਿੱਟ ਕੇ ਜੀ ਬਾਕੀ ਸਭ ਨੂੰ ਬਰੀ ਕਰ ਦਿੱਤਾ ਜਾਂਦਾ ਹੈ ਤੇ ਪਾਕਿਸਤਾਨ ਦੇ ਵਿੱਚ ਤੁਸੀਂ ਦੇਖੋ ਉਸ ਤੋਂ ਉਲਟ ਜੋ ਇਤਿਹਾਸ ਉਹ ਪੜ੍ਹਾਇਆ ਜਾਂਦਾ ਹੈ ਜੀ ਉਸ ਦੇ ਵਿੱਚ ਜੋ ਬਾਕੀਆਂ ਨੂੰ ਕਸੂਰਵਾਰ ਠਹਿਰਾਇਆ ਜਾਂਦਾ ਹੈ ਤੇ ਜੋ ਮੁਹੰਮਦ ਅਲੀ ਜਿਨਾਹ ਹੈ ਉਸ ਨੂੰ ਬਰੀ ਕਰ ਦਿੱਤਾ ਜਾਂਦਾ ਹੈ ਸਭ ਕਾਸੇ ਤੋਂ। ਬਿਲਕੁਲ ਬਿਲਕੁਲ। ਸੋ ਆਪਣੇ ਆਪਣੇ ਨਜ਼ਰੀਏ ਤੋਂ ਸਾਰੇ ਪੜ੍ਹਦੇ ਆ, ਪਰ ਸਾਨੂੰ ਇੱਕ ਜੋ ਨਿਊਟਰਲ ਜੋ ਇਤਿਹਾਸ ਇੱਕ ਆਬਜੈਕਟਿਵ ਨਜ਼ਰੀਆ ਹੈ ਜੀ ਉਹ ਅੱਜ ਮੈਂ ਰੇਡੀਓ ਇੰਡੀਆ ਦੇ ਮਾਧਿਅਮ ਨਾਲ ਜੀ ਸਾਰੇ ਰੱਖੂੰਗਾ ਜੀ ਜੀ। ਸੋ ਜੇ ਅਸੀਂ ਗੱਲ ਕਰੀਏ ਭੰਮ ਸਾਹਿਬ ਮੁਹੰਮਦ ਅਲੀ ਜਿਨਾਹ ਦੀ, ਮੁਹੰਮਦ ਅਲੀ ਜਿਨਾਹ ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਉਹ ਬੈਰਿਸਟਰ ਸੀ ਜੀ ਤੇ ਜੋ ਕਾਇਦੇ ਆਜ਼ਮ ਦੇ ਜੋ ਗ੍ਰੇਟ ਲੀਡਰ ਦਾ ਜੋ ਲਕਬ ਹੈ ਉਹ ਉਸ ਨੂੰ ਮਹਾਤਮਾ ਗਾਂਧੀ ਨੇ ਦਿੱਤਾ ਸੀ ਜੀ। ਮਹਾਤਮਾ ਗਾਂਧੀ ਨੇ ਮੁਹੰਮਦ ਅਲੀ ਜਿਨਾਹ ਨੂੰ ਕਾਇਦੇ ਆਜ਼ਮ ਬਣਾਇਆ ਸੀ ਜੀ। ਸੋ ਮੁਹੰਮਦ ਅਲੀ ਜਿਨਾਹ ਜਿਸ ਤਰ੍ਹਾਂ ਭੰਮ ਸਾਹਿਬ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਉਹ ਕਾਫੀ ਉਹਨਾਂ ਦਾ ਤਾਲੁਕ ਬਾਲ ਗੰਗਾਧਰ ਤਿਲਕ ਦੇ ਨਾਲ ਰਿਹਾ ਜੀ ਤੇ ਕਈ ਕੇਸਾਂ ਦੇ ਵਿੱਚ ਉਹਨਾਂ ਨੇ ਬਾਲ ਗੰਗਾਧਰ ਤਿਲਕ ਦੀ ਵਕਾਲਤ ਵੀ ਕੀਤੀ ਜੀ ਤੇ ਉਹ ਕਾਂਗਰਸ ਲੀਡਰ ਸਨ ਜੀ। ਮੁਹੰਮਦ ਅਲੀ ਜਿਨਾਹ ਕਾਂਗਰਸ ਦੇ ਵਿੱਚ ਸਨ ਜੀ, ਪਰ ਉਹ ਹੌਲੀ ਹੌਲੀ ਦੇਖੋ ਕਾਂਗਰਸ ਦੇ ਵਿੱਚ ਉਹ ਏਲੀਏਨੇਟ ਉਹਨਾਂ ਨੇ ਮਹਿਸੂਸ ਕੀਤਾ ਆਪਣੇ ਆਪ ਨੂੰ ਤੇ ਉਹ ਮੁਸਲਿਮ ਲੀਗ ਦੇ ਵਿੱਚ ਜਾ ਵੜੇ ਜੀ। ਫਿਰ ਉਹਨਾਂ ਦੀ ਜੋ ਸੋਚ ਹੈ ਉਹ ਮੋੜਾ ਕੱਟ ਕੇ, ਜਿਸ ਤਰ੍ਹਾਂ ਸਰ ਸੈਯਦ ਅਹਿਮਦ ਖਾਨ ਦੀ ਮੈਂ ਗੱਲ ਕੀਤੀ ਸੀ ਜੀ, 1934 ਆਉਂਦਿਆਂ ਦੇਖੋ ਉਹ ਅਨਡਿਸਪਿਊਟਡ ਲੀਡਰ ਉਹ ਬਣ ਚੁੱਕੇ ਸੀ ਮੁਸਲਿਮ ਲੀਗ ਦੇ ਤੇ ਜੋ ਉਹਨਾਂ ਦੀ ਸੋਚ ਹੈ ਉਹ ਸਿਰਫ
ਉਹ ਕਮਿਊਨਲ ਸੋਚ ਹੋ ਚੁੱਕੀ ਸੀ, ਉਹ ਸਿਰਫ ਮੁਸਲਮਾਨਾਂ ਦੀ ਗੱਲ ਕਰਦੇ ਸੀ ਜੀ। ਤੇ ਭਾਮ ਸਾਹਿਬ ਜੋ ਮਾਰਚ 1940 ਹੈ ਜੀ, ਇਹ ਮੁਹੰਮਦ ਅਲੀ ਜਿਨਾਹ ਦੇ ਜੋ ਪੋਲੀਟੀਕਲ ਜੀਵਨ ਹੈ ਜੀ, ਉਸ ਦੇ ਵਿੱਚ ਬੜਾ ਇੰਪੋਰਟੈਂਟ ਦਿਨ ਹੈ, ਕਿਉਂਕਿ ਇਸ ਦਿਨ ਜੋ ਲਾਹੌਰ ਸੈਸ਼ਨ ਹੈ ਜੀ, ਇਸ ਦੇ ਵਿੱਚ ਮੁਹੰਮਦ ਅਲੀ ਜਿਨਾਹ ਨੇ ਜੋ ਪਾਕਿਸਤਾਨ ਦਾ ਜੋ ਅਫੀਸ਼ੀਅਲ ਤੌਰ ਦੇ ਉੱਤੇ ਜੀ, ਐਲਾਨਨਾਮਾ ਕਰ ਦਿੱਤਾ ਸੀਗਾ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਦੇ ਹਿੰਦੂਜ਼ ਐਂਡ ਮੁਸਲਿਮਸ ਆਰ ਨਾਟ ਰਿਲੀਜਨਸ ਇਨ ਦ ਸਟ੍ਰਿਕਟ ਸੈਂਸ ਆਫ ਵਰਡ ਜੀ, but are in fact different and distinct social orders, and it is a dream that Hindu and Muslims can ever evolve a common nationality. ਜੀ, The Hindus and Muslims belong to two different religious philosophies, social customs, literatures. To yoke together two such nations under a single state, one of a numerical minority and other of a majority, must lead to growing discontent and final destruction of any fabric that may be so built up for the government of such a state. ਜੀ, ਸੋ ਇਸ ਐਲਾਨਨਾਮੇ ਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਸੀ ਕਿ ਜੋ ਹਿੰਦੂ ਤੇ ਮੁਸਲਮਾਨ ਨੇ, ਜਿਸ ਨੂੰ ਅਸੀਂ ਟੂ ਨੇਸ਼ਨ ਥਿਉਰੀ ਕਹਿੰਦੇ ਹਾਂ, ਉਹ ਅਲੱਗ-ਅਲੱਗ ਧਰਮੀ ਨਹੀਂ, ਉਹ ਅਲੱਗ-ਅਲੱਗ ਰਾਸ਼ਟਰ ਨੇ। ਉਹ ਧਾਰਮਿਕ ਤੌਰ ਤੇ, ਪੋਲੀਟੀਕਲ ਤੌਰ ਤੇ, ਲਿਟਰੇਰੀ ਤੌਰ ਤੇ ਇੱਕ ਦੂਜੇ ਤੋਂ ਬਹੁਤ ਵੱਖਰੇ ਹੈ ਜੀ, ਤੇ ਇਹ ਇੱਕ ਮਹਿਜ਼ ਇੱਕ ਸੁਪਨਾ ਹੈ ਕਿ ਇਹਨਾਂ ਦੋਨਾਂ ਨੂੰ ਇੱਕ ਸਟੇਟ ਦੇ ਵਿੱਚ, ਇੱਕ ਦੇਸ਼ ਦੇ ਵਿੱਚ ਇਕੱਠੇ ਰੱਖਿਆ ਜਾ ਸਕਦਾ ਹੈ ਜੀ। ਸੋ ਉਹਨਾਂ ਨੇ ਇੱਕ ਤਰ੍ਹਾਂ ਜੋ ਆਪਣਾ ਹੈ ਪਾਰਟੀਸ਼ਨ ਦਾ ਜੋ ਐਲਾਨਨਾਮਾ ਉਹ ਕਰ ਦਿੱਤਾ ਸੀ ਜੀ, ਤੇ ਪਾਰਟੀਸ਼ਨ ਦਾ ਜੋ ਰੈਜ਼ੋਲੂਸ਼ਨ ਹੈ ਜੀ, ਉਹ ਮੁਸਲਿਮ ਲੀਗ ਨੇ ਅਫੀਸ਼ੀਅਲ ਤੌਰ ਤੇ ਉਹ ਕਰ ਦਿੱਤਾ ਸੀ ਜੀ। ਤੇ ਉਹਨਾਂ ਨੇ ਇਹ ਵੀ ਕਹਿ ਦਿੱਤਾ ਸੀ ਕਿ ਜੋ ਕੋਈ ਵੀ ਅੱਗੇ ਕਨਸਟੀਟਿਊਸ਼ਨ ਡਿਵੈਲਪਮੈਂਟ ਦੀ ਜੋ ਗੱਲਬਾਤ ਚੱਲਦੀ ਹੈ ਅੰਗਰੇਜ਼ ਦੇ ਨਾਲ, ਬਿਲਕੁਲ, ਜੋ ਆਜ਼ਾਦੀ ਦੀ ਗੱਲਬਾਤ ਚੱਲਦੀ ਹੈ, ਉਸ ਦੇ ਵਿੱਚ ਉਹ ਇਸ ਸ਼ਰਤ ਤੇ ਹਿੱਸਾ ਲੈਣਗੇ ਕਿ ਉਹਨਾਂ ਨੂੰ ਇੱਕ ਧਰਮ ਦਾ ਪਾਕਿਸਤਾਨ ਦੀ ਜੋ ਉਹਨਾਂ ਦੀ ਮੰਗ ਹੈ ਵੱਖਰੇ ਪਾਕਿਸਤਾਨ ਦੀ, ਉਹ ਮੰਗ ਉਹਨਾਂ ਦੀ ਮੰਨੀ ਜਾਵੇ ਜੀ। ਜਿਸ ਪਾਕਿਸਤਾਨ ਦੇ ਵਿੱਚ ਦੇਖੋ ਜੋ ਪਾਕਿਸਤਾਨ ਦਾ ਕਨਸੈਪਟ ਹੈ ਜੋ ਸਾਰਾ ਉਹ ਅੱਗੇ ਰੱਖਿਆ ਗਿਆ, ਜਿਸ ਦੇ ਵਿੱਚ ਕੀ ਦੇਖੋ ਜੋ ਸ਼ਾਇਰ ਨੇ ਜੀ, ਡਾਕਟਰ ਅਲਮਾ ਇਕਬਾਲ, ਮੁਹੰਮਦ ਇਕਬਾਲ, ਉਹਨਾਂ ਦਾ ਵੀ ਬੜਾ ਵੱਡਾ ਰੋਲ ਸੀ ਇਸ ਕਨਸੈਪਟ ਨੂੰ ਪੈਦਾ ਕਰਨ ਦੇ ਵਿੱਚ, ਇਸ ਦਾ ਜੋ ਨਜ਼ਰੀਆ ਹੈ ਜੀ ਉਹ ਅੱਗੇ ਰੱਖਣ ਦੇ ਵਿੱਚ। ਕਿਉਂਕਿ ਪਹਿਲਾਂ ਤਾਂ ਉਹ ਕਿਹਾ ਕਰਦੇ ਸੀ ਕਿ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ जी, हम बुलबुलें हैं इसकी ये गुलसितां हमारा, बिल्कुल, मजहब नहीं सिखाता आपस में बैर रखना, हिंदी है हम वतन है हिंदुस्तान हमारा जी। सो ये शेर लिखण वाले जी, तराना ए हिंद लिखण वाले मुहम्मद इकबाल जी, वो भी देखो फिर 180 ਦਾ ਉਹ ਮੋੜ ਕੱਟ ਗਏ, ਬਿਲਕੁਲ, ਤੇ ਬਾਅਦ ਦੇ ਵਿੱਚ ਫਿਰ ਉਹਨਾਂ ਨੇ ਇਸ ਨੂੰ ਬਦਲ ਕੇ ਲਿਖਿਆ ਕਿ ਮੁਸਲਿਮ ਹੈ ਵਤਨ ਹੈ ਸਾਰਾ ਜਹਾਂ ਹਮਾਰਾ ਜੀ। ਸੋ ਇਸ ਤਰ੍ਹਾਂ ਦੀ ਸੋਚ ਉਹਨਾਂ ਦੀ ਬਦਲ ਗਈ ਤੇ ਉਹਨਾਂ ਨੇ ਫਿਰ ਪਾਕਿਸਤਾਨ ਦਾ ਕਨਸੈਪਟ ਅੱਗੇ ਰੱਖਿਆ। ਤੇ ਫਿਰ ਜੋ ਇੱਕ ਕੈਂਬਰਿਜ ਦਾ ਸਟੂਡੈਂਟ ਸੀ, ਕੈਂਬਰਿਜ ਯੂਨੀਵਰਸਿਟੀ ਦਾ ਰਹਿਮਤ ਅਲੀ ਜੀ, ਉਸ ਨੇ ਫਿਰ ਪਹਿਲੀ ਵਾਰੀ ਜੋ ਪਾਕਿਸਤਾਨ ਹੈ ਉਸ ਦਾ ਜੋ ਨਾਮ ਉਸ ਨੂੰ ਵਿਜ਼ੂਅਲਾਈਜ਼ ਕੀਤਾ, ਉਸ ਦੇ ਵਿੱਚ ਉਸਨੇ ਕਿਹਾ ਕਿ ਪੰਜਾਬ, ਨਾਰਥ ਵੈਸਟ ਫਰੰਟੀਅਰ ਜੀ, ਕਸ਼ਮੀਰ, ਸਿੰਧ, ਬਲੋਚਿਸਤਾਨ ਤੇ ਜਿੱਥੇ ਜਿੱਥੇ ਜੋ ਇੰਡੀਅਨ ਮੁਸਲਿਮ ਉਹ ਰਹਿੰਦਾ ਹੈ ਜੀ, ਤਾਂ ਉਸ ਦਾ ਫਿਰ ਇੱਕ ਇੱਕ ਜੋ ਅੱਖਰ ਉਸਨੇ ਲੈ ਕੇ ਉਸ ਤੋਂ ਫਿਰ ਜੋ ਪਾਕਿਸਤਾਨ ਦਾ ਸ਼ਬਦ ਹੈ 1933 ਦੇ ਵਿੱਚ ਉਹ ਕੁਆਇਨ ਕੀਤਾ ਸੀ। ਸੋ ਗੱਲ ਕਰੀਏ ਮੁਹੰਮਦ ਅਲੀ ਜਿਨਾਹ ਦੀ, ਭਾਮ ਸਾਹਿਬ ਮੁਹੰਮਦ ਅਲੀ ਜਿਨਾਹ ਸੋ ਲੀਡਰ ਬਣ ਗਏ ਸੀ ਜੀ, ਪਰ ਪਾਕਿਸਤਾਨ ਦੀ ਮੰਗ ਉਹਨਾਂ ਨੇ ਰੱਖ ਦਿੱਤੀ ਸੀ 1940 ਦੇ ਵਿੱਚ। ਪਰ ਉਹ ਕਈ ਵਿਦਵਾਨ ਇਹ ਵੀ ਕਹਿੰਦੇ ਆ ਭਾਮ ਸਾਹਿਬ ਕਿ ਜੋ ਪਾਕਿਸਤਾਨ ਦੀ ਮੰਗ ਸੀ ਉਹ ਇੱਕ ਬਾਰਗੇਨਿੰਗ ਚਿਪ ਸੀ ਜੀ, ਉਹ ਕਾਂਗਰਸ ਨੂੰ ਡਰਾਉਣ ਵਾਸਤੇ ਕਿ ਵੱਧ ਤੋਂ ਵੱਧ ਜੋ ਕੰਸੈਸ਼ਨ ਹੈ ਉਹ ਕਾਂਗਰਸ ਤੋਂ ਲਿਆ ਜਾ ਸਕੇ। ਕਿਉਂਕਿ ਬਾਅਦ ਦੇ ਵਿੱਚ ਜੋ ਮੈਂ ਕੈਬਨਿਟ ਮਿਸ਼ਨ ਦੀ ਗੱਲ ਕਰੂੰਗਾ ਜੀ, ਕੈਬਨਿਟ ਮਿਸ਼ਨ ਤੇ ਦੇਖੋ ਜੋ ਸਹਿਮਤੀ ਹੈ ਉਹ ਕਾਂਗਰਸ ਤੇ ਮੁਸਲਿਮ ਲੀਗ ਦੀ ਬਣ ਗਈ ਸੀ ਜੀ, ਭਾਰਤ ਦੀ ਵੰਡ ਤੋਂ ਬਿਨਾਂ ਆਜ਼ਾਦੀ ਹਾਸਲ ਕਰਨ ਦੀ ਜੀ ਜੀ। ਪਰ ਫਿਰ ਜਿਸ ਦੇ ਮੈਂ ਕਾਰਨ ਅੱਗੇ ਚੱਲ ਕੇ ਦੱਸੂਗਾ ਕਿ ਕੈਬਨਿਟ ਮਿਸ਼ਨ ਪਲਾਨ ਫੇਲ ਹੁੰਦਾ ਹੈ ਤੇ ਮੁਹੰਮਦ ਅਲੀ ਜਿਨਾਹ ਫਿਰ 16 ਅਗਸਤ 1946 ਨੂੰ ਡਾਇਰੈਕਟ ਐਕਸ਼ਨ ਡੇ ਦਾ ਨਾਮ ਦਿੰਦੇ ਆ, ਜਿਸ ਦੇ ਵਿੱਚ ਸਿੱਧੇ ਤੌਰ ਤੇ ਉਹਨਾਂ ਨੇ ਨਹੀਂ ਕਿਹਾ ਪਰ ਲੋਕਾਂ ਨੂੰ ਆਪਣੇ ਫਾਲੋਅਰਸ ਨੂੰ ਡਾਇਰੈਕਟ ਐਕਸ਼ਨ ਦੀ ਕਾਲ ਦਿੱਤੀ, ਜਿਸ ਦੇ ਕਰਕੇ ਫਿਰ ਬੰਗਾਲ ਦੇ ਵਿੱਚ
ਤੇ ਸਾਰੇ ਭਾਰਤ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਕਤਲੋਗਾਰਤ ਹੋਈ। ਵੱਡੇ ਪੱਧਰ ਦੇ ਉੱਤੇ ਹਿੰਦੂਆਂ ਤੇ ਮੁਸਲਮਾਨਾਂ ਦੇ ਵਿੱਚ ਦੰਗਾ ਫਸਾਦ ਹੋਇਆ ਜੀ। ਵੱਡੇ ਪੱਧਰ ਦੇ ਉੱਤੇ ਫਿਰ ਦੇਖੋ ਜੋ ਧਾਰਮਿਕ ਨਫ਼ਰਤ ਹੈ ਉਹ ਫੈਲ ਗਈ ਤੇ ਲੋਕਾਂ ਦੇ ਵਿੱਚ ਬੇਵਸਾਹੀ ਤੇ ਜੋ ਡਰ ਦਾ ਮਾਹੌਲ ਹੈ ਉਹ ਪੈਦਾ ਹੋ ਗਿਆ। ਫਿਰ ਭੰਮ ਸਾਹਿਬ ਜਦ ਹਿੰਦੁਸਤਾਨ ਤੇ ਪਾਕਿਸਤਾਨ ਆਜ਼ਾਦ ਹੁੰਦੇ ਆ ਤਾਂ ਫਿਰ ਜੋ ਪਾਕਿਸਤਾਨ ਦੇ ਪਹਿਲੇ ਗਵਰਨਰ ਜਨਰਲ ਹੈ ਉਹ ਮੁਹੰਮਦ ਅਲੀ ਜਿਨਾਹ ਬਣਦੇ ਆ ਜੀ। ਪਰ ਉਸ ਤੋਂ ਬਾਅਦ ਬਿਮਾਰੀ ਦੀ ਹਾਲਤ ਕਰਕੇ, ਬਿਮਾਰ ਹੋਣ ਕਰਕੇ ਉਹ ਜ਼ਿਆਦਾ ਲੰਬਾ ਸਮਾਂ ਉਹ ਆਪਣਾ ਜੀਵਨ ਫਿਰ ਬਤੀਤ ਨਹੀਂ ਕਰ ਸਕੇ ਜੀ। ਉਸ ਤੋਂ ਬਾਅਦ ਫਿਰ ਛੇਤੀ ਪਾਕਿਸਤਾਨ ਬਣਨ ਤੋਂ ਬਾਅਦ ਜੋ ਮੁਹੰਮਦ ਅਲੀ ਜਿਨਾਹ ਹੈ ਉਹਨਾਂ ਦੀ ਫਿਰ ਮੌਤ ਹੋ ਜਾਂਦੀ ਹੈ। ਪਰ ਪਾਕਿਸਤਾਨ ਦੇ ਵਿੱਚ ਦੇਖੋ ਉਹਨਾਂ ਨੂੰ ਇੱਕ ਤਰ੍ਹਾਂ ਬਹੁਤ ਵੱਡੀ ਸ਼ਖਸੀਅਤ ਮੰਨਿਆ ਜਾਂਦਾ ਹੈ ਜੀ। ਕਾਇਦੇ ਆਜ਼ਮ ਮੰਨਿਆ ਜਾਂਦਾ ਹੈ, ਗ੍ਰੇਟ ਲੀਡਰ ਮੰਨਿਆ ਜਾਂਦਾ ਹੈ। ਬਿਲਕੁਲ। ਤੇ ਉਹ ਇੱਕ ਤਰ੍ਹਾਂ ਪਾਕਿਸਤਾਨ ਦੇ ਵਿੱਚ ਮੈਂ ਜੇ ਸਮਝਦਾ ਤਾਂ ਸਭ ਤੋਂ ਵੱਡੇ ਹੀਰੋ ਹੈ। ਬਿਲਕੁਲ। ਤੇ ਪਰ ਭਾਰਤ ਦੇ ਵਿੱਚ ਉਹਨਾਂ ਨੂੰ ਲੈ ਕੇ ਜੋ ਵੱਖਰੀ ਸੋਚ ਹੈ ਉਹਨਾਂ ਨੂੰ ਭਾਰਤ ਦੇ ਬਟਵਾਰੇ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ ਭਾਰਤ ਦੇ ਵਿੱਚ। ਜੀ। ਗਿੱਲ ਸਾਹਿਬ, ਇਹ ਤਾਂ ਮੁਹੰਮਦ ਅਲੀ ਜਿਨਾਹ ਦੀ ਗੱਲ ਹੋ ਗਈ, ਇੱਕ ਧਿਰ ਦੀ ਗੱਲ ਹੋ ਗਈ ਜੀ। ਹੋਰ ਵੀ ਤਾਂ ਲੀਡਰਸ਼ਿਪ ਇਸ ਤਰ੍ਹਾਂ ਦੀ ਸੀ ਜਿਹੜੀ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਜੀ ਮਤਲਬ ਮੋਹਰੀ ਸੀ, ਉਹਨਾਂ ਦੇ ਰੋਲ ਕਿਹੋ ਜਿਹਾ ਰਿਹਾ? ਭੰਮ ਸਾਹਿਬ, ਜੇ ਅਸੀਂ ਕਾਂਗਰਸ ਦੀ ਲੀਡਰਸ਼ਿਪ ਦੀ ਗੱਲ ਕਰੀਏ ਤਾਂ ਜੇ ਉਹਨਾਂ ਦਾ ਰੋਲ ਜਾਣਨਾ ਹੋਵੇ ਜੀ ਤਾਂ ਮੈਂ ਸਮਝਦਾ ਵੀ ਭਾਰਤ ਦੇ ਇਤਿਹਾਸ ਦੇ ਵਿੱਚ ਇੱਕ ਬਹੁਤ ਮਹੱਤਵਪੂਰਨ ਕਿਤਾਬ ਹੈ ਇੰਡੀਆ ਵਿਨਸ ਫਰੀडम ਜੀ, ਜੋ ਕਿ ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਜੋ ਹੋਏ ਜੀ ਤੇ ਸਾਲ 1939 ਤੋਂ ਲੈ ਕੇ ਸਾਲ 1946 ਤੱਕ ਜੀ ਜੋ ਸਭ ਤੋਂ ਲੰਮਾ ਸਮਾਂ ਜੀ ਕਾਂਗਰਸ ਦੇ ਪ੍ਰੈਜ਼ੀਡੈਂਟ ਰਹੇ ਜੀ। ਉਸ ਬੜੇ ਹੀ ਮਹੱਤਵਪੂਰਨ ਸਮੇਂ ਦੇ ਵਿੱਚ ਜਦ ਅੰਗਰੇਜ਼ਾਂ ਦੇ ਨਾਲ ਨੈਗੋਸੀਏਸ਼ਨ ਚੱਲ ਰਹੀ ਸੀ ਆਜ਼ਾਦੀ ਨੂੰ ਲੈ ਕੇ, ਬਿਲਕੁਲ, ਮੌਲਾਨਾ ਅਬੁਲ ਕਲਾਮ ਆਜ਼ਾਦ ਜੀ ਜੋ ਬਹੁਤ ਹੀ ਉੱਚੇ ਦਰਜੇ ਦੇ ਇਸਲਾਮਿਕ ਸਕਾਲਰ ਵੀ ਸਨ ਜੀ, ਬਹੁਤ ਪੜ੍ਹੀ ਲਿਖੀ ਫੈਮਿਲੀ ਚੋਂ ਇੱਕ ਆਉਂਦੇ ਸੀ ਜੀ, ਤੇ ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਵੀ ਬਣੇ ਜੀ। ਅੱਜ ਵੀ ਦੇਖੋ ਜੋ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ ਹੈ ਜੋ ਉਹ ਯੂਨੀਵਰਸਿਟੀਆਂ ਦੇ ਵਿੱਚ ਉਹ ਚੱਲਦੀ ਹੈ ਸਪੋਰਟਸ ਨੂੰ ਲੈ ਕੇ ਜੀ। ਸੋ ਮੌਲਾਨਾ ਅਬੁਲ ਕਲਾਮ ਆਜ਼ਾਦ ਭੰਮ ਸਾਹਿਬ, ਜੇ ਅਸੀਂ ਨਹਿਰੂ ਦੀ ਗੱਲ ਕਰੀਏ ਜੀ, ਪੰਡਿਤ ਜਵਾਹਰ ਲਾਲ ਨਹਿਰੂ ਦੀ ਜੀ, ਉਹਨਾਂ ਦੇ ਰੋਲ ਬਾਰੇ ਆਪਣੀ ਕਿਤਾਬ ਦੇ ਵਿੱਚ ਲਿਖਦੇ ਹੈ ਜੀ। ਸੋ 1946 ਦੇ ਵਿੱਚ ਭੰਮ ਸਾਹਿਬ ਜਦ ਉਹਨਾਂ ਨੇ ਪ੍ਰੈਜ਼ੀਡੈਂਸੀ ਛੱਡੀ ਕਾਂਗਰਸ ਦੀ, ਮੌਲਾਨਾ ਅਬੁਲ ਕਲਾਮ ਆਜ਼ਾਦ ਨੇ, ਤਾਂ ਉਹ ਇਹ ਨਹੀਂ ਚਾਹੁੰਦੇ ਸੀ ਕਿ ਜੋ ਸਰਦਾਰ ਪਟੇਲ ਹੈ ਉਹ ਉਹਨਾਂ ਦੇ ਸਕਸੈਸਰ ਬਣਨ, ਕਾਂਗਰਸ ਪ੍ਰੈਜ਼ੀਡੈਂਟ ਬਣਨ ਜੀ। ਇਸ ਲਈ ਉਹਨਾਂ ਨੇ ਜਵਾਹਰ ਲਾਲ ਨਹਿਰੂ ਦਾ ਨਾਮ ਅੱਗੇ ਕਾਂਗਰਸ ਦੀ ਪ੍ਰੈਜ਼ੀਡੈਂਟਸ਼ਿਪ ਵਾਸਤੇ ਉਸ ਦਾ ਸੁਝਾਅ ਰੱਖਿਆ ਜੀ। ਤੇ ਉਹ ਫਿਰ ਭੰਮ ਸਾਹਿਬ ਆਪਣੇ ਇਸ ਫੈਸਲੇ ਦੇ ਬਾਰੇ ਉਹਨਾਂ ਨੇ ਕਿਹਾ ਕਿ ਇਹ ਮੇਰੀ ਹਿਮਾਲਯਨ ਗਲਤੀ ਸੀ ਜੀ, ਮੇਰਾ ਹਿਮਾਲਯਨ ਬਲੰਡਰ ਇਸ ਨੂੰ ਮੰਨਿਆ ਜਵਾਹਰ ਲਾਲ ਨਹਿਰੂ ਨੂੰ 1946 ਦੇ ਵਿੱਚ ਕਾਂਗਰਸ ਦਾ ਪ੍ਰਧਾਨ ਬਣਾਉਣਾ ਜੀ। ਉਹ ਕਹਿੰਦੇ ਆ, ਆਈ ਐਕਟਡ ਅਕੋਰਡਿੰਗਲੀ ਟੂ ਮਾਈ ਬੈਸਟ ਜਜਮੈਂਟ ਜੀ, but the way things have shaped since then has made me realize that this was perhaps the greatest blunder in my political life ਜੀ। ਆਪਣੀ ਸਿਆਸੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਜਵਾਹਰ ਲਾਲ ਨਹਿਰੂ ਨੂੰ 1946 ਦੇ ਵਿੱਚ ਕਾਂਗਰਸ ਪ੍ਰਧਾਨ ਬਣਾਉਣਾ ਮੰਨਿਆ ਬਿਲਕੁਲ। ਸੋ ਇਸ ਦਾ ਕਾਰਨ ਇਹ ਹੈ ਭੰਮ ਸਾਹਿਬ, ਕਿਉਂਕਿ ਕਿਤੇ ਨਾ ਕਿਤੇ ਪੰਡਿਤ ਜਵਾਹਰ ਲਾਲ ਨਹਿਰੂ ਦੀਆਂ ਗਲਤੀਆਂ ਜੀ ਭਾਰਤ ਦੀ ਵੰਡ ਲਈ ਇੱਕ ਬਹੁਤ ਵੱਡਾ ਰੋਲ ਅਦਾ ਕੀਤਾ ਤੇ ਉਸ ਦੇ ਵਿੱਚ ਉਹਨਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ ਜੀ। ਸੋ ਇਸ ਦੇ ਉੱਤੇ ਜੇ ਮੈਂ ਆਵਾਂ ਭੰਮ ਸਾਹਿਬ, ਤਾਂ 1937 ਦੇ ਵਿੱਚ ਜੋ ਨਹਿਰੂ ਦੀਆਂ ਦੋ ਵੱਡੀਆਂ ਗਲਤੀਆਂ ਜੀ ਜਿਸ ਦੇ ਕਰਕੇ ਭਾਰਤ ਦੀ ਵੰਡ ਹੋਈ ਜੀ, ਜਿਸ ਦੀ ਜ਼ਿੰਮੇਵਾਰੀ ਤੋਂ ਜਵਾਹਰ ਲਾਲ ਨਹਿਰੂ ਤੇ ਕਾਂਗਰਸ ਪਾਰਟੀ ਆਪਣਾ ਦਾਮਨ ਨਹੀਂ ਛੁਡਵਾ ਸਕਦੀ ਜੀ। ਸੋ 1937 ਦੇ ਵਿੱਚ ਭੰਮ ਸਾਹਿਬ ਜਦੋਂ ਜੋ ਗਵਰਨਮੈਂਟ ਆਫ ਇੰਡੀਆ ਐਕਟ 1935 ਸੀ ਜੀ, ਉਸ ਦੇ ਅਧੀਨ ਜੋ ਪ੍ਰੋਵਿੰਸ਼ੀਅਲ ਇਲੈਕਸ਼ਨਾਂ ਹੋਈਆਂ 1937 ਦੇ ਵਿੱਚ, ਉਸ ਦੇ ਵਿੱਚ ਕਾਂਗਰਸ ਪਾਰਟੀ ਨੇ ਇੱਕ ਬਹੁਤ ਵੱਡਾ ਮੈਂਡੇਟ ਹਾਸਲ ਕੀਤਾ ਜੀ, ਜਿਸ ਦੇ ਵਿੱਚ ਕਿ ਭੰਮ ਸਾਹਿਬ ਫਿਰ ਯੂਪੀ ਦੀ ਜੋ ਸਟੇਟ ਹੈ ਜਿੱਥੇ ਬਹੁਤ ਵੱਡੀ ਮੁਸਲਿਮ ਪਾਪੂਲੇਸ਼ਨ ਹੈ, ਜਿੱਥੇ ਜੋ ਮੁਸਲਿਮ ਲੀਗ ਹੈ ਉਹ ਕਾਮਯਾਬ ਹੋਣ ਦੇ ख्वाब ਦੇਖਦੀ ਸੀ ਜੀ, ਤਾਂ ਉੱਥੇ ਵੀ ਕਾਂਗਰਸ ਪਾਰਟੀ ਨੇ ਇੱਕ ਵੱਡੀ ਜਿੱਤ ਹਾਸਲ ਕੀਤੀ ਜੀ। ਤੇ ਮੌਲਾਨਾ ਅਬੁਲ ਕਲਾਮ ਆਜ਼ਾਦ ਉਹ ਕਹਿੰਦੇ ਹੈ ਕਿ ਮੈਂ ਨਹਿਰੂ ਨੂੰ ਸੁਝਾਅ ਦਿੱਤਾ
ਕਿ ਜੋ ਮੁਸਲਿਮ ਲੀਗ ਹੈ ਉਸ ਦੇ ਜੋ 2 ਲੀਡਰ ਸਨ ਜੀ, ਉਹਨਾਂ ਨੂੰ ਸਰਕਾਰ ਦੇ ਵਿੱਚ ਐਡਜਸਟ ਕਰ ਲਿਆ ਜਾਵੇ ਤੇ ਉਹਨਾਂ ਨੂੰ ਸਰਕਾਰ ਤੋਂ ਬਾਹਰ ਨਾ ਛੱਡਿਆ ਜਾਵੇ। ਤੇ ਇਹ ਗੱਲ ਕਹਿ ਕੇ ਜੋ ਉਹ 2 ਮੁਸਲਿਮ ਲੀਡਰ ਸਨ ਮੁਸਲਿਮ ਲੀਗ ਦੇ, ਉਹਨਾਂ ਦਾ ਇਹ ਕਹਿਣਾ ਸੀ ਕਿ ਜੇ ਸਰਕਾਰ ਦੇ ਵਿੱਚ ਆਵਾਂਗੇ ਤਾਂ ਅਸੀਂ ਦੋਨੇ ਆਵਾਂਗੇ, ਸਾਡੇ ਦੇ ਵਿੱਚੋਂ ਕੋਈ ਇੱਕ ਨਹੀਂ ਆ ਸਕਦਾ ਜੀ। ਸੋ ਉਹਨਾਂ ਦੇ ਨਾਲ ਕਾਂਗਰਸ ਦੇ ਲੀਡਰ ਹੋਣ ਦੇ ਨਾਤੇ ਮੌਲਾਨਾ ਅਬੁਲ ਕਲਾਮ ਆਜ਼ਾਦ ਨੇ ਸਾਰਾ ਮੈਟਰ ਉਹਨਾਂ ਨੂੰ ਲਖਨਊ ਦੇ ਵਿੱਚ ਸੈਟਲ ਕਰਕੇ ਉਹ ਬਿਹਾਰ ਚਲੇ ਗਏ ਜੀ, ਬਿਹਾਰ ਦੇ ਵਿੱਚ ਸਰਕਾਰ ਬਣਾਉਣ। ਉੱਥੇ ਪਿੱਛੋਂ ਭੰਮ ਸਾਹਿਬ ਜਵਾਹਰ ਲਾਲ ਨਹਿਰੂ ਨੇ ਉਹਨਾਂ ਮੁਸਲਿਮ ਲੀਡਰਸ ਨੂੰ ਸਰਕਾਰ ਦੇ ਵਿੱਚ ਲੈਣ ਤੋਂ ਜਵਾਬ ਦੇ ਦਿੱਤਾ ਜੀ, ਮੁਸਲਿਮ ਲੀਗ ਵਾਲੇ ਲੀਡਰਸ ਨੂੰ। ਉਹਨਾਂ ਨੇ ਇਹ ਕਿਹਾ ਕਿ ਅਸੀਂ ਸਿਰਫ ਇੱਕ ਨੂੰ ਹੀ ਆਪਣੀ ਮਿਨਿਸਟਰੀ ਦੇ ਵਿੱਚ ਲੈ ਸਕਦੇ ਹਾਂ, ਦੂਜੇ ਨੂੰ ਅਸੀਂ ਇਨਕਲੂਡ ਨਹੀਂ ਕਰਨਾ। ਸੋ ਇਸ ਗੱਲ ਦੇ ਉੱਤੇ ਜੋ ਸਹਿਮਤੀ ਬਣੀ ਸੀ, ਜੋ ਮੁਸਲਿਮ ਲੀਗ ਦੀ ਲੀਡਰਸ਼ਿਪ ਜੋ ਮੁਹੰਮਦ ਅਲੀ ਜਿਨਾਹ ਨੂੰ ਛੱਡ ਕੇ ਕਾਂਗਰਸ ਪਾਰਟੀ ਦੇ ਨਾਲ ਤੁਰਨ ਨੂੰ ਤਿਆਰ ਸੀ ਬਿਲਕੁਲ, ਉਸ ਨੇ ਫਿਰ ਕਾਂਗਰਸ ਪਾਰਟੀ ਨੂੰ ਜਵਾਬ ਦੇ ਦਿੱਤਾ, ਅਸੀਂ ਹੁਣ ਤੁਹਾਡੇ ਨਾਲ ਮਿਨਿਸਟਰੀ ਦੇ ਵਿੱਚ ਜੁਆਇਨ ਨਹੀਂ ਕਰ ਸਕਦੇ, ਅਸੀਂ ਮਿਨਿਸਟਰੀ ਤੋਂ ਬਾਹਰ ਰਵਾਂਗੇ। ਤੇ ਜਦੋਂ ਮੌਲਾਨਾ ਅਬੁਲ ਕਲਾਮ ਆਜ਼ਾਦ ਨੇ ਆ ਕੇ ਨਹਿਰੂ ਨਾਲ ਇਸ ਗੱਲ ਦਾ ਬਹਿਸ ਮੁਬਾਸਾ ਕੀਤਾ ਕਿ ਆਪਾਂ ਬਹੁਤ ਵੱਡੀ ਇਤਿਹਾਸਕ ਭੁੱਲ ਕਰ ਰਹੇ ਹਾਂ ਇਹ ਕੰਮ ਕਰਕੇ, ਤਾਂ ਨਹਿਰੂ ਨੇ ਉਹਨਾਂ ਦੀ ਇੱਕ ਨਹੀਂ ਸੁਣੀ ਜੀ ਤੇ ਮੁਸਲਿਮ ਲੀਗ ਨੂੰ ਮਿਨਿਸਟਰੀ ਤੋਂ ਬਾਹਰ ਰੱਖਿਆ। ਭੰਮ ਸਾਹਿਬ ਇਸ ਚੀਜ਼ ਨੇ ਮੁਸਲਿਮ ਲੀਗ ਨੂੰ ਬਲ ਦੇ ਦਿੱਤਾ। ਜੋ ਸਾਰੀ ਮੁਸਲਿਮ ਲੀਗ ਦੀ ਲੀਡਰਸ਼ਿਪ ਸੀ ਉਹ ਮੁਹੰਮਦ ਅਲੀ ਜਿਨਾਹ ਦੀ ਗੋਦੀ ਵਿੱਚ ਜਾ ਬੈਠੀ ਕਿਉਂਕਿ ਉਹਨਾਂ ਨੂੰ ਇਹ ਮਹਿਸੂਸ ਹੋਇਆ ਕਿ ਜੋ ਮੁਹੰਮਦ ਅਲੀ ਜਿਨਾਹ ਜੋ ਗੱਲ ਕਹਿ ਰਹੇ ਹੈ ਕਿ ਜੋ ਕਾਂਗਰਸ ਹੈ ਉਹ ਹਿੰਦੂਆਂ ਦੀ ਪਾਰਟੀ ਹੈ ਤੇ ਉਹ ਮੁਸਲਮਾਨਾਂ ਨੂੰ ਰਾਜ ਸੱਤਾ ਤੋਂ ਬਾਹਰ ਕਰ ਦੇਵੇਗੀ, ਕਿ ਉਹ ਕਿਸੇ ਨਾ ਹੱਦ ਤੱਕ ਉਹਨਾਂ ਨੂੰ ਸੱਚ ਹੁੰਦੀ ਜਾਪੀ। ਬਿਲਕੁਲ ਸਾਬਤ ਹੋ ਗਈ ਉਸ ਗੱਲ ਨੂੰ। ਫਿਰ ਦੇਖੋ, ਹਾਲਾਂਕਿ ਇਹ ਨਹੀਂ ਹੋਇਆ ਕਿ ਕਾਂਗਰਸ ਨੇ ਮੁਸਲਮਾਨਾਂ ਨਾਲ ਕਿਸੇ ਤਰ੍ਹਾਂ ਦਾ ਵਿਤਕਰਾ ਕੀਤਾ ਹੋਵੇ ਗਵਰਨਮੈਂਟ ਦੇ ਵਿੱਚ ਆ ਕੇ, ਪਰ ਫਿਰ ਉਸ ਚੀਜ਼ ਨੂੰ ਵਰਤਿਆ ਹੋਇਆ ਮੁਸਲਿਮ ਲੀਗ ਨੇ ਸਾਰੇ ਉੱਤਰ ਪ੍ਰਦੇਸ਼ ਦੇ ਵਿੱਚ ਬਹੁਤ ਵੱਡਾ ਪ੍ਰਚਾਰ ਕਰ ਦਿੱਤਾ ਕਿ ਦੇਖੋ ਜੋ ਕਾਂਗਰਸ ਹੈ ਉਹ ਮੁਸਲਮਾਨਾਂ ਨੂੰ ਅਲੱਗ ਥਲੱਗ ਕਰ ਰਹੀ ਹੈ ਸਿਆਸੀ ਤੌਰ ਦੇ ਉੱਤੇ ਜੀ, ਜਿਸ ਦੇ ਨਾਲ ਫਿਰ ਮੁਸਲਿਮ ਲੀਗ ਨੂੰ ਬਹੁਤ ਬਲ ਮਿਲਿਆ, ਮੁਸਲਿਮ ਲੀਗ ਦੀ ਸਟਰੈਂਥ ਵਧੀ ਤੇ ਜੋ ਬਾਅਦ ਦੇ ਵਿੱਚ ਫਿਰ ਦੇਖੋ ਜੋ ਵੰਡ ਦਾ ਉਹ ਕਾਰਨ ਬਣਿਆ। ਜੇ ਨਹਿਰੂ ਸਾਹਿਬ ਉਸ ਸਮੇਂ ਫਰਾਖ ਦਿਲੀ ਦਿਖਾਉਂਦੇ, ਵੱਡਾ ਦਿਲ ਕਰਕੇ ਮੁਸਲਿਮ ਲੀਗ ਨੂੰ ਆਪਣੀ ਮਿਨਿਸਟਰੀ ਦੇ ਵਿੱਚ ਲੈ ਲੈਂਦੇ, ਤਾਂ ਮੁਸਲਿਮ ਲੀਗ ਕਾਂਗਰਸ ਦੇ ਪ੍ਰੋਗਰਾਮ ਤੇ ਆਉਣ ਨੂੰ ਤਿਆਰ ਸੀ, ਪਰ ਅਜਿਹਾ ਨਾ ਹੋ ਸਕਿਆ। ਉਹਨਾਂ ਦੀ ਜਵਾਹਰ ਲਾਲ ਨਹਿਰੂ ਦੀ ਪਹਿਲੀ ਭੁੱਲ ਕਰਕੇ, ਜੋ ਪਹਿਲੀ ਗਲਤੀ ਜਵਾਹਰ ਲਾਲ ਨਹਿਰੂ ਦੀ ਜਿਸ ਕਰਕੇ ਦੇਸ਼ ਦੀ ਵੰਡ ਹੋਈ। ਦੂਸਰੀ ਗਲਤੀ ਭੰਮ ਸਾਹਿਬ ਜੀ ਜੋ 1946 ਦੇ ਵਿੱਚ ਆ ਕੇ ਜਿਸ ਨੂੰ ਮੌਲਾਨਾ ਅਬੁਲ ਕਲਾਮ ਆਜ਼ਾਦ ਨੇ ਆਪਣੀ ਕਿਤਾਬ ਦੇ ਵਿੱਚ ਹਿਮਾਲਿਅਨ ਬਲੰਡਰ ਕਿਹਾ, ਉਹ ਇਹ ਸੀ ਕਿ ਜਦ ਕੈਬਨਿਟ ਮਿਸ਼ਨ ਪਲਾਨ ਜਿਸ ਦਾ ਮੈਂ ਚਰਚਾ ਅੱਗੇ ਕਰੂੰਗਾ ਜੀ, ਉਹ 1946 ਆਉਂਦਿਆਂ ਉਹ ਫਾਈਨਲ ਹੋ ਚੁੱਕਿਆ ਸੀ ਜੀ। ਜੋ ਕੈਬਨਿਟ ਮਿਸ਼ਨ ਸੀ ਇੰਗਲੈਂਡ ਤੋਂ ਆਇਆ ਸੀ, ਉਸ ਦੇ ਨਾਲ ਜੋ ਕਾਂਗਰਸ ਹੈ ਉਸ ਨੇ ਸਹਿਮਤੀ ਬਣਾ ਲਈ ਸੀ, ਮੁਸਲਿਮ ਲੀਗ ਨੇ ਵੀ ਸਹਿਮਤੀ ਬਣਾ ਲਈ ਸੀ ਜੀ। ਕੈਬਨਿਟ ਮਿਸ਼ਨ ਪਲਾਨ ਇੱਕ ਇਹੋ ਜਿਹਾ ਪਲਾਨ ਸੀ ਜਿਸ ਦੇ ਵਿੱਚ ਭਾਰਤ ਦੀ ਜੋ ਵੰਡ ਹੈ 1946 ਤੱਕ ਜੀ ਉਸ ਨੂੰ ਰਿਜੈਕਟ ਕਰ ਦਿੱਤਾ ਗਿਆ ਸੀ ਜੀ। ਮੰਨ ਲਓ ਵੀ ਜੂਨ ਜੁਲਾਈ ਜੀ 1947 ਤੱਕ ਭਾਰਤ ਦੀ ਵੰਡ ਹੋਣ ਦਾ ਕੋਈ ਵਿਚਾਰ ਨਹੀਂ ਸੀਗਾ। ਫਿਰ ਸਾਲ ਦੇ ਵਿੱਚ ਅਜਿਹਾ ਕੀ ਹੋਇਆ ਕਿ 15 ਅਗਸਤ 1947 ਨੂੰ ਭਾਰਤ ਵੰਡਿਆ ਗਿਆ। ਭੰਮ ਸਾਹਿਬ ਇਹ ਬਹੁਤ ਜ਼ਰੂਰੀ ਗੱਲ ਹੈ ਜੋ ਮੈਂ ਹੁਣ ਕਰਨ ਜਾ ਰਿਹਾ ਜੀ। ਕੈਬਨਿਟ ਮਿਸ਼ਨ ਪਲਾਨ ਹੈ ਜੋ ਫਾਈਨਲ ਹੋ ਚੁੱਕਿਆ ਸੀ, ਉਸ ਤੇ ਕਾਂਗਰਸ ਵਰਕਿੰਗ ਕਮੇਟੀ ਜੋ ਹੈ ਉਸ ਨੇ ਆਪਣੀ ਮੋਹਰ ਲਗਾ ਦਿੱਤੀ ਸੀ, ਤੇ ਆਲ ਇੰਡੀਆ ਕਾਂਗਰਸ ਕਮੇਟੀ ਹੈ ਜੋ AICC ਜੋ ਦੂਜੀ ਬਹੁਤ ਜ਼ਰੂਰੀ ਬਾਡੀ ਹੈ ਕਾਂਗਰਸ ਦੀ ਜੀ ਜੀ, ਉਸ ਨੇ ਵੀ ਆਪਣੀ ਮੋਹਰ ਲਗਾ ਦਿੱਤੀ ਸੀ। ਪਰ ਜਦ ਜਵਾਹਰ ਲਾਲ ਨਹਿਰੂ ਕਾਂਗਰਸ ਦੇ ਪ੍ਰੈਜ਼ੀਡੈਂਟ ਬਣੇ ਤਾਂ ਉਹਨਾਂ ਨੇ ਬੰਬੇ ਵਿਖੇ ਇੱਕ ਅਜਿਹਾ ਬਿਆਨ ਦਿੱਤਾ ਜਿਸ ਨੇ ਕਿ ਜੋ ਸਾਰਾ ਕੈਬਨਿਟ ਮਿਸ਼ਨ ਪਲਾਨ ਦੇ ਉੱਤੇ ਮਿਹਨਤ ਹੋਈ ਸੀ ਜੀ, ਜੋ ਸਾਰਾ ਕੈਬਨਿਟ ਮਿਸ਼ਨ ਪਲਾਨ ਬਣਿਆ ਪਿਆ ਸੀ ਜੀ, ਤਿਆਰ ਹੋਇਆ ਪਿਆ ਸੀ, ਜਿਸ ਨੂੰ ਕਿ ਮੁਸਲਿਮ ਲੀਗ ਵੀ ਜਿਸ ਦੇ ਉੱਤੇ ਐਗਰੀ ਕਰ ਚੁੱਕੀ ਸੀ ਜੀ। ਸੋ 10 ਜੁਲਾਈ ਨੂੰ ਜਵਾਹਰ ਲਾਲ ਨਹਿਰੂ ਬੰਬੇ ਵਿਖੇ ਪ੍ਰੈਸ ਕਾਨਫਰੰਸ ਕਰਦੇ ਕਹਿੰਦੇ ਆ ਜਿਸ ਦੇ ਵਿੱਚ ਕਿ ਇਹ ਦੇਖੋ AICC ਤੇ ਕਾਂਗਰਸ ਵਰਕਿੰਗ ਕਮੇਟੀ ਦਾ ਜੋ ਹੈ ਉਹ ਰੈਜ਼ੋਲੂਸ਼ਨ ਪਾਸ ਹੋਣ ਤੋਂ ਬਾਅਦ ਦੀ ਗੱਲ ਹੈ। ਉਹਨਾਂ ਨੇ ਇੱਕ ਅਜਿਹਾ ਬਿਆਨ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੋ ਕਾਂਗਰਸ ਪਾਰਟੀ ਹੈ ਉਹ ਜੋ
ਅਹਿਦਨਾਮੇ ਹੋ ਰਹੇ ਨੇ, ਜੋ ਐਗਰੀਮੈਂਟ ਕਨਸਟੀਟਿਊਐਂਟ ਕਮੇਟੀ ਜਿਸ ਨੇ ਸੰਵਿਧਾਨ ਬਣਾਉਣਾ ਹੈ, ਜਿਸ ਕਮੇਟੀ ਨੇ, ਉਸ ਦੇ ਬਣਨ ਤੋਂ ਪਹਿਲਾਂ ਜੋ ਐਗਰੀਮੈਂਟ ਹੋ ਰਹੇ ਨੇ, ਜੋ ਕਾਂਗਰਸ ਪਾਰਟੀ ਹੈ ਉਹਨਾਂ ਤੇ ਬਾਉਂਡ ਨਹੀਂ ਹੋਵੇਗੀ ਕਿ ਜਦ ਅਸੀਂ ਸੰਵਿਧਾਨ ਬਣਾਉਣ ਬੈਠਾਂਗੇ, ਜੋ ਸਾਡੇ ਵਾਅਦੇ ਪਹਿਲਾਂ ਹੋ ਰਹੇ ਨੇ, ਜੋ ਸਾਡੇ ਐਗਰੀਮੈਂਟ ਹੋ ਰਹੇ ਨੇ, ਜਿਸ ਤਰ੍ਹਾਂ ਕਿ ਕੈਬਨਿਟ ਮਿਸ਼ਨ ਪਲਾਨ, ਜਿਸ ਦੇ ਵਿੱਚ ਕੀ ਮੁਸਲਿਮ ਲੀਗ ਨਾਲ ਸਹਿਮਤੀ ਬਣਾਈ ਗਈ ਹੈ, ਅਸੀਂ ਉਹਨਾਂ ਦੇ ਬੰਧਨ ਵਿੱਚ ਬੰਨੇ ਨਹੀਂ ਰਵਾਂਗੇ। ਜੋ ਅਸੀਂ ਨਵਾਂ ਸੰਵਿਧਾਨ ਹੈ ਉਹ ਕਾਂਗਰਸ ਇੱਕ ਆਜ਼ਾਦ ਤੌਰ ਤੇ ਬਣਾਏਗੀ ਜੀ। ਸੋ ਭੰਮ ਸਾਹਿਬ ਇਸ ਇੱਕ ਬਿਆਨ ਨੇ ਸਾਰੇ ਕੈਬਨਿਟ ਮਿਸ਼ਨ ਪਲਾਨ ਨੂੰ ਤਹਿਸ ਨਹਿਸ ਕਰ ਦਿੱਤਾ ਤੇ ਭਾਰਤ ਦੀ ਵੰਡ ਦਾ ਰਸਤਾ ਖੋਲ ਦਿੱਤਾ, ਕਿਉਂਕਿ ਮੁਹੰਮਦ ਅਲੀ ਜਿਨਾਹ ਪਹਿਲਾਂ ਹੀ ਪ੍ਰੈਸ਼ਰ ਦੇ ਵਿੱਚ ਸੀ ਜੀ। ਜੋ ਮੁਸਲਿਮ ਲੀਗ ਵਾਲੇ ਸੀ ਉਹ ਮੁਹੰਮਦ ਅਲੀ ਜਿਨਾਹ ਦੇ ਉੱਤੇ ਪ੍ਰੈਸ਼ਰ ਪਾ ਰਹੇ ਸੀ ਕਿ ਜੇ ਤੁਸੀਂ ਸਾਨੂੰ ਪਾਕਿਸਤਾਨ ਲੈ ਕੇ ਨਹੀਂ ਦੇਣਾ ਸੀ ਤਾਂ ਇੰਨੇ ਚਿਰ ਦਾ ਸਾਨੂੰ ਕਿਉਂ ਮਗਰ ਲਾਇਆ ਪਾਕਿਸਤਾਨ ਦੇ ਨਾਮ ਦੇ ਉੱਤੇ। ਸੋ ਮੁਹੰਮਦ ਅਲੀ ਜਿਨਾਹ ਨੂੰ ਇਸ ਬਿਆਨ ਤੋਂ ਮੌਕਾ ਮਿਲ ਗਿਆ ਕੈਬਨਿਟ ਮਿਸ਼ਨ ਪਲਾਨ ਤੋਂ ਭੱਜਣ ਦਾ, ਤੇ ਉਹਨਾਂ ਨੇ ਫਿਰ ਇਸ ਮੌਕੇ ਨੂੰ ਭਰਪੂਰ ਵਰਤਿਆ ਤੇ ਫਿਰ ਇਸ ਨਹਿਰੂ ਦੇ ਇਸ ਬਿਆਨ ਤੋਂ ਆਉਣ ਤੋਂ ਬਾਅਦ ਤੁਰੰਤ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਕਿਹਾ ਕਿ ਜੋ ਕਾਂਗਰਸ ਪਾਰਟੀ ਹੈ ਉਸਨੇ ਆਪਣੀ ਜੋ ਅਸਲ ਇਰਾਦੇ ਨੇ ਉਹ ਡਿਕਲੇਅਰ ਕਰ ਦਿੱਤੇ ਨੇ। ਸੋ ਹੁਣ ਕਾਂਗਰਸ ਪਾਰਟੀ ਤੇ ਯਕੀਨ ਨਹੀਂ ਕੀਤਾ ਜਾ ਸਕਦਾ ਕਿ ਜੋ ਵਾਅਦੇ ਤੇ ਜੋ ਐਗਰੀਮੈਂਟ ਇਹ ਆਜ਼ਾਦੀ ਤੋਂ ਪਹਿਲਾਂ ਕਰ ਰਿਹਾ ਹੈ, ਪਾਵਰ ਦੇ ਆਉਣ ਤੋਂ ਬਾਅਦ ਇਹ ਉਸ ਦੇ ਵਿੱਚ ਉਸ ਤੇ ਖੜਨਗੇ। ਸੋ ਉਹਨਾਂ ਨੇ ਕੈਬਨਿਟ ਮਿਸ਼ਨ ਪਲਾਨ ਨੂੰ ਰੱਦ ਕਰ ਦਿੱਤਾ। ਉਸ ਤੋਂ ਬਾਅਦ ਮੌਲਾਨਾ ਅਬੁਲ ਕਲਾਮ ਆਜ਼ਾਦ ਨੇ ਬਹੁਤ ਕੋਸ਼ਿਸ਼ ਕੀਤੀ ਜੀ ਉਸ ਕੈਬਨਿਟ ਮਿਸ਼ਨ ਪਲਾਨ ਨੂੰ ਦੁਬਾਰਾ ਲਿਆਉਣ ਦੀ, ਪਰ ਉਸ ਦੇ ਵਿੱਚ ਕਾਮਯਾਬ ਨਹੀਂ ਹੋ ਸਕੇ ਜੀ। ਸੋ ਇਸ ਤਰ੍ਹਾਂ ਜੋ ਨਹਿਰੂ ਦੀਆਂ ਇਹ ਭਾਰੀਆਂ ਗਲਤੀਆਂ ਸੀ ਭੰਮ ਸਾਹਿਬ, ਹਿਮਾਲਯਨ ਬਲੰਡਰਸ ਜੀ 1937 ਤੇ 1946 ਦਾ, ਉਸ ਨੇ ਭਾਰਤ ਦੀ ਆਜ਼ਾਦੀ ਦਾ ਰਾਹ ਖੋਲ੍ਹਿਆ, ਕਿਉਂਕਿ ਅਗਸਤ 1946 ਤੱਕ ਭਾਰਤ ਦੀ ਜੋ ਵੰਡ ਹੈ ਜੀ ਉਸ ਦੀ ਕੋਈ ਗੱਲ ਨਹੀਂ ਸੀ, ਖਤਮ ਹੋ ਚੁੱਕੀ ਸੀ ਸਾਰੀ ਗੱਲ, ਉਹ ਖਤਮ ਹੋ ਚੁੱਕੀ ਸੀ, ਮੈਟਰ ਸੈਟਲ ਹੋ ਚੁੱਕਾ ਸੀ, ਮੈਟਰ ਕਲੋਜ਼ ਹੋ ਚੁੱਕਿਆ ਸੀ। ਪਰ ਉੱਥੇ ਇਮਾਨਦਾਰੀ ਗਾਇਬ ਹੋ ਗਈ ਤਾਂ ਉਹਨਾਂ ਚੱਲੀ। ਹੁਣ ਇਹ ਕਾਰਨ ਤਾਂ ਭੰਮ ਸਾਹਿਬ ਦੇਖੋ, ਜਾਂ ਤਾਂ ਨਹਿਰੂ ਸਾਹਿਬ ਦੱਸ ਸਕਦੇ ਹੈ ਜੀ, ਤਾਂ ਜਾਂ ਤਾਂ ਹੁਣ ਉਹਨਾਂ ਨੂੰ ਜੋ ਕਾਂਗਰਸ ਪਾਰਟੀ ਹੈ ਜੀ ਉਹ ਆਪਣਾ ਇਤਿਹਾਸ ਦੀ ਘੋਖ ਕਰਕੇ ਦੱਸ ਸਕਦੀ ਹੈ ਕਿ ਨਹਿਰੂ ਨੇ ਇਸ ਤਰ੍ਹਾਂ ਦਾ ਬਿਆਨ ਕਿਉਂ ਦਿੱਤਾ ਜਿਸ ਦੇ ਨਾਲ ਜੋ ਕੈਬਨਿਟ ਮਿਸ਼ਨ ਪਲਾਨ ਹੈ ਜੀ ਜੋ ਭਾਰਤ ਦੀ ਏਕਤਾ ਦੀ ਗੱਲ ਕਰਦਾ ਸੀ ਉਹ ਤਹਿਸ ਨਹਿਸ ਹੋ ਗਿਆ ਜੀ। ਗਿੱਲ ਸਾਹਿਬ, ਇਹ ਨਹਿਰੂ ਤੋਂ ਬਿਨਾਂ ਜੇ ਸਰਦਾਰ ਪਟੇਲ ਹੋਣੇ ਜਾਂ ਗਾਂਧੀ ਹੋਣੇ, ਇਹਨਾਂ ਦੀ ਭੂਮਿਕਾ ਫਿਰ ਕੀ ਰਹਿੰਦੀ ਹੈ ਜੀ ਇਸ ਸਾਰੇ ਸੰਦਰਭ ਦੇ ਵਿੱਚ? ਭੰਮ ਸਾਹਿਬ, ਜੇ ਅਸੀਂ ਗੱਲ ਕਰੀਏ ਸਰਦਾਰ ਪਟੇਲ ਦੀ ਜੋ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਸੀ ਜੀ, ਉਹਨਾਂ ਦੀ ਜੋ ਭੂਮਿਕਾ ਹੈ ਭੰਮ ਸਾਹਿਬ, ਉਸ ਦੀ ਚਰਚਾ ਵੀ ਇੰਡੀਆ ਵਿਨਸ ਫਰੀडम ਜੋ ਕਿਤਾਬ ਮੌਲਾਨਾ ਅਬੁਲ ਕਲਾਮ ਆਜ਼ਾਦ ਨੇ ਲਿਖੀ ਹੈ ਜੀ, ਉਸ ਦੇ ਵਿੱਚ ਇਸ ਦੀ ਚਰਚਾ ਕੀਤੀ ਗਈ ਹੈ ਜੀ। ਸੋ ਭੰਮ ਸਾਹਿਬ, ਸਰਦਾਰ ਪਟੇਲ ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਭਾਰਤ ਦੇ ਉਹ ਪਹਿਲੇ ਗ੍ਰਹਿ ਮੰਤਰੀ ਸੀ ਜੀ। ਸੋ ਇਸ ਕਿਤਾਬ ਦੇ ਵਿੱਚ ਇਹ ਵੀ ਚਰਚਾ ਕੀਤੀ ਗਈ ਹੈ, ਇਹ ਹਿੰਟ ਦਿੱਤੇ ਗਏ ਹੈ ਕਿ ਜੋ ਸਰਦਾਰ ਪਟੇਲ ਹੈ ਜੀ ਉਹਨਾਂ ਨੇ ਬੰਗਾਲ ਦੇ ਵਿੱਚ ਬੰਬੇ ਦੇ ਵਿੱਚ ਜੀ ਜਦੋਂ ਪਹਿਲਾਂ ਪ੍ਰੋਵਿੰਸ਼ੀਅਲ ਇਲੈਕਸ਼ਨਸ ਹੋਈਆਂ ਸਨ ਜੀ, ਉਦੋਂ ਇੱਕ ਜੋ ਪਾਰਸੀ ਨੇਤਾ ਸੀ ਕਾਂਗਰਸ ਪਾਰਟੀ ਦਾ, ਉਸ ਨੂੰ ਉੱਥੇ ਦਾ ਮੁੱਖ ਮੰਤਰੀ ਨਹੀਂ ਬਣ ਦਿੱਤਾ ਸੀ ਤੇ ਇੱਕ ਜੋ ਹਿੰਦੂ ਲੀਡਰ ਸੀ ਜੀ ਜੋ ਕਿ ਪਾਰਟੀ ਦਾ ਲੀਡਰ ਨਹੀਂ ਸੀ ਸਾਰੀ ਦਾ, ਉਸ ਨੂੰ ਮੁੱਖ ਮੰਤਰੀ ਬਣਵਾਇਆ ਸੀ ਜੀ। ਸੋ ਜਦ ਉਹ ਇੰਟਰਿਮ ਗਵਰਨਮੈਂਟ ਬਣਦੀ ਹੈ ਭੰਮ ਸਾਹਿਬ 1946 ਤੋਂ ਬਾਅਦ ਜੀ, ਜਦ ਨਹਿਰੂ ਨੂੰ ਇਨਵਾਈਟ ਕੀਤਾ ਗਿਆ ਤੇ ਇੰਟਰਿਮ ਗਵਰਨਮੈਂਟ ਬਣਾਈ ਗਈ। ਉਸ ਗਵਰਨਮੈਂਟ ਦੇ ਵਿੱਚ ਦੇਖੋ, ਪਹਿਲਾਂ ਤਾਂ ਮੁਸਲਿਮ ਲੀਗ ਨੇ ਨਾਂਹ ਨੁੱਕਰ ਕੀਤੀ, ਬਾਅਦ ਦੇ ਵਿੱਚ ਜੋ ਮੁਸਲਿਮ ਲੀਗ ਹੈ ਉਸ ਨੇ ਫਿਰ ਉਹ ਗਵਰਨਮੈਂਟ ਜੁਆਇਨ ਕਰ ਲਈ ਸੀ। ਤੇ ਜਦ ਮਿਨਿਸਟਰੀਆਂ ਦੀ ਡਿਵੀਜ਼ਨ ਦੀ ਗੱਲ ਚੱਲ ਰਹੀ ਸੀ ਤਾਂ ਉਹ ਲਿਖਦੇ ਆ ਫਿਰ ਆਪਣੇ ਮੌਲਾਨਾ ਅਬੁਲ ਕਲਾਮ ਆਜ਼ਾਦ ਕਿ ਜੋ ਸਰਦਾਰ ਪਟੇਲ ਹੈ ਉਹਨਾਂ ਨੇ ਜੋ ਆਪਣੀ ਐਂਗਜ਼ਾਇਟੀ ਸੀ ਉਹ ਗ੍ਰਹਿ ਮੰਤਰੀ ਬਣਨਾ ਚਾਹੁੰਦੇ ਸੀ ਜੀ, ਕਿ ਜੋ ਪਹਿਲਾਂ ਕਾਂਗਰਸ ਹੈ ਜੋ ਗ੍ਰਹਿ ਮੰਤਰਾਲਾ ਉਹ ਲਿਆਕਤ ਅਲੀ ਨੂੰ ਦੇ ਰਹੀ ਸੀ ਜੀ, ਪਰ ਸਰਦਾਰ ਪਟੇਲ ਦੇ ਅੜਨ ਕਰਕੇ ਆਪਣੇ ਵਾਸਤੇ ਗ੍ਰਹਿ ਮੰਤਰਾਲੇ ਦੀ ਚਾਹਨਾ ਹੋਣ ਕਰਕੇ ਜੀ ਗ੍ਰਹਿ ਮੰਤਰਾਲਾ ਤਾਂ ਸਰਦਾਰ ਪਟੇਲ ਨੂੰ ਮਿਲ ਗਿਆ, ਪਰ ਫਿਰ ਜੋ ਕਾਂਗਰਸ ਪਾਰਟੀ ਹੈ ਜੋ ਉਸ ਨੂੰ ਫਾਈਨਾਂਸ ਮਿਨਿਸਟਰੀ ਜੋ ਹੈ
ਉਹ ਮੁਸਲਿਮ ਲੀਗ ਨੂੰ ਦੇਣੀ ਪਈ ਲਿਆਕਤ ਅਲੀ ਨੂੰ ਜੀ। ਸੋ ਭੰਮ ਸਾਹਿਬ ਜਦੋਂ ਉਹ ਸਰਕਾਰ ਹੋਣ ਦੇ ਵਿੱਚ ਆਈ ਜਾਂ ਸਰਕਾਰ ਚੱਲੀ ਤਾਂ ਫਿਰ ਕਾਂਗਰਸ ਨੇ ਸਰਦਾਰ ਪਟੇਲ ਨੇ ਡਿਸਕਵਰ ਕੀਤਾ ਕਿ ਉਹਨਾਂ ਨੇ ਮੁਸਲਿਮ ਲੀਗ ਨੂੰ ਫਾਈਨਾਂਸ ਮਿਨਿਸਟਰੀ ਦੇ ਕੇ ਬਹੁਤ ਵੱਡੀ ਗਲਤੀ ਕਰ ਦਿੱਤੀ ਕਿਉਂਕਿ ਸਾਰਾ ਫਾਈਨਾਂਸ ਜੋ ਹੈ ਉਹ ਸਰਦਾਰ ਪਟੇਲ ਦੀ ਗਲਤੀ ਕਰਕੇ ਉਹ ਮੁਸਲਿਮ ਲੀਗ ਦੇ ਹੱਥ ਵਿੱਚ ਆ ਗਿਆ ਤਾਂ ਫਿਰ ਸਰਦਾਰ ਪਟੇਲ ਨੇ ਇਹ ਚੀਜ਼ ਡਿਸਕਵਰ ਕੀਤੀ ਕਿ ਉਹ ਆਪਣੀ ਮਿਨਿਸਟਰੀ ਦੇ ਵਿੱਚ ਜੀ ਇੱਕ ਚਪੜਾਸੀ ਵੀ ਅਪਾਇੰਟ ਨਹੀਂ ਕਰ ਸਕਦੇ ਜਿੰਨਾ ਚਿਰ ਲਿਆਕਤ ਅਲੀ ਨਾ ਚਾਹਵੇ। ਬਿਲਕੁਲ। ਸੋ ਲਿਆਕਤ ਅਲੀ ਨੇ ਤੇ ਮੁਸਲਿਮ ਲੀਗ ਨੇ ਫਿਰ ਉਹਨਾਂ ਨੂੰ ਇੰਨੀ ਪਰੇਸ਼ਾਨੀ ਦਿੱਤੀ ਸਰਕਾਰ ਚਲਾਉਣ ਦੇ ਵਿੱਚ ਕਿ ਸਰਦਾਰ ਪਟੇਲ ਦਾ ਵੀ ਫਿਰ ਮਨ ਖੱਟਾ ਹੋ ਗਿਆ ਤੇ ਆਪਣੇ ਮਨ ਦੇ ਵਿੱਚ ਫਿਰ ਜੋ ਉਹਨਾਂ ਨੇ ਪਾਰਟੀਸ਼ਨ ਹੈ ਉਸ ਨੂੰ ਅਸੈਪਟ ਕਰ ਲਿਆ ਲਾਰਡ ਮਾਊਂਟਬੈਟਨ ਦੇ ਪ੍ਰਭਾਵ ਹੇਠ ਆ ਕੇ ਉਹਨਾਂ ਨਾਲ ਗੱਲਬਾਤ ਕਰਕੇ ਤੇ ਜੋ ਮਾੜਾ ਤਜਰਬਾ ਸਰਕਾਰ ਚਲਾਉਣ ਦਾ ਲਿਆਕਤ ਅਲੀ ਹੋਰਾਂ ਦੇ ਨਾਲ ਰਿਹਾ ਜੀ ਉਹ ਸਭ ਨੂੰ ਦੇਖਦੇ ਹੋਏ ਫਿਰ ਜੋ ਸਰਦਾਰ ਪਟੇਲ ਹੈ ਉਹਨਾਂ ਦਾ ਮਨ ਪਾਰਟੀਸ਼ਨ ਵਾਸਤੇ ਤਿਆਰ ਹੋ ਚੁੱਕਿਆ ਸੀ, ਆਪਦੀਆਂ ਗਲਤੀਆਂ ਭੁੱਲ ਗਏ ਤੇ ਜੀ ਫਿਰ ਉਹ ਤੋਂ ਅੱਗੇ ਦੇਖੋ ਸਰਦਾਰ ਪਟੇਲ ਬਾਰੇ ਜੋ ਮੌਲਾਨਾ ਅਬੁਲ ਕਲਾਮ ਆਜ਼ਾਦ ਹੈ ਜੀ ਉਹ ਤਾਂ ਫਿਰ ਕਲੀਅਰਲੀ ਕਹਿੰਦੇ ਆ ਪੰਨਾ ਨੰਬਰ 198 ਦੇ ਉੱਤੇ he openly said that he was prepared to have a part of India if only he could get rid of the Muslim League. जी. It would not perhaps be unfair to say that Vallabhbhai Patel was the founder of Indian partition. ਇਹ ਮੌਲਾਨਾ ਅਬੁਲ ਕਲਾਮ ਆਜ਼ਾਦ ਆਪਣੀ ਕਿਤਾਬ ਇੰਡੀਆ ਵਿਨਸ ਫਰੀडम ਜੀ ਭਾਰਤ ਦੇ ਪਹਿਲੇ ਐਜੂਕੇਸ਼ਨ ਮਿਨਿਸਟਰ ਜੀ ਸਰਦਾਰ ਪਟੇਲ ਬਾਰੇ ਕਹਿੰਦੇ ਆ ਕਿ ਸਰਦਾਰ ਪਟੇਲ was the founder of Indian partition. ਐਡਾ ਵੱਡਾ ਰੋਲ ਮੁਲਕ ਦੀ ਵੰਡ ਦੇ ਵਿੱਚ ਜੋ ਸਰਦਾਰ ਪਟੇਲ ਹੈ ਅਦਾ ਕੀਤਾ ਉਹਨਾਂ ਨੇ ਅਦਾ ਕੀਤਾ। ਤੇ ਹੁਣ ਭੰਮ ਸਾਹਿਬ ਜੋ ਪੰਨਾ ਨੰਬਰ 201 ਹੈ ਉਸ ਦੇ ਉੱਤੇ ਉਹ ਲਿਖਦੇ ਆ ਮੌਲਾਨਾ ਅਬੁਲ ਕਲਾਮ ਆਜ਼ਾਦ ਕਿ ਕਿਸ ਤਰ੍ਹਾਂ ਜੋ ਟੂ ਨੇਸ਼ਨ ਥਿਉਰੀ ਹੈ ਜੀ ਜੋ ਕਾਂਗਰਸ ਦੀ ਵਿਚਾਰਧਾਰਾ ਦੇ ਹੀ ਵਿਪਰੀਤ ਸੀ, ਉਲਟ ਸੀ, ਉਸ ਨੂੰ ਪਟੇਲ ਮੰਨ ਚੁੱਕੇ ਸੀ ਜੀ। ਉਹ ਕਹਿੰਦੇ ਆ ਕਿ I was surprised and pained when Patel in reply said that whether we liked it or not there were two nations in India. ਹੁਣ ਇਹ ਪਟੇਲ ਕਹਿ ਰਹੇ ਆ ਜੀ ਜਿਸ ਦੋ ਰਾਸ਼ਟਰ ਦੀ ਥਿਉਰੀ ਨੂੰ ਟੂ ਨੇਸ਼ਨ ਥਿਉਰੀ ਨੂੰ ਅਸੀਂ ਰੱਦ ਕਰਦੇ ਹਾਂ ਜੀ ਕਿ ਧਰਮ ਦੇ ਬੇਸ ਦੇ ਉੱਤੇ ਰਾਜ ਨਹੀਂ ਬਣਾਇਆ ਜਾ ਸਕਦਾ, ਉਸ ਨੂੰ ਸਰਦਾਰ ਪਟੇਲ ਮੰਨਦੇ ਆ ਤੇ ਕਹਿੰਦੇ ਆ he was not convinced that Muslims and Hindus could not be united into one nation. जी. There was no alternative except to recognize this fact. In this way alone could we end the quarrel between Hindus and Muslims. He further said that if two brothers cannot stay together, they divide. ਵੀ ਜੇ ਦੋ ਭਰਾ ਇਕੱਠੇ ਨਹੀਂ ਰਹਿ ਸਕਦੇ ਤਾਂ ਉਹ ਅਲੱਗ ਹੋ ਜਾਂਦੇ ਜੀ। After separation with their respective shares, they become friends. If on the other hand they are forced to stay together, they tend to fight every day. ਉਹ ਕਹਿੰਦੇ ਜੇ ਇਕੱਠੇ ਰਵਾਂਗੇ ਤਾਂ ਰੋਜ਼ ਲੜਾਈ ਹੋਊਗੀ। It was better to have one clean fight and then separate than have bickering every day. ਉਹ ਕਹਿੰਦੇ ਕਿ ਇੱਕ ਵਾਰ ਲੜ ਕੇ ਅੱਡ ਹੋਣਾ ਚੰਗਾ ਹੈ rather than ਕਿ ਰੋਜ਼ ਕਲੇਸ਼ ਰਵੇ। ਹੁਣ ਜੋ ਸੋਚ ਹੈ ਉਹ ਜੋ ਉਹਨਾਂ ਦਾ ਕੌੜਾ ਤਜਰਬਾ ਹੈ ਲਿਆਕਤ ਅਲੀ ਨਾਲ ਕੰਮ ਕਰਨ ਦਾ ਉਸ ਦੇ ਵਿੱਚੋਂ ਪੈਦਾ ਹੋਈ। I was surprised that Patel was not even Patel was now an even greater supporter of the two nation theory than Jinnah. ਜੀ ਕਿ ਉਹ ਪਟੇਲ ਜੋ ਹੈ ਉਸ ਸਮੇਂ ਤੱਕ ਜਿਨਾਹ ਨਾਲੋਂ ਵੀ ਵੱਡੇ ਸਮਰਥਕ ਟੂ ਨੇਸ਼ਨ ਥਿਉਰੀ ਦੇ ਬਣ ਚੁੱਕੇ ਸੀ। ਜੀ ਜੀ। ਸੋ ਅੱਗੇ ਉਹ ਕਹਿੰਦੇ ਆ ਜਿਨਾਹ may have raised the flag of partition but now the real flag bearer was Patel. ਜੀ ਕਿ ਜਿਨਾਹ ਨੇ ਪਾਰਟੀਸ਼ਨ ਦਾ ਝੰਡਾ ਜੋ ਹੈ ਉਹ ਪਹਿਲਾਂ ਚੱਕਿਆ ਜ਼ਰੂਰ ਸੀ ਪਰ ਹੁਣ ਉਹ ਝੰਡਾ ਸਰਦਾਰ ਪਟੇਲ ਦੇ ਹੱਥ ਵਿੱਚ ਹੈ। ਬਿਲਕੁਲ। ਸੋ ਭਾਮ ਸਾਹਿਬ ਇਸ ਤਰ੍ਹਾਂ ਦਾ ਜੋ ਰੋਲ ਹੈ ਜੀ ਉਹ ਸਰਦਾਰ ਪਟੇਲ ਨੇ ਵੀ ਅਦਾ ਕੀਤਾ ਆਪਣਾ ਜੀ। ਹਾਲਾਂਕਿ ਇਹ ਕਿਹਾ ਜਾਂਦਾ ਹੈ ਕਿ ਦੇਖੋ ਜੋ ਕੈਬਨਿਟ ਮਿਸ਼ਨ ਪਲਾਨ ਹੈ ਜੀ, ਦੇਖੋ ਕੈਬਨਿਟ ਮਿਸ਼ਨ ਪਲਾਨ ਜਿਸ ਦੇ ਵਿੱਚ ਸਹਿਮਤੀ ਬਣ ਚੁੱਕੀ ਸੀ ਉਸ ਦੇ ਵਿੱਚ ਹੁਣ ਜੋ ਇੱਕ ਫੈਡਰਲ ਇੰਡੀਆ ਹੈ ਸਟਰੋਂਗ ਫੈਡਰਲ ਇੰਡੀਆ ਕ੍ਰੀਏਟ ਕਰਨ ਦੀ ਗੱਲ ਹੋਈ ਸੀ ਜੀ, ਜਿਸ ਦੇ ਵਿੱਚ ਸੂਬਿਆਂ ਨੂੰ 3 ਭਾਗਾਂ ਦੇ ਵਿੱਚ ਵੰਡਿਆ ਗਿਆ ਸੀ। ਇੱਕ ਭਾਗ ਦੇ ਵਿੱਚ ਜੋ ਮੁਸਲਿਮ ਮੈਜੋਰਟੀ ਰੱਖੇ ਗਏ ਸੀ, ਦੂਸਰੇ ਭਾਗ ਦੇ ਵਿੱਚ ਜੋ ਹਿੰਦੂ ਮੈਜੋਰਟੀ ਰੱਖੇ ਗਏ ਸੀ ਤੇ ਸੀ ਪਾਰਟ ਦੇ ਵਿੱਚ ਅਸਾਮ ਤੇ ਬੰਗਾਲ ਰੱਖੇ ਗਏ ਸੀ ਜੀ। ਉਸ ਦੇ ਵਿੱਚ ਕਿਹਾ ਗਿਆ ਸੀ ਕਿ ਜੋ ਕੇਂਦਰ ਸਰਕਾਰ ਹੈ ਉਸ ਕੋਲ ਸਿਰਫ ਡਿਫੈਂਸ, ਕਮਿਊਨੀਕੇਸ਼ਨ ਤੇ ਫੋਰਨ ਅਫੇਅਰਸ ਜੀ 3 ਚੀਜ਼ਾਂ ਰੱਖ ਕੇ
ਜੋ ਬਾਕੀ ਸਾਰੇ ਅਧਿਕਾਰ ਹੈ ਉਹ ਸੂਬਿਆਂ ਨੂੰ ਦੇ ਦਿੱਤੇ ਜਾਣਗੇ, ਜਿਸ ਦੇ ਉੱਤੇ ਮੁਸਲਿਮ ਲੀਗ ਵੀ ਰਾਜ਼ੀ ਹੋ ਗਈ ਸੀ ਕਿ ਜੋ ਮੁਸਲਿਮ ਸਮਾਜ ਆ ਜਾਂ ਹੋਰ ਮਾਈਨੋਰਟੀਜ਼ ਹੈ ਉਹ ਇਸ ਪਲਾਨ ਦੇ ਅੰਡਰ ਉਹ ਸੁਰੱਖਿਅਤ ਰਹਿਣਗੇ। ਪਰ ਜੋ ਜਿਸ ਤਰ੍ਹਾਂ ਅਸੀਂ ਦੇਖਿਆ ਕਿ ਨਹਿਰੂ ਨੇ ਜਿਸ ਕੈਬਨਿਟ ਮਿਸ਼ਨ ਪਲਾਨ ਨੂੰ ਸਾਬੋਤਾਜ ਜਿਸ ਤਰ੍ਹਾਂ ਕੀਤਾ, ਉਸ ਤੋਂ ਬਾਅਦ ਕੈਬਨਿਟ ਮਿਸ਼ਨ ਫਿਰ ਖਤਮ ਹੋ ਜਾਂਦਾ ਹੈ। ਬਿਲਕੁਲ। ਪਰ ਇਹ ਵੀ ਜੇ ਅਸੀਂ ਡਿਫੈਂਸ ਤੇ ਗੱਲ ਕਰੀਏ ਨਹਿਰੂ ਤੇ ਸਰਦਾਰ ਪਟੇਲ ਦੀ ਭਾਮ ਸਾਹਿਬ ਜੀ, ਇਹ ਵੀ ਗੱਲ ਵਾਜਬ ਹੈ। ਦੇਖੋ ਕਿ ਜੇ ਇਸ ਤਰ੍ਹਾਂ ਦੀ ਜੋ ਸਟੇਟ ਉਦੋਂ ਬਣ ਜਾਂਦੀ ਹਿੰਦੁਸਤਾਨ ਦੇ ਵਿੱਚ, ਜੇ ਜੋ ਸੈਂਟਰਲ ਗਵਰਨਮੈਂਟ ਹੈ ਉਹ ਵੀਕ ਰਹਿ ਜਾਂਦੀ ਤਾਂ ਹੋ ਸਕਦਾ ਹੈ ਕਿ ਹਿੰਦੁਸਤਾਨ ਦੇ ਹਜ਼ਾਰਾਂ ਹੀ ਟੁਕੜੇ ਹੋ ਜਾਂਦੇ। ਜੇ ਸਟੇਟਸ ਦੇ ਵਿੱਚ ਇੰਨੀਆਂ ਪਾਵਰਫੁਲ ਹੋ ਜਾਂਦੀਆਂ ਤਾਂ ਉਸ ਸਮੇਂ ਹਿੰਦੁਸਤਾਨ ਇੱਕ ਨਵਾਂ ਮੁਲਕ ਸੀ, ਕੋਈ ਤਾਕਤ ਨਹੀਂ ਸੀ, ਕੋਈ ਐਡੀ ਆਰਮੀ ਤਕੜੀ ਨਹੀਂ ਸੀ, ਐਡੀ ਕੋਈ ਇਕਨੋਮੀ ਤਕੜੀ ਨਹੀਂ ਸੀ। ਸੋ ਮੁਲਕ ਨੂੰ ਇਕੱਠਾ ਰੱਖਣਾ ਵੀ ਇੱਕ ਬਹੁਤ ਵੱਡਾ ਚੈਲੰਜ ਸੀ। ਜਿਸ ਤਰ੍ਹਾਂ ਅਸੀਂ ਬਾਅਦ ਦੇ ਵਿੱਚ ਦੇਖਿਆ ਕਿ ਸਰਦਾਰ ਪਟੇਲ ਨੇ 565 ਜੋ ਪ੍ਰਿੰਸਲੀ ਸਟੇਟ ਸੀ ਉਹਨਾਂ ਨੂੰ ਭਾਰਤ ਦੇ ਵਿੱਚ ਉਹਨਾਂ ਦਾ ਰਲੇਵਾਂ ਕੀਤਾ ਬੜੀ ਆਪਣੀ ਸੂਝ-ਬੂਝ ਦੇ ਨਾਲ ਜੀ। ਸੋ ਜੇ ਸਰਦਾਰ ਪਟੇਲ ਦੇ ਬਾਅਦ ਦੇ ਵਿੱਚ ਬਿਆਨ ਵੀ ਦਿੱਤਾ ਭਾਮ ਸਾਹਿਬ, ਜੋ ਉਹਨਾਂ ਦੀ ਸੋਚ ਹੈ ਜੋ ਉਸ ਨੂੰ ਦਰਸਾਉਂਦਾ ਹੈ, ਉਹ ਕਹਿੰਦੇ ਆ ਕਿ ਆਈ ਫੈਲਟ ਦੈਟ ਇਫ ਵੀ ਡਿਡ ਨਾਟ ਅਸੈਪਟ ਪਾਰਟੀਸ਼ਨ, ਹੁਣ ਇਹ ਪਟੇਲ ਦੇ ਡਿਫੈਂਸ 'ਚ ਮੈਂ ਕਹਿ ਰਿਹਾ, ਇੰਡੀਆ ਵੁੱਡ ਬੀ ਸਪਲਿਟ ਇਨਟੂ ਮੈਨੀ ਬਿਟਸ, ਇੰਡੀਆ ਬਹੁਤ ਸਾਰੇ ਟੁਕੜਿਆਂ ਦੇ ਵਿੱਚ ਉਹ ਵੰਡਿਆ ਜਾਵੇਗਾ, ਐਂਡ ਵੁੱਡ ਬੀ ਕੰਪਲੀਟਲੀ ਰੂਨਡ, ਤੇ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ। ਇਹ ਕੈਬਨਿਟ ਮਿਸ਼ਨ ਪਲਾਨ ਨੂੰ ਮੰਨ ਲਿਆ ਜਾਂਦਾ ਹੈ ਜੀ। ਮਾਈ ਐਕਸਪੀਰੀਅੰਸ ਆਫ ਆਫਿਸ, ਹੁਣ ਉਹ ਉਸ ਆਫਿਸ ਦੇ ਐਕਸਪੀਰੀਅੰਸ ਦੀ ਗੱਲ ਕਰਦੇ ਜੀ। ਫॉर 1 year ਕਨਵਿੰਸਡ ਮੀ ਦੈਟ ਦ ਵੇ ਵੀ ਹੈਵ ਬੀਨ ਪ੍ਰੋਸੀਡਿੰਗ ਵੁੱਡ ਲੀਡ ਅਸ ਟੂ ਡਿਜ਼ਾਸਟਰ ਜੀ, ਕਿ ਜਿਸ ਤਰ੍ਹਾਂ ਅਸੀਂ ਸਰਕਾਰ ਚਲਾਈ ਹੈ ਮੁਸਲਿਮ ਲੀਗ ਦੇ ਨਾਲ ਉਹ ਬੇੜਾ ਗਰਕ ਕਰ ਦੂ ਮੁਲਕ ਦਾ ਜੀ। ਵੀ ਵੁੱਡ ਨਾਟ ਹੈਵ ਹੈਡ ਵਨ ਪਾਕਿਸਤਾਨ ਬਟ ਸੈਵਰਲ, ਸੋ ਜੇ ਉਸ ਤਰ੍ਹਾਂ ਅਸੀਂ ਚੱਲਦੇ ਰਹਿੰਦੇ ਤਾਂ ਇੱਕ ਪਾਕਿਸਤਾਨ ਨਾ ਬਣਦਾ, ਕਈ ਪਾਕਿਸਤਾਨ ਬਣ ਜਾਂਦੇ। We would have had Pakistan cells in every office, ਸਰਕਾਰ ਦੇ ਹਰੇਕ ਆਫਿਸ ਦੇ ਵਿੱਚ ਇੱਕ ਪਾਕਿਸਤਾਨ ਸੈੱਲ ਬਣ ਜਾਂਦਾ। ਇਹ ਸਰਦਾਰ ਪਟੇਲ ਦੇ ਕਥਨ ਨੇ ਜੀ। ਸੋ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਹੋ ਸਕਦਾ ਉਹਨਾਂ ਦੀ ਇਹ ਸੋਚ ਰਹੀ ਹੋਵੇ ਕਿ ਕੈਬਨਿਟ ਮਿਸ਼ਨ ਪਲਾਨ ਦੇ ਆਉਣ ਨਾਲ ਦੇਸ਼ ਹੈ ਜੋ ਬਹੁਤ ਟੁਕੜਿਆਂ ਦੇ ਵਿੱਚ ਵੰਡਿਆ ਜਾਵੇਗਾ, ਇਸ ਲਈ ਉਹਨਾਂ ਨੇ ਜੋ ਇੱਕ ਪਾਰਟੀਸ਼ਨ ਹੈ ਨਹਿਰੂ ਤੇ ਪਟੇਲ ਨੇ ਉਹ ਉਸ ਨੂੰ ਕਰਨਾ ਮਨਜ਼ੂਰ ਕਰ ਲਿਆ ਤਾਂ ਕਿ ਜੋ ਦੇਸ਼ ਹੈ ਉਸ ਦੀ ਏਕਤਾ ਨੂੰ ਜਿੰਨੀ ਕੁ ਬਚਦੀ ਹੈ ਉਨਾ ਕੁ ਬਚਾਇਆ ਜਾ ਸਕੇ ਜੀ। ਜੀ, ਇਸੇ ਸੰਦਰਭ ਦੇ ਵਿੱਚ ਹੀ ਤਾਰਪੀਡੋ ਕੀਤਾ ਗਿਆ ਕੈਬਨਿਟ ਮਿਸ਼ਨ, ਕਹਿ ਸਕਦੇ ਹਾਂ ਜੀ। ਇੱਕ ਥਿਊਰੀ ਇਹ ਵੀ ਹੈ, ਪਟੇਲ ਨੇ ਤਾਂ ਹਾਲਾਂਕਿ ਦੇਖੋ ਆਪਣੇ ਇਰਾਦੇ ਆ ਜੋ ਉਹ ਕਲੀਅਰ ਕਰ ਦਿੱਤੇ। ਮਹਾਤਮਾ ਗਾਂਧੀ ਦਾ ਕੀ ਰੋਲ ਰਿਹਾ ਜੀ? ਭਾਮ ਸਾਹਿਬ, ਜੇ ਇਹਨਾਂ ਸਾਰੇ ਲੀਡਰਸ ਦੇ ਵਿੱਚੋਂ ਮੈਂ ਦੇਖਾਂ ਜੀ ਤਾਂ ਜੋ ਸਭ ਤੋਂ ਜ਼ਿਆਦਾ ਜੋ ਇੰਡੀਅਨ ਪਾਰਟੀਸ਼ਨ ਦਾ ਜੋ ਜੇ ਕੋਈ ਵਿਰੋਧੀ ਰਿਹਾ ਹੈ ਜੀ ਤਾਂ ਉਹ ਮਹਾਤਮਾ ਗਾਂਧੀ ਰਹੇ ਹੈ ਜੀ। ਹਾਲਾਂਕਿ ਉਸ ਟਾਈਮ ਤੱਕ ਉਹਨਾਂ ਦੀ ਕਾਂਗਰਸ ਪਾਰਟੀ ਦੇ ਵਿੱਚ ਬਹੁਤੀ ਸੁਣਵਾਈ ਨਹੀਂ ਰਹਿ ਗਈ ਸੀ ਜੀ। ਉਹ ਜਿਸ ਤਰ੍ਹਾਂ ਆਪਾਂ ਕਹਿੰਦੇ ਆ ਕਿ ਬਜ਼ੁਰਗ ਹੈ, ਉਹ ਉਹਨਾਂ ਦੀ ਇੱਜ਼ਤ ਤਾਂ ਸੀ ਪਰ ਜੋ ਡੇ ਟੂ ਡੇ ਫੰਕਸ਼ਨਿੰਗ ਹੈ ਪਾਰਟੀ ਦੀ ਜਾਂ ਸਰਕਾਰ ਦੀ ਉਸ ਦੇ ਵਿੱਚ ਉਹਨਾਂ ਦੀ ਸੁਣਵਾਈ ਨਹੀਂ ਰਹੀ ਸੀ। ਪਰ ਮਹਾਤਮਾ ਗਾਂਧੀ ਨੇ ਬਹੁਤ ਪਾਰਟੀਸ਼ਨ ਦੇ ਖਿਲਾਫ ਆਪਣਾ ਮੋਰਚਾ ਖੋਲ੍ਹੀ ਰੱਖਿਆ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਜੇ ਪਾਰਟੀਸ਼ਨ ਹੋਵੇਗੀ ਮੁਲਕ ਦੀ ਤਾਂ ਮੇਰੀ ਲਾਸ਼ ਦੇ ਉੱਪਰ ਦੀ ਹੋਵੇਗੀ। ਉਹਨਾਂ ਨੇ ਇਹ ਵੀ ਕਿਹਾ ਜੇ ਭਾਰਤ ਤੇ ਪਾਕਿਸਤਾਨ ਤੇ ਹਿੰਦੂਆਂ ਮੁਸਲਮਾਨਾਂ ਨੂੰ ਤੁਸੀਂ ਅਲੱਗ ਕਰਦੇ ਹੋ ਤਾਂ ਉਹ ਮੇਰੀ ਧੌਣ ਨੂੰ ਮੇਰੀ ਧੜ ਨਾਲੋਂ ਅਲੱਗ ਕਰਨ ਦੇ ਬਰਾਬਰ ਹੈ ਜੀ। ਉਹਨਾਂ ਨੇ ਅਖੀਰ ਤੱਕ ਕੋਸ਼ਿਸ਼ ਕੀਤੀ ਭਾਮ ਸਾਹਿਬ, ਉਹਨਾਂ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਾ ਦਈਏ ਤਾਂ ਹੋ ਸਕਦਾ ਹੈ ਜੋ ਪਾਰਟੀਸ਼ਨ ਹੈ ਉਹ ਬਚ ਜਾਵੇ। ਪਰ ਫਿਰ ਪਟੇਲ ਤੇ ਨਹਿਰੂ ਨੇ ਇਸ ਦਾ ਪੁਰਜ਼ੋਰ ਵਿਰੋਧ ਕੀਤਾ, ਉਹਨਾਂ ਨੂੰ ਆਪਣੀ ਸਟੇਟਮੈਂਟ ਵਾਪਸ ਲੈਣੀ ਪਈ ਤੇ ਅਖੀਰ ਦੇ ਵਿੱਚ ਉਸ ਮਹਾਪੁਰਸ਼ ਨੇ ਬੜੀ ਮਜਬੂਰੀ ਦੇ ਵਿੱਚ ਇਹ ਕਿਹਾ ਕਿ ਜੇ ਪਾਰਟੀਸ਼ਨ ਹੋ ਵੀ ਜਾਂਦੀ ਹੈ ਪਰ ਜੋ ਪਾਰਟੀਸ਼ਨ ਹੈ ਉਸ ਨੂੰ ਆਪਣੇ ਦਿਲਾਂ ਦੇ ਵਿੱਚ ਸਵੀਕਾਰ ਨਾ ਕਰੋ, ਆਪਣੇ ਦਿਲਾਂ ਨੂੰ ਨਾ ਵੰਡੋ, ਆਪਣੇ ਜੋ ਲੋਕਾਂ ਨੂੰ ਨਾ ਵੰਡੋ। ਜੇ ਸਿਆਸੀ ਕਾਰਨਾਂ ਕਰਕੇ ਸਿਆਸਤਦਾਨਾਂ ਕਰਕੇ ਅੱਡ ਹੋਣਾ ਪੈ ਰਿਹਾ ਪਰ ਜੋ ਨਫ਼ਰਤ ਹੈ ਤੇ ਜੋ ਵੰਡ ਹੈ ਉਸ ਨੂੰ ਆਪਣੇ ਦਿਲਾਂ ਦੇ ਵਿੱਚ ਸਵੀਕਾਰ ਨਾ ਕਰੋ। ਬਿਲਕੁਲ ਬਿਲਕੁਲ, ਬਹੁਤ ਵਧੀਆ। ਖੈਰ ਮਹਾਤਮਾ ਗਾਂਧੀ ਦਾ ਰੋਲ ਇਸ ਸੰਦਰਭ ਦੇ ਵਿੱਚ ਤਾਂ ਰਿਹਾ ਜੀ, ਪਰ ਉਹ ਫਿਰ ਵੀ ਇਸ ਦੇ ਬਾਵਜੂਦ ਵੀ ਬਹੁਤ ਵੱਡਾ ਨੁਕਸਾਨ ਤਾਂ ਅਸੀਂ ਬਰਦਾਸ਼ਤ ਕੀਤਾ ਹੀ ਹੈ ਨਾ ਜੀ। ਜੀ ਭਾਮ ਸਾਹਿਬ, ਜੀ ਜੀ ਜੀ। ਸੋ ਗਿੱਲ ਸਾਹਿਬ, ਇਹਦੇ ਵਿੱਚ ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਇਹ ਜਿਹੜੀ ਜ਼ਾਹਰ ਕਦੋਂ ਹੁੰਦੀ ਹੈ ਵੀ ਹੁਣ ਵੰਡ ਜਿਹੜੀ ਹੋ ਜਾਣੀ ਚਾਹੀਦੀ ਹੈ ਜੀ? ਦੇਖੋ ਭਾਮ ਸਾਹਿਬ, ਜਿਸ ਤਰ੍ਹਾਂ ਅਸੀਂ ਕੈਬਨਿਟ ਮਿਸ਼ਨ ਪਲਾਨ ਦੀ ਗੱਲ ਕੀਤੀ ਜੀ, ਕੈਬਨਿਟ ਮਿਸ਼ਨ ਪਲਾਨ ਦੇ ਫੇਲ ਹੋਣ ਤੋਂ ਬਾਅਦ ਜੀ ਇੰਟਰਿਮ ਗਵਰਨਮੈਂਟ ਬਣ ਜਾਂਦੀ ਹੈ ਜੀ।
ਇੰਟਰਮ ਗਵਰਨਮੈਂਟ ਦੇ ਵਿੱਚ ਫਿਰ ਜੋ ਕਾਂਗਰਸ ਤੇ ਮੁਸਲਿਮ ਲੀਗ ਹੈ ਉਹਨਾਂ ਦਾ ਇਕੱਠੇ ਕੰਮ ਕਰਨ ਦਾ ਤਜਰਬਾ ਬਹੁਤ ਮਾੜਾ ਰਹਿੰਦਾ ਹੈ ਜੀ। ਫਿਰ ਉਸ ਤੋਂ ਬਾਅਦ ਦੇਖੋ ਜੋ ਪ੍ਰਧਾਨ ਮੰਤਰੀ ਐਟਲੀ ਸੀ ਜੀ, ਉਹਨਾਂ ਨੇ 20 ਫਰਵਰੀ 1947 ਨੂੰ ਜੋ ਆਪਣੀ ਇੰਡੀਆ ਦੀ ਪਾਲਿਸੀ ਹੈ ਉਸ ਨੂੰ ਕਲੀਅਰ ਕਰ ਦਿੱਤਾ ਸੀ। ਤੇ ਫਿਰ ਜੋ ਲਾਰਡ ਮਾਊਂਟਬੈਟਨ ਹੈ, ਲਾਰਡ ਵੈਵਲ ਦੇ ਜਾਣ ਤੋਂ ਬਾਅਦ ਜਦ ਲਾਰਡ ਮਾਊਂਟਬੈਟਨ ਨੂੰ ਭਾਰਤ ਦਾ ਜੋ ਵਾਇਸਰਾਏ ਹੈ ਉਹ ਬਣਾ ਕੇ ਭੇਜਿਆ ਜਾਂਦਾ ਹੈ ਤਾਂ ਉਹਨਾਂ ਦਾ ਜੋ ਟਾਸਕ ਹੈ ਉਹ ਕੱਟ ਆਊਟ ਕਰ ਦਿੱਤਾ ਗਿਆ ਸੀ ਕਿ ਜੋ ਇੰਡੀਅਨ ਕੁਐਸਚਨ ਹੈ ਉਸ ਨੂੰ ਤੁਸੀਂ ਰਿਜ਼ੋਲਵ ਕਰਕੇ ਆਉਣਾ ਹੈ ਜੀ। ਤਾਂ ਭੰਮ ਸਾਹਿਬ ਇੱਕ ਡੇਟ ਵੀ ਉਹਨਾਂ ਨੂੰ ਦੇ ਦਿੱਤੀ ਗਈ ਸੀ ਜੀ, ਟਾਈਮ ਬਾਉਂਡ ਕਰਤਾ ਕੰਮ, ਟਾਈਮ ਬਾਉਂਡ ਕੰਮ ਕਰ ਦਿੱਤਾ ਗਿਆ ਸੀ। ਉਸ ਦੇ ਚੱਲਦੇ ਹੋਏ ਫਿਰ ਲਾਰਡ ਮਾਊਂਟਬੈਟਨ ਹੈ ਉਹ ਖੁਦ ਵੀ ਇੱਕ ਚਲੋ ਫੌਜੀ ਬੈਕਗ੍ਰਾਉਂਡ ਦੇ ਬੰਦੇ ਸੀ। ਉਹ ਇੱਕ ਆਪਣਾ ਨਜ਼ਰੀਆ ਲੈ ਕੇ ਫਿਰ ਭਾਰਤ ਆਏ ਜੀ। ਉਹ ਇਹ ਚਾਹੁੰਦੇ ਸੀ ਕਿ ਇਤਿਹਾਸ ਦੇ ਵਿੱਚ ਜੋ ਮੇਰਾ ਨਾਂ ਹੈ ਉਸ ਨੂੰ ਯਾਦ ਰੱਖਿਆ ਜਾਵੇ ਜੀ। ਤਾਂ ਉਹ ਜੋ ਕੈਬਨਿਟ ਮਿਸ਼ਨ ਪਲਾਨ ਦੀ ਜੋ ਸਹਿਮਤੀ ਸੀ ਉਸ ਦੇ ਵੱਲ ਉਹਨਾਂ ਦਾ ਕੋਈ ਖਾਸ ਝੁਕਾਅ ਨਹੀਂ ਸੀ ਜੀ। ਤੇ ਉਹਨਾਂ ਨੇ ਫਿਰ ਜੋ ਮਾਊਂਟਬੈਟਨ ਪਲਾਨ ਲੈ ਕੇ ਆਂਦਾ ਜੀ, ਮਾਊਂਟਬੈਟਨ ਮਿਸ਼ਨ ਜੀ, ਉਸ ਦੇ ਵਿੱਚ ਫਿਰ ਜੋ 15 ਅਗਸਤ 1947 ਜੀ ਜੋ ਆਜ਼ਾਦੀ ਦਿੱਤੀ ਗਈ ਤੇ 2 ਡੋਮੀਨੀਅਨ ਕ੍ਰੀਏਟ ਕਰਨ ਦੀ ਗੱਲ ਕੀਤੀ ਗਈ, ਡੋਮੀਨੀਅਨ ਆਫ ਪਾਕਿਸਤਾਨ ਜੀ ਤੇ ਇੰਡੀਆ, ਜਿਸ ਦੇ ਤਹਿਤ ਕੀ ਫਿਰ ਜੋ ਪਾਰਟੀਸ਼ਨ ਹੈ ਜੀ ਉਹ ਭਾਰਤ ਦੀ ਹੁੰਦੀ ਹੈ। ਤੇ ਜੋ ਲਾਰਡ ਮਾਊਂਟਬੈਟਨ ਹੈ ਉਹ ਫਿਰ ਹੌਲੀ ਹੌਲੀ ਜੋ ਕਾਂਗਰਸ ਲੀਡਰਸ ਹੈ ਉਹਨਾਂ ਨੂੰ ਕਨਵਿੰਸ ਕਰਨਾ ਸ਼ੁਰੂ ਕਰਦੇ ਆ। ਪਟੇਲ ਸਾਹਿਬ ਨੂੰ ਕਨਵਿੰਸ ਕਰ ਲੈਂਦੇ ਆ, ਨਹਿਰੂ ਸਾਹਿਬ ਨੂੰ ਕਨਵਿੰਸ ਕਰ ਲੈਂਦੇ ਆ। ਹੁਣ ਇਸ ਕਿਤਾਬ ਦੇ ਵਿੱਚ ਦੇਖੋ ਇੰਡੀਆ ਵਿਨਸ ਫਰੀडम ਦੇ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਜਦ ਨਹਿਰੂ ਨੂੰ ਪਹਿਲੀ ਵਾਰੀ ਪਾਰਟੀਸ਼ਨ ਦੀ ਗੱਲ ਲਾਰਡ ਮਾਊਂਟਬੈਟਨ ਨੇ ਕੀਤੀ ਜੀ, ਭਾਰਤ ਦੀ ਵੰਡ ਦੀ, ਤਾਂ ਉਹਨਾਂ ਨੇ ਬੜਾ ਵਾਇਲੈਂਟਲੀ ਰਿਐਕਟ ਕੀਤਾ। ਉਹਨਾਂ ਨੇ ਮਤਲਬ ਇਸ ਤਰ੍ਹਾਂ ਕਿ ਤੁਹਾਡੀ ਜ਼ਰੂਰਤ ਵੀ ਕਿਵੇਂ ਹੋਈ ਇਹ ਗੱਲ ਕਰਨ ਦੀ ਜੀ। ਪਰ ਹੌਲੀ ਹੌਲੀ ਦੇਖੋ ਜੋ ਭੰਮ ਸਾਹਿਬ ਉਹ ਇਹ ਕਹਿੰਦੇ ਆ ਕਿ ਜੋ ਨਹਿਰੂ ਸਾਹਿਬ ਸਨ ਉਹ ਪਰਸਨਲ ਇਨਫਲੂਐਂਸਸ ਦੇ ਬੜੇ ਪ੍ਰਭਾਵਿਤ ਹੁੰਦੇ ਸੀ ਜੀ। ਉਸ ਦੇ ਵਿੱਚ ਜੋ ਲੇਡੀ ਮਾਊਂਟਬੈਟਨ ਹੈ ਜੀ ਉਹਨਾਂ ਦਾ ਜੋ ਪਰਸਨਲ ਇਨਫਲੂਐਂਸ ਜੋ ਪੰਡਿਤ ਜਵਾਹਰ ਲਾਲ ਨਹਿਰੂ ਤੇ ਰਿਹਾ ਜੀ, ਉਸ ਨੇ ਉਹਨਾਂ ਨੂੰ ਕਨਵਿੰਸ ਕਰਨ ਦੇ ਵਿੱਚ ਬੜਾ ਯੋਗਦਾਨ ਪਾਇਆ ਜੀ। ਤੇ ਕ੍ਰਿਸ਼ਨਾ ਮੈਨਨ ਜੀ ਜੋ ਇੰਗਲੈਂਡ ਦੇ ਵਿੱਚ ਇੱਕ ਪੰਡਿਤ ਜਵਾਹਰ ਲਾਲ ਨਹਿਰੂ ਦਾ ਨੇੜਲਾ ਸਾਥੀ ਸੀ ਜੀ, ਪਰ ਜਿਸ ਦੇ ਜੋ ਕਿਰਦਾਰ ਦੇ ਉੱਤੇ ਜੋ ਭਾਰਤੀ ਭਾਈਚਾਰਾ ਸੀ ਕੋਈ ਬਹੁਤਾ ਯਕੀਨ ਨਹੀਂ ਕਰਦਾ ਸੀ, ਪਟੇਲ ਸਾਹਿਬ ਵੀ ਉਸ ਤੇ ਯਕੀਨ ਨਹੀਂ ਕਰਦੇ ਸੀ, ਉਸਨੇ ਵੀ ਉਸ ਦੇ ਵਿੱਚ ਨਹਿਰੂ ਨੂੰ ਕਨਵਿੰਸ ਕਰਨ ਦੇ ਵਿੱਚ ਬੜਾ ਯੋਗਦਾਨ ਪਾਇਆ। ਸੋ ਇਸ ਤਰ੍ਹਾਂ ਜੋ ਕਨਵਿੰਸ ਕਰਕੇ ਜੋ ਮਾਊਂਟਬੈਟਨ ਪਲਾਨ ਹੈ ਉਹਨਾਂ ਨੇ ਫਿਰ ਇੰਡੀਆ 3 ਜੂਨ 1947 ਨੂੰ ਜੀ ਸੋ ਪਾਰਟੀਸ਼ਨ ਦੀ ਅਨਾਉਂਸਮੈਂਟ ਕਰ ਦਿੱਤੀ ਸੀ ਜੀ। ਉਹਨਾਂ ਨੇ ਫਿਰ ਇਹ ਜੋ ਪਲਾਨ ਹੈ ਉਸ ਦੇ ਵਿੱਚ ਇਹ ਸਾਰੀਆਂ ਪ੍ਰੋਵੀਜ਼ਨਸ ਰੱਖੀਆਂ ਸੀ, ਜਿਸ ਦੇ ਵਿੱਚ ਕਿ ਨਾਰਥ ਵੈਸਟ ਜੋ ਫਰੰਟੀਅਰ ਪ੍ਰੋਵਿੰਸ ਹੈ ਉਸ ਨੂੰ ਰੈਫਰੈਂਡਮ ਦੀ ਦਿੱਤੀ ਗਈ ਸੀ ਪ੍ਰੋਵੀਜ਼ਨ। ਉਸ ਦੇ ਵਿੱਚ ਕੀ ਰੈਫਰੈਂਡਮ ਦੇ ਵਿੱਚ ਫਿਰ ਜੋ ਨਾਰਥ ਫਰੰਟੀਅਰ ਦੇ ਲੋਕ ਹੈ ਉਹਨਾਂ ਨੇ ਪਾਕਿਸਤਾਨ ਦੇ ਹੱਕ ਦੇ ਵਿੱਚ ਪਾਇਆ ਸੀ। ਤੇ ਭੰਮ ਸਾਹਿਬ ਇੱਥੇ ਆ ਕੇ ਜੋ ਪ੍ਰੋਬਲਮ ਅੜ ਗਈ ਸੀ ਉਹ ਬੰਗਾਲ ਤੇ ਪੰਜਾਬ ਦੀ ਅੜ ਗਈ ਸੀ ਜੀ, ਕਿਉਂਕਿ ਇਹਨਾਂ ਸੂਬਿਆਂ ਦੇ ਵਿੱਚ ਹਾਲਾਂਕਿ ਮੁਸਲਿਮ ਮੈਜੋਰਟੀ ਸੀ ਜੀ, ਪਰ ਬਹੁਤ ਸਾਰੇ ਅਜਿਹੇ ਇਲਾਕੇ ਸਨ ਜਿੱਥੇ ਜੋ ਨਾਨ ਮੁਸਲਿਮ ਹੈ ਜੀ ਉਹ ਮੈਜੋਰਟੀ ਦੇ ਵਿੱਚ ਸੀ ਜੀ। ਸੋ ਫਿਰ ਇੱਥੇ ਜੋ ਬੰਗਾਲ ਤੇ ਪੰਜਾਬ ਹੈ ਉਸ ਨੂੰ ਫਿਰ ਲਕੀਰ ਮਾਰ ਦਿੱਤੀ ਗਈ ਉਸ ਦੇ ਉੱਤੇ ਜੋ ਜ਼ਿਲ੍ਹਿਆਂ ਦੇ ਮੁਤਾਬਕ, ਤੇ ਫਿਰ ਉਹਨਾਂ ਨੂੰ ਇਕਾਈ ਮੰਨ ਕੇ ਜੀ ਉਸ ਦੇ ਵਿੱਚ ਫਿਰ ਜੋ ਛੋਟੀਆਂ ਇਕਾਈਆਂ ਜੀ ਉਹਨਾਂ ਨੂੰ ਤਿਆਰ ਕਰਕੇ ਜੀ ਤਹਿਸੀਲਾਂ ਲੈਵਲ ਤੇ ਜਾ ਕੇ ਜ਼ਿਲ੍ਹਾ ਲੈਵਲ ਦੇ ਉੱਤੇ ਜਾ ਕੇ ਫਿਰ ਪਾਰਟੀਸ਼ਨ ਕੀਤੀ ਗਈ ਤੇ ਜੋ ਰੈੱਡ ਕਲਿਫ ਲਾਈਨ ਹੈ ਜੀ ਉਹ ਡਰਾ ਕੀਤੀ ਗਈ। ਜੋ ਭਾਰਤ ਤੇ ਸਾਡੇ ਪੰਜਾਬ ਦੀ ਵੰਡ ਉਸ ਬੰਦੇ ਨੇ ਆ ਕੇ ਇੰਗਲੈਂਡ ਤੋਂ ਕੀਤੀ ਜਿਸ ਨੂੰ ਕੁਝ ਭਾਰਤ ਦਾ ਪਤਾ ਹੀ ਨਹੀਂ ਸੀ, ਜੋ ਪਹਿਲਾਂ ਭਾਰਤ ਵਿੱਚ ਕਦੇ ਆਇਆ ਹੀ ਨਹੀਂ ਸੀ ਜੀ। ਉਸਨੇ ਨਕਸ਼ੇ ਉੱਤੇ ਬਹਿ ਕੇ ਫਿਰ ਇੱਕ ਲਾਈਨ ਖਿੱਚੀ ਜਿਸ ਨੇ ਲੱਖਾਂ ਲੋਕਾਂ ਨੂੰ ਬੇਘਰ ਕਰ ਦਿੱਤਾ ਜੀ, ਆਪਣੇ ਪੁਰਖਿਆਂ ਦੀ ਜਗ੍ਹਾ ਤੋਂ ਉਜਾੜ ਦਿੱਤਾ, ਲੱਖਾਂ ਲੋਕਾਂ ਦੀ ਮੌਤ ਹੋਈ। ਦੇਖੋ ਕਿ ਹਾਲਾਂਕਿ ਲਾਰਡ ਮਾਊਂਟਬੈਟਨ ਨੇ ਆਸ਼ਵਾਸਨ ਦਿੱਤਾ ਸੀ ਜੀ ਕਿ ਅਸੀਂ ਪੱਤਾ ਨਹੀਂ ਹਿੱਲਣ ਦੇਵਾਂਗੇ, ਕੋਈ ਕਤਲੋਗਾਰਤ ਨਹੀਂ ਹੋਣ ਦੇਵਾਂਗੇ। ਉਹਨਾਂ ਨੇ ਕਿਹਾ ਸੀ ਕਿ ਮੈਂ ਪੋਲੀਟੀਸ਼ੀਅਨ ਨਹੀਂ, ਮੈਂ ਫੌਜੀ ਹਾਂ। ਪਰ ਦੇਖੋ ਉਹ ਜੋ ਸਾਰੇ ਆਸ਼ਵਾਸਨ ਸੀ ਉਹ ਸਭ ਬੇਮਾਨੀ ਸਾਬਤ ਹੋਏ, ਟਟੇਰੀ ਹੋ ਗਏ। ਤੇ ਫਿਰ ਜੋ ਵੰਡ ਦਾ ਸੰਤਾਪ ਹੈ ਉਹ ਭਾਰਤ ਨੂੰ ਤੇ ਪਾਕਿਸਤਾਨ ਨੂੰ ਹੰਡਾਉਣਾ ਪਿਆ ਜੀ, ਖਾਸ ਤੌਰ ਤੇ ਪੰਜਾਬ ਨੂੰ ਤੇ ਬੰਗਾਲ ਨੂੰ। ਪੰਜਾਬ ਤੇ ਬੰਗਾਲ ਪੰਜਾਬ ਦੇ ਵਿੱਚ ਜੋ ਮੈਂ ਸਮਝਦਾ ਅਣਮਨੁੱਖੀ ਇੱਕ ਜੋ
ਵਰਤਾਰਾ ਵਰਤਿਆ, ਭਾਈ ਭਾਈ ਦੇ ਲਹੂ ਦਾ ਪਿਆਸਾ ਹੋ ਗਿਆ ਜੀ, ਲੱਖਾਂ ਹੀ ਲੋਕਾਂ ਦਾ ਉਜਾੜਾ ਹੋਇਆ ਤੇ ਲੱਖਾਂ ਹੀ ਲੋਕਾਂ ਨੇ ਆਪਣੀ ਜਾਨ ਗਵਾਈ। ਲੱਖਾਂ ਲੋਕ ਜੋ ਆਪਣੇ ਭਰੇ ਭੁਰੇ ਜੋ ਘਰ ਛੱਡ ਕੇ, ਆਪਣੀਆਂ ਹਵੇਲੀਆਂ ਛੱਡ ਕੇ, ਆਪਣੀਆਂ ਸੋਨਾ ਉਗਲਣ ਵਾਲੀਆਂ ਜ਼ਮੀਨਾਂ ਛੱਡ ਕੇ ਸ਼ਰਨਾਰਥੀ ਕੈਂਪਾਂ ਦੇ ਵਿੱਚ ਆ ਕੇ ਬੈਠ ਗਏ, ਸਭ ਕੁਝ ਆਪਣਾ ਗਵਾ ਕੇ। ਪਰ ਦੇਖੋ ਵੀ ਉਹਨਾਂ ਲੋਕਾਂ ਨੇ, ਉਹਨਾਂ ਮਿਹਨਤੀ ਲੋਕਾਂ ਨੇ, ਉਹਨਾਂ ਹਿੰਮਤੀ ਲੋਕਾਂ ਨੇ ਉਹ ਆਪਣਾ ਜੋ ਕਰਮ ਕਰਨ ਦੀ ਜੋ ਤਾਕਤ ਸੀ, ਜੋ ਆਪਣੀ ਅੱਗੇ ਵਧਣ ਦੀ ਜੀਵਨ ਦੇ ਵਿੱਚ ਇੱਕ ਇੱਛਾ ਸ਼ਕਤੀ ਸੀ, ਉਸ ਨੂੰ ਨਹੀਂ ਛੱਡਿਆ। ਤੇ ਦੇਖੋ ਭਾਰਤ ਦੇ ਵਿੱਚ ਆ ਕੇ ਨਵੀਂ ਜਗ੍ਹਾ ਦੇ ਉੱਤੇ ਵਸ ਕੇ ਫਿਰ ਇੱਕ ਨਵੀਂ ਸ਼ੁਰੂਆਤ ਕੀਤੀ ਤੇ ਫਿਰ ਭਾਰਤ ਨੂੰ ਆ ਕੇ ਹਰੀ ਕ੍ਰਾਂਤੀ ਦਿੱਤੀ। ਉਹਨਾਂ ਹੀ ਮਿਹਨਤ ਮਸ਼ੱਕਤ ਕਰਨ ਵਾਲੇ ਲੋਕਾਂ ਨੇ। ਜੀ 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 ਜੀ। ਹਾਲਾਂਕਿ ਸਾਰਾ ਕੁਝ ਆਪਦਾ ਗਵਾ ਕੇ ਆਏ ਸੀ, ਘਰ ਪਰਿਵਾਰ, ਜ਼ਮੀਨਾਂ। ਹੋਰ ਕਿਸ ਤਰ੍ਹਾਂ ਦੇ ਸਿੱਟੇ ਜਿਹੜੇ ਅਸੀਂ ਭੁਗਤੇ ਨੇ ਜੀ? ਸਿੱਟੇ ਭਾਮ ਸਾਹਿਬ ਦੇਖੋ, ਇੱਕ ਤਾਂ ਜਦੋਂ ਜਿਨਾਹ ਸਾਹਿਬ ਨੂੰ ਜ਼ਿਕਰ ਕਰਦੇ ਆ ਇੱਕ ਪੱਤਰਕਾਰ ਜੀ, ਕੁਲਦੀਪ ਨਈਅਰ ਸਾਹਿਬ ਜੀ, ਕਿ ਜਦੋਂ ਸਟੂਡੈਂਟ ਹੁੰਦੇ ਸੀ ਤਾਂ ਉਹਨਾਂ ਨੇ ਪੁੱਛਿਆ ਸੀ ਜੀ ਕਿ ਜਿਨਾਹ ਸਾਹਿਬ ਨੂੰ ਕਿ ਦੇਖੋ ਜਦ ਪਾਰਟੀਸ਼ਨ ਹੋ ਜਾਂਦੀ ਹੈ ਤਾਂ ਹਿੰਦੁਸਤਾਨ ਤੇ ਪਾਕਿਸਤਾਨ ਦੇ ਵਿੱਚ ਸੰਬੰਧ ਕਿਹੋ ਜਿਹੇ ਹੋਣਗੇ? ਤਾਂ ਜਿਨਾਹ ਸਾਹਿਬ ਦਾ ਜਵਾਬ ਸੀ, ਸੰਬੰਧ ਉਹੋ ਜਿਹੇ ਹੋਣਗੇ ਜਿਹੋ ਜਿਹੇ ਕੈਨੇਡਾ ਤੇ ਅਮਰੀਕਾ ਦੇ ਵਿੱਚ ਹੈ। ਉਹ ਭਾਮ ਸਾਹਿਬ ਜੋ ਉਹ ਸੋਚ ਹੈ ਉਹ ਵੀ ਸੋਚ ਰਹਿ ਗਈ। ਦੇਖੋ ਪਾਰਟੀਸ਼ਨ ਤੋਂ ਬਾਅਦ ਹਿੰਦੁਸਤਾਨ ਤੇ ਪਾਕਿਸਤਾਨ ਇੱਕ ਦੂਜੇ ਦੇ ਦੁਸ਼ਮਣ ਬਣ ਗਏ ਜੀ। 4 ਜੰਗਾਂ ਹਿੰਦੁਸਤਾਨ ਤੇ ਪਾਕਿਸਤਾਨ ਦੀਆਂ ਹੋ ਚੁੱਕੀਆਂ, ਆਪਸ ਦੇ ਵਿੱਚ ਲੜ ਚੁੱਕੇ ਹੈ। ਜੋ ਕਸ਼ਮੀਰ ਦਾ ਮਸਲਾ ਹੈ ਉਹ ਪਾਰਟੀਸ਼ਨ ਤੋਂ ਲੈ ਕੇ ਹੁਣ ਤੱਕ ਜਿਉਂਦਾ ਤਿਉਂ ਪਿਆ, ਹਾਲੇ ਤੱਕ ਇੱਕ ਰਿਸ਼ਤਾ ਜ਼ਖਮ ਹੈ ਪਾਰਟੀਸ਼ਨ ਦਾ। ਬਿਲਕੁਲ ਭੁਗਤ ਰਹੇ ਸਾਰੇ ਲੋਕ, ਅਜੇ ਵੀ ਸਭ ਭੁਗਤ ਰਹੇ ਹੈ। ਅਸੀਂ ਜੰਗਾਂ ਲੜ ਰਹੇ ਹਾਂ, ਦੋਨਾਂ ਹੀ ਮੁਲਕਾਂ ਦੇ ਵਿੱਚ ਗੁਰਬਤ ਹੈ, ਬੇਰੁਜ਼ਗਾਰੀ ਹੈ, ਭੁੱਖਮਰੀ ਹੈ। ਉਹਨਾਂ ਚੀਜ਼ਾਂ ਨੂੰ ਅਸੀਂ ਇੱਕ ਅੱਖੋਂ ਪਰੋਖੇ ਕਰਕੇ ਇੱਕ ਦੂਜੇ ਨਾਲ ਜੰਗਾਂ ਲੜਨ ਜੀ, ਆਪਣੇ ਦੇਖੋ ਇਕਨੋਮਿਕ ਰਿਸੋਰਸ ਬਰਬਾਦ ਕਰਨ, ਇੱਕ ਦੂਜੇ ਦੇ ਖਿਲਾਫ ਨਫ਼ਰਤ ਦਾ ਦਿਲਾਂ ਦੇ ਵਿੱਚ ਜ਼ਹਿਰ ਭਰਨ, ਇਹਨਾਂ ਗੱਲਾਂ ਦੇ ਵਿੱਚ ਲੱਗੇ ਹੋਏ ਆ ਜੋ ਕਿ 21ਵੀਂ ਸਦੀ ਦੇ ਵਿੱਚ ਸਾਨੂੰ ਦੇਖੋ ਉਹ ਬਾਰਾ ਨਹੀਂ ਖਾਂਦਾ ਜੀ। ਜਿਸ ਤਰ੍ਹਾਂ ਦੇਖੋ ਯੂਰਪ ਹੈ ਭਾਮ ਸਾਹਿਬ ਜੀ, ਇੰਗਲੈਂਡ ਤੇ ਫਰਾਂਸ ਨੇ ਸੈਂਕੜੇ ਸਾਲਾਂ ਤੱਕ ਲੜਾਈ ਲੜੀ ਜੀ। ਹਾਲਾਂਕਿ ਉਹ ਤਾਂ 2 ਵੱਖ-ਵੱਖ ਮੁਲਕ ਹੈ ਬਿਲਕੁਲ ਅੱਡ-ਅੱਡ ਤਰ੍ਹਾਂ ਦੀ ਬੋਲੀ ਹੈ। ਸਾਡਾ ਤਾਂ ਦੇਖੋ ਇੱਕੋ ਜਿਹਾ ਕਲਚਰ ਹੈ, ਇੱਕੋ ਜਿਹਾ ਪਹਿਰਾਵਾ, ਇੱਕੋ ਜਿਹਾ ਖਾਣਾ, ਇੱਕੋ ਜਿਹਾ ਪੀਣਾ, ਇੱਕੋ ਜਿਹੀ ਸੋਚ। ਅਸੀਂ ਕਿਉਂ ਨਹੀਂ ਇੰਗਲੈਂਡ ਤੇ ਫਰਾਂਸ ਤੇ ਯੂਰਪ ਵਾਂਗੂ ਅਸੀਂ ਇੱਕ ਦੂਜੇ ਦੇ ਨੇੜੇ ਆ ਕੇ ਇੱਕ ਚੰਗੇ ਹਮਸਾਇਆਂ ਦੇ ਵਾਂਗੂ, ਇੱਕ ਚੰਗੇ ਗਵਾਂਢੀਆਂ ਦੇ ਵਾਂਗੂ ਅਸੀਂ ਕਿਉਂ ਨਹੀਂ ਇਕੱਠੇ ਹੋ ਕੇ ਰਹਿ ਸਕਦੇ? ਬਿਲਕੁਲ। ਅਸੀਂ ਕਿਉਂ ਨਹੀਂ ਇਹ ਨਫ਼ਰਤਾਂ ਦਾ ਜੋ ਦੌਰ ਹੈ ਜੀ, ਇਸ ਨੂੰ ਖਤਮ ਕਰ ਸਕਦੇ ਜੀ? ਅਸੀਂ ਕਿਉਂ ਨਹੀਂ ਜੋ ਪਹਿਲੇ ਸਮੇਂ ਦੇ ਵਿੱਚ ਦੇਖੋ ਜੋ ਟ੍ਰੇਡ ਹੋਇਆ ਕਰਦਾ ਸੀ ਹਿੰਦੁਸਤਾਨ ਦੇ ਥਰੂ ਲੈਂਡ ਰੂਟ ਤੱਕ, ਯੂਰਪ ਤੱਕ ਜੀ, ਅਸੀਂ ਜੇ ਚੰਗੇ ਸੰਬੰਧ ਬਣਾ ਲਈਏ ਪਾਕਿਸਤਾਨ ਦੇ ਨਾਲ ਤੇ ਪਾਕਿਸਤਾਨ ਹਿੰਦੁਸਤਾਨ ਦੇ ਨਾਲ, ਉਹ ਟ੍ਰੇਡ ਰੂਟ ਖੁੱਲ੍ਹ ਜਾਣਗੇ ਜਿਸ ਦੇ ਨਾਲ ਪੰਜਾਬ ਦੇ ਵਿੱਚ, ਹੋਰ ਸੂਬਿਆਂ ਦੇ ਵਿੱਚ, ਪਾਕਿਸਤਾਨ ਦੇ ਵਿੱਚ, ਸਭ ਦੇ ਵਿੱਚ ਖੁਸ਼ਹਾਲੀ ਆ ਜਾਵੇਗੀ। ਜੀ ਜੀ ਜੀ। ਤੇ ਭੰਮ ਸਾਹਿਬ ਜੇ ਪਾਰਟੀਸ਼ਨ ਦੀ ਗੱਲ ਮੈਂ ਕਰਾਂ ਤੇ ਅਖੀਰ ਦੇ ਵਿੱਚ ਦੇਖੋ ਸਾਦਤ ਹਸਨ ਮੰਟੋ ਦੀ ਗੱਲ ਨਾ ਕਰਾਂ ਜੀ ਤਾਂ ਉਹ ਫਿਰ ਜੋ ਸਾਰਾ ਚਰਚਾ ਹੈ ਉਹ ਅਧੂਰਾ ਰਹਿ ਜਾਂਦਾ। ਸਾਦਤ ਹਸਨ ਮੰਟੋ ਦੀ ਇੱਕ ਬਹੁਤ ਹੀ ਸੈਂਸਿਟਿਵ ਕਹਾਣੀ ਹੈ ਜੀ, ਟੋਬਾ ਟੇਕ ਸਿੰਘ, ਜਿਸ ਦੇ ਵਿੱਚ ਉਹਨਾਂ ਨੇ ਜੋ ਇਹ ਅਣਮਨੁੱਖੀ ਵੰਡ ਹੋਈ ਉਸ ਦੇ ਜੋ ਨਤੀਜੇ ਮਨੁੱਖ ਨੂੰ, ਇੱਕ ਆਮ ਮਨੁੱਖ ਨੂੰ ਭੁਗਤਣੇ ਪਏ ਜੀ, ਉਸ ਦਾ ਇੱਕ ਜੋ ਬੜਾ ਹੀ ਹਿਊਮਨ ਵਰਣਨ ਉਸ ਦੇ ਵਿੱਚ ਕੀਤਾ ਜੀ, ਜਿਸ ਦੇ ਵਿੱਚ ਦੇਖੋ ਇਹ ਮੂਰਖਤਾ ਵੀ ਹਿੰਦੁਸਤਾਨ ਤੇ ਪਾਕਿਸਤਾਨ ਨੇ ਕੀਤੀ ਕਿ ਉਹਨਾਂ ਨੇ ਧਰਮ ਦੇ ਨਾਂ ਤੇ ਲੋਕਾਂ ਨੂੰ ਵੰਡਿਆ। ਤੇ ਦੇਖੋ ਜੋ ਮੈਂਟਲ ਅਸਾਈਲਮ ਦੇ ਵਿੱਚ ਲੋਕ ਸਨ, ਜੋ ਮੈਂਟਲੀ ਚੈਲੰਜ ਜੀ, ਜਿਨ੍ਹਾਂ ਨੂੰ ਪੰਜਾਬ ਵੈਸੇ ਤਾਂ ਮੈਂ ਸ਼ਬਦ ਨਹੀਂ, ਜੋ ਪਾਗਲ ਹੈ ਜੀ, ਪਾਗਲਾਂ ਦਾ ਵੀ ਬਟਵਾਰਾ ਕੀਤਾ ਗਿਆ ਭਾਮ ਸਾਹਿਬ ਜੀ। ਹੁਣ ਸਾਦਤ ਹਸਨ ਮੰਟੋ ਇਹ ਸਵਾਲ ਪੁੱਛਦਾ ਹੈ ਕਿ ਜੋ ਪਾਗਲਾਂ ਦਾ ਬਟਵਾਰਾ ਕੀਤਾ ਗਿਆ ਜੀ, ਮੈਂਟਲ ਅਸਾਈਲਮ ਦੇ ਵਿੱਚ ਹੈ, ਜੋ ਪਾਗਲ ਹੈ, ਪਰ ਜੋ ਪਾਗਲਾਂ ਦੀ ਵੀ ਵੰਡ ਕਰਦਾ ਹੈ ਉਹ ਤੋਂ ਵੱਡਾ ਪਾਗਲ ਹੈ, ਉਸ ਤੋਂ ਵੱਡਾ ਪਾਗਲ ਹੈ। ਸੋ ਸਾਦਤ ਹਸਨ ਮੰਟੋ ਗੱਲ ਕਰਦੇ ਨੇ ਟੋਬਾ ਟੇਕ ਸਿੰਘ ਦੀ ਜੀ, ਇੱਕ ਪਿੰਡ ਹੈ ਬਾਰਡਰ ਦੇ ਉੱਤੇ ਜੀ ਜੀ, ਉੱਥੇ ਜੋ ਮਨੁੱਖ ਹੈ ਉਹ ਟੋਬਾ ਟੇਕ ਸਿੰਘ ਦਾ ਇੱਕ ਵਿਅਕਤੀ ਜੀ, ਉਹ ਕਾਫੀ ਲੰਬੇ ਸਮੇਂ ਤੋਂ ਉਸ ਪਾਗਲਖਾਨੇ ਦੇ ਵਿੱਚ ਹੈ। ਜਦੋਂ ਉਸ ਨੂੰ ਵੰਡਣ ਲੱਗਦੇ ਨੇ, ਉਹਨੂੰ ਤਬਾਦਲਾ ਕਰਨ ਲੱਗਦੇ ਨੇ,
ਪਾਗਲਾਂ ਦਾ ਤਾਂ ਉਹ ਵਿਅਕਤੀ ਪੁੱਛਦਾ ਹੈ ਕਿ ਟੋਭਾ ਟੇਕ ਸਿੰਘ ਕਿੱਥੇ ਹੈ। ਕੋਈ ਤਾਂ ਉਹਨੂੰ ਕਹਿ ਦਿੰਦਾ ਹੈ ਕਿ ਟੋਭਾ ਟੇਕ ਸਿੰਘ ਪਾਕਿਸਤਾਨ ਦੇ ਵਿੱਚ ਹੈ, ਕੋਈ ਕਹਿ ਦਿੰਦਾ ਟੋਭਾ ਟੇਕ ਸਿੰਘ ਹਿੰਦੁਸਤਾਨ ਦੇ ਵਿੱਚ ਹੈ। ਅਖੀਰ ਦੇ ਵਿੱਚ ਜਦ ਉਸ ਨੂੰ ਪਤਾ ਲੱਗਦਾ ਹੈ ਕਿ ਟੋਭਾ ਟੇਕ ਸਿੰਘ ਪਾਕਿਸਤਾਨ ਦੇ ਵਿੱਚ ਹੈ ਤਾਂ ਉਸ ਨੂੰ ਫੜ ਕੇ ਜਦ ਹਿੰਦੁਸਤਾਨ ਵਾਲੇ ਪਾਸੇ ਸਿੱਟਣ ਲੱਗਦੇ ਨੇ ਤਾਂ ਉਹ ਆਪਣੀ ਉਹਨਾਂ ਤੋਂ ਛੁੱਟ ਕੇ ਭੱਜ ਜਾਂਦਾ ਹੈ ਤੇ ਨੋ ਮੈਨ ਲੈਂਡਸ ਦੇ ਵਿੱਚ ਖੜਾ ਰਹਿੰਦਾ ਹੈ। ਜੋ ਦੋ ਤਾਰਾਂ ਦੇ ਵਿੱਚ ਜੋ ਧਰਤੀ ਹੈ, ਜੋ ਹਿੰਦੁਸਤਾਨ ਹੈ ਨਾ ਪਾਕਿਸਤਾਨ ਹੈ, ਉਸ ਦੇ ਵਿੱਚ ਖੜਾ ਰਹਿੰਦਾ ਹੈ ਤੇ ਖੜਾ ਨੋ ਮੈਨਸ ਲੈਂਡ ਦੇ ਵਿੱਚ ਉਹ ਆਪਣਾ ਦਮ ਤੋੜ ਦਿੰਦਾ ਤੇ ਸਾਤ ਹਸਨ ਮੰਟੋ ਇੱਕ ਬੜੀ ਸੰਵੇਦਨਾ ਵਾਲੀ ਜੋ ਲਾਈਨ ਲਿਖਦੇ ਨੇ ਅਖੀਰ ਦੇ ਵਿੱਚ ਕਿ ਇੱਕ ਪਾਸੇ ਹਿੰਦੁਸਤਾਨ ਸੀ, ਇੱਕ ਪਾਸੇ ਪਾਕਿਸਤਾਨ ਸੀ ਤੇ ਟੋਭਾ ਟੇਕ ਸਿੰਘ ਜੋ ਸੀ ਉਹ ਵਿਚਾਲੇ ਉਹ ਮਰਿਆ ਪਿਆ ਸੀ। ਉਸ ਦੇ ਵਿੱਚ ਉਹ ਇਹ ਵੀ ਕਹਿੰਦੇ ਆ ਕਿ ਜਦ ਪਾਗਲਾਂ ਦਾ ਬਟਵਾਰਾ ਹੋਣ ਲੱਗਿਆ ਤਾਂ ਇੱਕ ਪਾਗਲ ਹੈ ਜੋ ਭੱਜ ਕੇ ਦਰਖਤ ਦੇ ਉੱਤੇ ਚੜ੍ਹ ਗਿਆ ਤਾਂ ਉਹ ਕਹਿੰਦਾ ਕਿ ਨਾ ਮੈਂ ਪਾਕਿਸਤਾਨ ਦੇ ਵਿੱਚ ਰਹਿਣਾ ਨਾ ਮੈਂ ਹਿੰਦੁਸਤਾਨ ਦੇ ਵਿੱਚ ਰਹਿਣਾ ਮੈਂ ਤਾਂ ਦਰਖਤ ਦੇ ਉੱਤੇ ਰਹੂੰਗਾ। ਅਜੇ ਵੀ ਅਸੀਂ ਦੇਖਦੇ ਹਾਂ ਲੋਕ ਇਸੇ ਤਰ੍ਹਾਂ ਦੇ ਜਿਹੜੇ ਭਾਵਨਾਵਾਂ ਲੈ ਕੇ ਬੈਠੇ ਹੈ ਜੀ ਅਜੇ ਵੀ ਤਰਸੀ ਜਾਂਦੇ ਇੱਕ ਦੂਜੇ ਨੂੰ ਵੀ ਆਪਦਾ ਘਰ ਵੇਖਣਾ ਹੈ, ਆਪਦਾ ਪਰਿਵਾਰ ਵੇਖਣਾ ਹੈ, ਆਪਦਾ ਯਾਰ ਬੇਲੀ ਵੇਖਣੇ ਹੈ। ਉਹਨਾਂ 'ਚ ਕੋਈ ਧਰਮਾਂ ਦਾ ਵਖਰੇਵਾ ਨਹੀਂ ਗਾ, ਕੋਈ ਕੁਛ ਨਹੀਂ ਗਾ। ਉਹਨਾਂ ਨੂੰ ਉਹੀ ਬੂਟਾ ਸਿੰਘ ਯਾਦ ਆਉਂਦਾ ਹੈ ਤੇ ਉਹੀ ਮੁਹੰਮਦ ਅਲੀ ਯਾਦ ਆਉਂਦਾ ਹੈ। ਉਹ ਉਹਨਾਂ ਨੂੰ ਇਸ ਤੋਂ ਇਲਾਵਾ ਹੋਰ ਕੁਛ ਨਹੀਂ ਬਸ, ਠੀਕ ਹੈ ਨਾ। ਉਹ ਅਜੇ ਤੱਕ ਲੋਕ ਤਰਸੀ ਜਾਂਦੇ ਆ। ਬਹੁਤ ਬੰਦੇ ਜਿਹੜੇ ਆ ਜਿਨ੍ਹਾਂ ਨੂੰ ਇੱਕ ਦੂਜੇ ਨੂੰ ਮਿਲਣ ਵਾਸਤੇ ਵੀਜ਼ਾ ਨਹੀਂ ਦਿੱਤਾ ਜਾ ਰਿਹਾ ਔਰ ਉਹ ਸੰਤਾਪ ਤਾਂ ਲੋਕ ਭੁਗਤ ਰਹੇ ਨਾ, ਇਹਨਾਂ ਲੋਕ ਭੁਗਤ ਰਹੇ ਆ ਜੀ। ਦੇਖੋ ਲੋਕਾਂ ਨੇ ਕਦੇ ਵੀ ਮੌਲਾਨਾ ਅਬੁਲ ਕਲਾਮ ਆਜ਼ਾਦ ਆਪਣੀ ਕਿਤਾਬ ਦੇ ਵਿੱਚ ਲਿਖਦੇ ਆ ਕਿ ਜੋ ਇਹ ਪਾਰਟੀਸ਼ਨ ਹੈ ਭਾਰਤ ਦੇ ਲੋਕਾਂ ਨੇ ਨਹੀਂ ਕੀਤੀ। ਭਾਰਤ ਤੇ ਪਾਕਿਸਤਾਨ ਦੇ ਜੋ ਲੋਕ ਹੈ ਉਹਨਾਂ ਨੇ ਪਾਰਟੀਸ਼ਨ ਨਹੀਂ ਕੀਤੀ, ਇਹ ਪਾਰਟੀਸ਼ਨ ਉਹਨਾਂ ਦੇ ਉੱਤੇ ਥੋਪੀ ਗਈ ਹੈ ਸਿਆਸਤਦਾਨਾਂ ਵੱਲੋਂ। ਇਹਨਾਂ ਨੇ ਤਾਂ ਹੰਡਾਈ ਹੈ ਜੀ, ਇਹਨਾਂ ਨੇ ਹੰਡਾਈ ਹੈ, ਆਪਦੇ ਪਿੰਡੇ ਦੇ ਹੰਡਾਈ ਹੈ, ਆਪਣੇ ਪਿੰਡੇ ਦੇ ਹੰਡਾਈ ਹੈ ਜੀ। ਸੋ ਗਿੱਲ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਤੁਸੀਂ ਬਹੁਤ ਤੁਹਾਡੇ ਪ੍ਰੋਗਰਾਮ ਨੂੰ ਨਾ ਸਾਡੇ ਵਾਸਤੇ ਇਹਨੂੰ ਵਾਈਂਡ ਅਪ ਕਰਨਾ ਬਹੁਤ ਔਖਾ ਲੱਗਦਾ ਜੀ, ਬੜੀ ਮੁਸ਼ਕਲ ਆਉਂਦੀ ਹੈ ਕਿਉਂਕਿ ਉਹ ਇੰਨਾ ਅਸੀਂ ਖੁੱਭ ਜਾਂਦੇ ਆ ਇਸ ਗੱਲਬਾਤ ਦੇ ਵਿੱਚ ਵੀ ਉਹਨੂੰ ਛੱਡਣ ਨੂੰ ਜੀ ਨਹੀਂ ਕਰਦਾ ਮੁੜ ਕੇ। ਪਰ ਸਮੇਂ ਦੀ ਜਿਹੜੀ ਨਿਜਾਕਤ ਹੈ ਉਹਨੂੰ ਵੀ ਸਮਝਣਾ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ। ਸੋ ਇਸ ਲਈ ਤੁਹਾਡੇ ਤੋਂ ਅਸੀਂ ਮਾਫੀ ਚਾਹਾਂਗੇ ਔਰ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਅਸੀਂ ਅਜਿਹਾ ਹੀ ਕੋਈ ਵਿਸ਼ਾ ਲੈ ਕੇ ਸਾਡੇ ਸਰੋਤਿਆਂ ਦੇ ਰੂਬਰੂ ਹੋਵਾਂਗੇ ਜੀ। ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ। ਸੋ ਇਹ ਸਨ ਲਵਲੀਨ ਸਿੰਘ ਜੀ ਗਿੱਲ ਔਰ ਕਿਉਂਕਿ ਹੁਣ ਸਮਾਂ ਹੋ ਗਿਆ ਪ੍ਰੋਗਰਾਮ ਦੀ ਸਮਾਪਤੀ ਦਾ, ਮੈਨੂੰ ਬਲਦੇਵ ਸਿੰਘ ਭਾਮਨ ਨੂੰ ਵੀ ਦਿਓ ਇਜਾਜ਼ਤ ਜੀ। ਫਿਰ ਅਗਲੇ ਪ੍ਰੋਗਰਾਮ ਦੇ ਵਿੱਚ ਕੋਈ ਨਵਾਂ ਵਿਸ਼ਾ ਲੈ ਕੇ ਤੁਹਾਡੇ ਨਾਲ ਸਾਂਝਾ ਕਰਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਜਿਉਂਦੇ ਵਸਦੇ ਰਹੋ ਜੀ।